ਕਰੇ ਕਰਾਏ ਆਪ ਪ੍ਰਭ। ਕਰਮਾਂ ਉੱਪਰ ਨਿਬੇੜੇ ਦਾ ਫੈਸਲਾ ਕਰਤਾਰ ਕਰਨਹਾਰ ਦੇ ਹੱਥ ਹੋਣ ਕਰਕੇ ਅਤੇ ਕਾਰਨ ਕਰਤੇ ਵਸ ਦੇ ਅਭਿਪਰੇ ਅਨੁਸਾਰ ਇਹ ਅਸੂਲ ਐਨ ਗੁਰਮਤ ਅਨੁਕੂਲ ਹੈ ਕਿ ਕਰੇ ਕਰਾਏ ਆਪ ਪ੍ਰਭ। ਇਸ ਗੁਰਵਾਕ ਅਨੁਕੂਲਤਾ ਦੀ ਪ੍ਰੋੜਤਾ ਵਿੱਚ ਹੋਰ ਵੀ ਗੁਰਪਰਮਾਣ ਗੁਰਬਾਣੀ ਅੰਦਰ ਆਉਂਦੇ ਹਨ, ਜਿਨ੍ਹਾਂ ਉੱਪਰ ਵਿਚਾਰ ਕਰਕੇ ਵਿਆਖਿਆ ਕਰਨਾ ਇੱਥੇ ਅਤੀ ਉਚਿਤ ਹੋਵੇਗਾ। ਪਹਿਲਾ ਗੁਰਵਾਕ ਇਸ ਭਾਵ ਦੀ ਪ੍ਰੋੜਤਾ ਵਿੱਚ ਇਹ ਦ੍ਰਿਸ਼ਟੀ ਆਇਆ ਹੈ। ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗ ਮਸਕਤੇ ਤੂਠੈ ਪਾਵਾਂ ਦੇਵ। ਸਭ ਕਿਛ ਵਸਗਤ ਸਾਹਿਬੈ ਆਪੇ ਕਰਨ ਕਰੇਵ, ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੁਰੇਵ। ਸ੍ਰੀ ਰਾਗ ਮਹਲਾ ਪੰਜਵਾਂ। ਭਾਵ ਸਿਫਤ ਸਲਾਹ ਰੂਪੀ ਸਿਮਰਨ ਸੇਵਾ, ਨਾਮ ਅਭਿਆਸ ਕਮਾਈ ਦੀ ਯਾਚਨਾ ਕਰਨੀ, ਗੁਰੂ ਕਰਤਾਰ ਦੁਆਰਿਓਂ ਮੰਗ ਮੰਗਣੀ, ਗੁਰੂ ਕਰਤਾਰ ਦੁਆਰਿਓਂ ਮੰਗ ਮੰਗਣੀ। ਗੁਰੂ ਘਰ ਦੇ ਉੱਤਮ ਜਗਿਆਸੂ ਮੰਗਤ ਜਨਾਂ ਯਾਚਕਾਂ ਨਾਮ ਭੀਖ ਦੇ ਭਿਖਾਰੀਆਂ ਦਾ ਇੱਕੋ ਇੱਕ ਕਸਬ ਹੈ, ਜੋ ਅਭਿਆਸ ਰੂਪੀ ਸ੍ਰੇਸ਼ਟ ਕਰਮ ਕਰਨਹਾਰਿਆਂ ਦੇ ਵਸ ਗੋਚਰਾ ਹੈ। ਇਹ ਯਾਚਨਾ ਰੂਪੀ ਕਸਬ ਵੀ ਜਿਸ ਤੋਂ ਆਪ ਕਰਤਾਰ ਕਰਾਏ ਸੋਈ ਕਰਦਾ ਹੈ। ਤਿਸੈ ਅਧਿਕਾਰੀ ਯਾਚਕ ਜਨ ਦੇ ਹਿਰਦੈ ਅੰਦਰ ਹੀ ਇਹ ਯਾਚਨਾ ਸਫੁਰਨ ਹੁੰਦੀ ਹੈ, ਜਿਸ ਤੋਂ ਆਪ ਕਿਰਪਾਲੂ ਕਰਤਾਰ ਨੇ ਆਪਣੀ ਕਿਰਪਾ ਦਇਆ ਮਇਆ ਕਰ ਉਕਤ ਯਾਚਨਾ ਅਨੁਸਾਰੀ ਉਕਤ ਸਫੋਰਤ ਸਿਫਤਾਈ ਯਾਚਨਾ ਕਸਬੀ ਕਰਮ ਕਰਾਉਣਾ ਮਨਜ਼ੂਰੇ ਨਜ਼ਰ ਹੋਇਆ ਵਿਆ ਹੁੰਦਾ ਹੈ। ਤਾਈਓ ਤਾਂ ਸੇਵਕ ਜਨ ਸੇਵਾ ਯਾਚਕੂ ਦੀ ਯਾਚਨਾ ਤੁਰਤੋ ਫੁਰਤ ਹੀ ਥਾਂ ਪੈਂਦੀ ਹੈ ਅਤੇ ਲਾਈਆਂ ਆਪਣੀ ਸੇਵ ਵਾਲੀ ਮਹਿਰਮਤ ਉਸ ਉੱਪਰ ਹੋ ਜਾਂਦੀ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਸਿਫਤ ਸਲਾਹ ਰੂਪੀ ਸੱਚੀ ਸੇਵਾ ਵਿਖੇ ਤਤਪਰ ਹੋ ਕੇ ਉਹੀ ਸੇਵਕ ਜਨ ਲੱਗਦਾ ਹੈ ਜਿਸ ਨੂੰ ਵਾਹਿਗੁਰੂ ਆਪ ਲਾਵੇ। ਵਾਹਿਗੁਰੂ ਦੀ ਆਪਣੀ ਸੇਵ ਅਪਣਾਇਆ ਹੋਇਆਂ ਦਰੋਂ ਘਰੋਂ ਵਰੋਸਾਇਆ ਹੋਇਆਂ ਨੂੰ ਹੀ ਮਿਲਦੀ ਹੈ। ਸਿਮਰਨ ਰੂਪੀ ਸੇਵਾ ਦੀ ਮੁਸ਼ੱਕਤ ਕਾਲ ਕਮਾਈ ਅਤੇ ਪੁੱਜੇ ਹੋਏ ਗੁਰਮੁਖ ਸਾਧੂ ਦਾ ਸੰਗ ਤੁਠੇ ਗੁਰਦੇਵ ਸੱਚੇ ਸਤਿਗੁਰੂ ਦੀ ਸੁਪ੍ਰਸੰਨਤਾ ਤੁਸਤਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਇਹ ਸਾਰੀ ਗੱਲ ਸੱਚੇ ਸਾਹਿਬ ਦੀ ਵਸਗਤ ਵਾਲੀ ਹੀ ਹੈ। ਸੱਚੇ ਸਾਹਿਬ ਗੁਰੂ ਕਰਤਾਰ ਦੇ ਹੀ ਵਸ ਹੈ। ਜਿਸ ਨੂੰ ਚਾਹੇ ਜਿਸ ਉੱਪਰ ਉਹ ਸੁਪ੍ਰਸੰਨ ਹੋਵੇ ਤਿਸੇ ਨੂੰ ਇਹ ਸਿਮਰਨ ਨਾਮ ਅਭਿਆਸ ਰੂਪੀ ਸੱਚੀ ਕਮਾਈ ਵਾਲੀ ਸੇਵਾ ਮਿਲਦੀ ਹੈ। ਇਹੀ ਸੇਵਾ ਸੱਚਾ ਸੁਕ੍ਰਿਤ ਕਰਮ ਹੈ, ਜਿਸ ਨੂੰ ਕਮਾਵਣਾ ਗੁਰਮਤ ਅਨੁਸਾਰ ਸਭ ਤੋਂ ਸ੍ਰੇਸ਼ਟ ਅਤੇ ਸਰਬੋਤਮ ਹੈ। ਸੇਵਾ ਦਾ ਪ੍ਰੇਰਕ, ਸੇਵਾ ਦਾ ਤੁਠਕ ਪ੍ਰਸਾਦੀ ਹੋਣ ਕਰਕੇ ਸੱਚਾ ਸਾਹਿਬ ਪ੍ਰਭੂ ਪਰਮਾਤਮਾ ਹੀ ਕਰਨ ਕਰਾਵਣ ਹਾਰਾ ਕਰਨ ਕਰੇਵ ਹੈ। ਸਿਮਰਨ ਸੇਵਾ ਰੂਪੀ ਕਰਮ ਨੂੰ ਕਰੇ ਕਰਾਏ ਆਪ ਪ੍ਰਭ ਵਾਲੀ ਤੁਸਤਾ ਪ੍ਰਸਾਦਤਾ ਠੀਕ ਟੁਕਦੀ ਹੈ। ਐਸੇ ਤੁਠੇ ਸਤਿਗੁਰੂ ਸਾਹਿਬ ਦੇ ਸਦਾ ਬਲਿਹਾਰਨੇ ਜਾਈਏ, ਜੋ ਸੇਵਕ ਮੰਗਤ ਜਨਾਂ ਦੀ ਸੱਚੀ ਮਨਸਾ ਪੂਰਨ ਹਾਰਾ ਪੂਰੀ ਕਰਨ ਹਾਰਾ ਹੈ। ਅਗਲੇਰਾ ਗੁਰਪਰਮਾਣ ਵੀ ਉੱਪਰਲੇ ਭਾਵ ਦੀ ਪ੍ਰੋੜਤਾ ਦਰਸਾਉਂਦਾ ਹੈ। ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ, ਮਾਰ ਆਪੇ ਜੀ ਵਾਲਦਾ ਅੰਤਰ ਬਾਹਰ ਸਾਥ। ਨਾਨਕ ਪ੍ਰਭ ਸ਼ਰਨਾਗਤੀ ਸਰਬ ਘਟਾਂ ਕੇ ਨਾਥ। ਸ੍ਰੀ ਰਾਗ ਮਹਲਾ ਪੰਜਵਾਂ। ਜੀਵਾਂ ਨੂੰ ਮਾਰ ਕੇ ਆਪੇ ਜੀਵਾਲਣ ਹਾਰ ਕਰਨ ਕਾਰਨ ਸਮਰੱਥ ਵਾਹਿਗੁਰੂ ਦੇ ਹੀ ਸਭ ਕਿਛ ਹੱਥ ਵਸ ਹੈ। ਉਹੀ ਜੀਵਾਂ ਦੇ ਪੂਰਬਲੇ ਕਰਮਾਂ ਅਨੁਸਾਰ ਅਗਲੇ ਜਨਮਾਂ ਵਿਖੇ ਉਹਨਾਂ ਤੋਂ ਬਦਲੇ ਵਜੋਂ ਸਜ਼ਾਈ ਜਜ਼ਾਈ ਕਰਮ ਆਪ ਕਰਾਉਂਦਾ ਹੈ। ਇਉਂ ਸੱਚੋ ਸੱਚਾ ਨਿਆਉ ਹੱਥੋਂ ਹੱਥੀਂ ਭੁਗਤਾਉਂਦਾ ਹੈ। ਤਿਨਾਂ ਨਿਆਉ ਭੁਗਤਾਈ ਕਰਮਾਂ ਦਾ ਪ੍ਰੇਰਕ ਹੋ ਕੇ ਜੋ ਕਰਮ ਉਹ ਜੀਵਾਂ ਪਾਸੋਂ ਕਰਾਉਂਦਾ ਹੈ, ਇੱਕ ਪ੍ਰਕਾਰ ਆਪ ਉਹ ਕਰਮ ਕਰਦਾ ਹੈ। ਪ੍ਰੇਰਕ ਜੋ ਹੋਇਆ ਕਰਮ ਭੁਗਤਾਊ, ਇਸ ਪ੍ਰਕਾਰੀ ਨਿਆਉ ਨਿਬੇੜੇ ਦੀ ਸਭ ਵਿਧ ਉਸ ਹੀ ਦੇ ਹੱਥ ਗੋਚਰੀ ਹੈ। ਜੀਵਾਂ ਦੇ ਕਰਮਾਂ ਦਾ ਚਿੱਤਰਗੁਪਤੀ ਲੇਖਾ ਹਰਦਮ ਉਸ ਦੇ ਪਾਸ ਹੈ, ਕਿਉਂਕਿ ਉਹ ਸਰਬੱਤਰ ਜੀਵਾਂ ਦੇ ਅੰਤਰ ਬਾਹਰ ਵਿਆਪਕ ਵਸਦਾ ਹੋਇਆ ਹਰ ਛਿਨ ਤਿਨਾਂ ਦੇ ਅੰਗ ਸੰਗ ਹੈ। ਜੀਵਾਂ ਦੇ ਕਰਮਾਂ ਨੂੰ ਸਦਾ ਦੇਖਦਾ ਪਰਖਦਾ ਹੈ ਅਤੇ ਦੇਖ ਪਰਖ ਕੇ ਹੀ ਤਿਨਾਂ ਨੂੰ ਆਵਾਗਮਣੀ ਜਨਮ ਜੋਨੀਆਂ ਵਿੱਚ ਪਾਉਂਦਾ ਹੈ। ਮਾਰ ਕੇ ਵੀ ਜੀਵਾਲ ਕੇ ਵੀ ਤਿਨਾਂ ਤੋਂ ਇਨਸਾਫੋ ਇਨਸਾਫ ਕਰਮੀ ਨਿਬੇੜੇ ਕਰਾਉਂਦਾ ਹੈ। ਇਸ ਨਿਆਉ ਨਿਬੇੜੀ ਸਿਲਸਿਲੇ ਵਿੱਚ ਜੀਵ ਜੋ ਕਰਮ ਕਰਦੇ ਹਨ ਉਹ ਅਣਸਰਦੇ ਨੂੰ ਹੀ ਕਰਦੇ ਹਨ, ਬੇਬਸ ਹੋ ਕੇ ਕਰਦੇ ਹਨ। ਕਰਮਾਂ ਦੀ ਖਸਮ ਹੱਥੀ ਨੱਕ ਨੱਥੀ ਨਕੇਲ ਦੇ ਨਕੇਲੇ ਹੋਏ ਕਰਦੇ ਹਨ। ਇਉਂ ਕਰੇ ਕਰਾਏ ਆਪ ਪ੍ਰਭ ਵਾਲੀ ਪ੍ਰਭੁਤਾ ਕਰਮ ਨਿਵਾਰਨੀ ਭੁਗਤਾਉਣੀ ਸਾਹਿਬੀ ਸਾਹਿਬ ਸਮਰੱਥ ਦੀ ਸਮਰੱਥਤਾ ਦੇ ਅਧੀਨ ਹੈ। ਸਰਬ ਜੀਵਾਂ ਦੇ ਸਮਗਰ ਕਰਮਾਂ ਦਾ ਚਿਤਰਗੁਪਤਾ ਹੋਣ ਕਰ ਉਹ ਸਰਬ ਘਟਾਂ ਕਾ ਨਾਥ ਹੈ। ਤਾਂ ਤੇ ਉਸ ਸਰਬ ਘਟਾਂ ਕੇ ਨਾਥ ਪ੍ਰਭੂ ਪਰਮਾਤਮਾ ਦੀ ਸਦਾ ਸ਼ਰਨਾਗਤ ਹੋਏ ਰਹਿਣਾ
ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖਾਂ ਦਾ ਬਿਰਧ ਹੈ। ਕਿਲਵਿਖ ਪਾਪਾਂ ਦਾ ਮਲੀਆ ਮੇਟ ਕਰਨ ਲਈ ਆਨਮਤ ਤੰਤ-ਮੰਤ ਰੂਪੀ ਔਖਦਾਂ ਦਾ ਕੁਝ ਚਾਰਾ ਨਹੀਂ ਚੱਲਦਾ। ਗੁਰਮਤਿ ਨਾਮ ਦਾ ਸਿਮਰਨ ਅਭਿਆਸ ਹੀ ਸੱਚੀ ਔਖਦੀ ਹੈ ਕਿਲਵਿਖ ਰੋਗਾਂ ਤੇ ਪਾਪਾਂ ਦਾ ਵਿਨਾਸ਼ ਕਰਨ ਲਈ। ਜਿਨ੍ਹਾਂ ਨੂੰ ਆਪ ਰਚਨਹਾਰ ਕਰਤਾਰ ਪੁੱਠੀ ਭੁਲਾਉਣੀ ਦਿੰਦਾ ਹੈ, ਤਿਨਾਂ ਨੂੰ ਭੁਲਾਏ ਕੇ ਆਨਮਤ ਕੁੜਾਵੇ ਤੰਤਾਂ ਮੰਤਾਂ ਵੱਲ ਲਗਾ ਦਿੰਦਾ ਹੈ ਅਤੇ ਗੁਰਮਤਿ ਨਾਮ ਦੇ ਪਾਸੇ ਆਉਣ ਹੀ ਨਹੀਂ ਦਿੰਦਾ। ਉਹਨਾਂ ਨੂੰ ਸਿਮਰਨ ਗੁਰਮਤਿ ਨਾਮ ਉੱਕਾ ਹੀ ਵਿਸਰਾਏ ਦਿੰਦਾ ਹੈ ਅਤੇ ਜਿਨ੍ਹਾਂ ਉੱਤੇ ਉਸ ਦੀ ਕਿਰਪਾ ਹੁੰਦੀ ਹੈ, ਤਿਨਾਂ ਨੂੰ ਗੁਰਮਤਿ ਸੁਮਾਰਗੀ ਪੱਖ ਪਾਸੇ ਤੇ ਹੀ ਰੱਖਦਾ ਹੈ ਅਤੇ ਗੁਰਮਤਿ ਨਾਮ ਦੀਆਂ ਅਭਿਆਸ ਕਮਾਈਆਂ ਤੇ ਤਤਪਰ ਕਰਕੇ ਲਾਏ ਦਿੰਦਾ ਹੈ। ਚੇਤੇ ਰਹੇ ਕਿ ਇਹ ਸੁਮਾਰਗ ਪਾਉਣ ਵਾਲੀ ਉਸ ਦੀ ਕਿਰਪਾ ਅਤੇ ਕੁਮਾਰਗ ਲਾਉਣ ਵਾਲੀ ਉਸ ਦੀ ਕਰੂਰ ਦ੍ਰਿਸ਼ਟੀ ਜੀਵਾਂ ਦੇ ਪੂਰਬਲੇ ਕਰਮਾਂ ਅਨੁਸਾਰ ਹੀ ਹੁੰਦੀ ਹੈ। ਅਲਪੱਗ ਪ੍ਰਾਣੀਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਕਰਮਾਂ ਤੋਂ ਉਹ ਪੁਕਰਦਾ ਹੈ ਤੇ ਕਿਹੜੀ ਕਰਨੀ ਨੂੰ ਉਹ ਮਨਜ਼ੂਰੇ ਨਜ਼ਰ ਕਰਦਾ ਹੈ ਅਤੇ ਕਿਹੜਾ ਕਰਮ ਉਸ ਦੀ ਰਜ਼ਾ ਤੋਂ ਉਲਟ ਅਤੇ ਬੇਪਰਜੇ ਹੁੰਦਾ ਹੈ। ਗੁਰਮਤਿ ਦੇ ਖੋਜੀਆਂ ਨੂੰ ਤਾਂ ਪੱਕਾ ਨਿਸ਼ਚਾ ਹੁੰਦਾ ਹੈ ਕਿ ਗੁਰੂ ਕਰਤਾਰ ਦੀਆਂ ਨਜ਼ਰਾਂ ਅੰਦਰ ਪ੍ਰਵਾਨ ਹੋਣ ਵਾਲਾ ਇੱਕੋ ਇੱਕ ਕਰਮ ਸੁਕਰਮ ਸਰਬੋਤਮ ਸਰਬਸ਼੍ਰੇਸ਼ਟ ਕਰਮ ਸਿਫਤ ਸਲਾਹ ਨਾਮ ਅਭਿਆਸ ਦੀ ਕਮਾਈ ਹੈ, ਸੋ ਵਿਰਲੇ ਜਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੂੰ ਪਤਾ ਲੱਗ ਜਾਣ ਪਰ ਵੀ ਦ੍ਰਿੜਤਾ ਵੱਲੋਂ ਊਣਤਾ ਰਹਿੰਦੀ ਹੈ ਅਤੇ ਇਸ ਦ੍ਰਿੜਾਈ ਦੀ ਊਣਤਾਈ ਕਰਕੇ ਉਹ ਲਟਾ ਪੀਂਗ ਹੋ ਕੇ ਨਾਮ ਅਭਿਆਸ ਕਮਾਈਆਂ ਕਰਨ ਲਈ ਜੁਟਦੇ ਨਹੀਂ, ਉਹਨਾਂ ਉੱਤੇ ਨਦਰ ਕਰਮ ਦੇ ਖੁੱਲੇ ਗੱਫੇ ਨਹੀਂ ਵਰਤਦੇ, ਸੰਕੋਚਵੇਂ ਹੀ ਰਹਿੰਦੇ ਹਨ। ਪਰ ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਉੱਦਮ ਕਰਕੇ ਜੋ ਜਨ ਸਿਮਰਨ ਦਾ ਲੜ ਫੜਦੇ ਹਨ ਅਤੇ ਅਭਿਆਸ ਕਮਾਈਆਂ ਕਰਨ ਲਈ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਹੋ ਜਾਂਦੇ ਹਨ, ਤਿਨਾਂ ਉੱਤੇ ਗੁਰੂ ਕਰਤਾਰ ਆਪਣੀ ਉਦਾਰਤਾ, ਮਿਹਰ, ਨਦਰਾਰਤਾ ਬਹੁਤ ਵਧੇਰੇ ਵਰਸਾਉਂਦਾ ਹੈ ਅਤੇ ਸਦਾ ਚੜ੍ਹਦੀ ਕਲਾ ਵਰਤਾਉਂਦਾ ਹੈ। ਕਈ ਵਾਰ ਐਸਾ ਇਤਫਾਕ ਹੋ ਜਾਂਦਾ ਹੈ ਕਿ ਅਚੇਤ ਕੋਈ ਐਸਾ ਸ੍ਰੇਸ਼ਟ ਗੁਰਮਤਿ ਉਦਯੋਗੀ ਕਰਮ ਹੋ ਜਾਂਦਾ ਹੈ ਜੋ ਅਭਿਆਸੀ ਜਨ ਨੂੰ ਨਦਰਾਂ ਮਿਹਰਾਂ ਦਾ ਪਾਤਰ ਅਚੇਤ ਹੀ ਬਣਾ ਦਿੰਦਾ ਹੈ। ਉਹ ਐਉਂ ਉਬੜ ਕੇ ਉਤਸ਼ਾਹ ਨਾਲ ਜ਼ੋਰੋ ਜ਼ੋਰ ਨਾਮ ਜਪਣ ਲੱਗ ਜਾਂਦਾ ਹੈ ਜੋ ਉਸ ਨੂੰ ਪ੍ਰਤੀਤ ਹੀ ਨਹੀਂ ਹੁੰਦਾ ਕਿ ਉਹ ਆਪੋਂ ਨਾਮ ਜਪ ਰਿਹਾ ਹੈ। ਵਾਸਤਵ ਵਿੱਚ ਉਹ ਅਜਿਹੀਆਂ ਹਾਲਤਾਂ ਵਿੱਚ ਜਪਾਇਆ ਹੀ ਜਪਦਾ ਹੈ। ਕਈਆਂ ਤੋਂ ਅਚਿੰਤ ਹੀ ਕੋਈ ਅਜਿਹਾ ਖੋਟਾ ਕਰਮ ਹੋ ਜਾਂਦਾ ਹੈ ਜਿਸ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ, ਪਰ ਉਸ ਦੀ ਸੁਰਤੀ ਬਿਰਤੀ ਅਜਿਹੀ ਮਟਰੋੜ ਹੋ ਜਾਂਦੀ ਹੈ ਕਿ ਉਹ ਉੱਦਮ ਕੀਤਿਆਂ ਵੀ ਅਭਿਆਸ ਕਮਾਈ ਵੱਲ ਨਹੀਂ ਆਉਂਦਾ। ਬਥੇਰਾ ਯਤਨ ਕਰਦਾ ਹੈ ਪਰ ਬਣ ਹੀ ਨਹੀਂ ਸਕਦਾ। ਉੱਥੇ ਇਉਂ ਉਸ ਨੂੰ ਜਾਪਦਾ ਹੈ ਕਿ ਉਹ ਭੁਲਾਇਆ ਹੋਇਆ ਹੀ ਭੁੱਲਦਾ ਹੈ। ਨਾਮ ਜਪਣ ਵੱਲ ਲੱਗਣ ਦਾ ਉਸ ਨੂੰ ਭਰਮ ਹੀ ਲੱਗਾ ਹੁੰਦਾ ਹੈ। ਯਥਾ ਗੁਰਵਾਕ ਅਵਰ ਨ ਔਖਦ ਤੰਤ ਨ ਮੰਤਾ, ਹਰ ਹਰ ਸਿਮਰਨ ਕਿਲਵਿਖ ਹੰਤਾ, ਤੂੰ ਆਪ ਭੁਲਾਵੈਂ ਨਾਮ ਵਿਸਾਰ, ਤੂੰ ਆਪੇ ਰਾਖੈਂ ਕਿਰਪਾ ਧਾਰ। ਆਸਾ ਮਹਲਾ ਪਹਿਲਾ। ਇਸੇ ਹੀ ਉੱਪਰਲੇ ਭਾਵ ਦੀ ਪ੍ਰੋੜਤਾ ਵਿੱਚ ਹੇਠ ਲਿਖਿਆ ਗੁਰਵਾਕ ਵੀ ਸੁਥਾਉਂ ਹੀ ਫਬਦਾ ਹੈ। ਆਪੇ ਕਰੇ ਕਰਾਏ ਕਰਤਾ, ਕਿਸਨੋਂ ਆਖ ਸੁਣਾਈਐ, ਦੁਖ ਸੁਖ ਤੇਰਾ ਭਾਣੈ ਹੋਵੈ, ਕਿਸ ਥੈਂ ਜਾਏ ਰੁਆਈਐ, ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ਆਸਾ ਮਹਲਾ ਪਹਿਲਾ। ਭਾਵ ਜੀਵਾਂ ਨੂੰ ਜੋ ਵੀ ਦੁੱਖ ਜਾਂ ਸੁੱਖ ਮਿਲਦਾ ਹੈ ਸਭ ਕਰਤੇ ਪੁਰਖ ਦੇ ਭਾਣੇ ਅੰਦਰ ਮਿਲਦਾ ਹੈ, ਕਰਮਾਂ ਅਨੁਸਾਰ ਮਿਲਦਾ ਹੈ, ਕਰਮ ਵਿਧਾਤੇ ਦੇ ਹੁਕਮ ਮੂਜਬ ਹੀ ਮਿਲਦਾ ਹੈ। ਕਿਸੇ ਨੂੰ ਦੁੱਖੋਂ ਸੁੱਖ, ਕਿਸੇ ਨੂੰ ਸੁੱਖੋਂ ਦੁੱਖ। ਦੁਨਿਆਵੀ ਸੁੱਖ ਤੇ ਦੁੱਖ ਹਰਖ ਤੇ ਸੋਗ ਹੀ ਉਪਜਾਉਂਦੇ ਹਨ। ਹਰਖ ਸੋਗ ਤੋਂ ਨਿਆਰਾ ਨਾਮ ਨੇਮ ਤਾਰਾ ਕੋਈ ਜਨ ਬਿਰਲਾ ਹੀ ਹੈ। ਨਹੀਂ ਤਾਂ ਸੰਸਾਰਕ ਸੁੱਖ ਦੇ ਹਰਖਵੰਤ ਅਤੇ ਦੁਨਿਆਵੀ ਸੁੱਖ ਦੇ ਸੋਗੀ ਰੋਗੀ ਦਰਅਸਲ ਸਾਰੇ ਹੀ ਦੁਖੀ ਹਨ ਅਤੇ ਆਪੋ ਆਪਣੇ ਦੁੱਖਾਂ ਦੀਆਂ ਪੰਡਾਂ ਖੋਲ ਕੇ ਪਏ ਸ਼ਿਕਵੇ ਸ਼ਿਕਾਇਤਾਂ ਦੁੱਖਾਂ ਦੀਆਂ ਕਰ ਕਰ ਰੋਣੇ ਰੋਂਦੇ ਹਨ। ਭਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਦੇ। ਇਉਂ ਕੋਈ ਨਹੀਂ ਸਮਝਦਾ ਕਿ ਦੁੱਖ ਸੁੱਖ ਭਾਣੇ ਦੀ ਖੇਡ ਹੈ, ਆਪੋ ਆਪਣੇ ਪੂਰਬਲੇ ਕਰਮਾਂ ਦੀ ਹੀ ਸਹੇੜ ਹੈ। ਕਰਮਾਂ ਦੀ ਲਿਬੇੜ ਦੇ ਲਿਬੜੇ ਹੋਏ ਜਨਮ ਜੋਨੀਆਂ ਦੇ ਜੀਵ ਆਪੋ ਆਪਣਾ ਕੀਤਾ ਆਪੇ ਪਾਉਂਦੇ ਹਨ, ਕੀਤਾ ਪਾਉਂਦੇ ਹਨ। ਉਹਨਾਂ ਦਾ ਆਪਣਾ ਕੀਤਾ ਕੁਝ ਨਹੀਂ ਹੁੰਦਾ। ਉਹਨਾਂ ਦੇ ਆਪੋ ਆਪਣੇ ਕਰਮਾਂ ਦੀ ਕਰਤੂਤ ਅਨੁਸਾਰ ਕਰਤਾ ਪੁਰਖ ਉਹਨਾਂ ਤੋਂ ਦੁੱਖ ਸੁੱਖ ਭੁਗਤਾਉਣੇ ਕਰਮ ਹੀ ਕਰਾਉਂਦਾ ਹੈ। ਤਿਨਾਂ ਕਰਮਾਂ ਨੂੰ ਮੇਟ ਸਮੇਟ ਕੋਈ ਨਹੀਂ ਸਕਦਾ। ਅਲਪੱਗ ਜੀਵ ਦਾ ਕੀ ਅਖਤਿਆਰ ਹੈ? ਸਰਬੱਗ ਕਰਤਾ ਪੁਰਖ
ਜੋ ਚਾਹੇ ਸੋ ਕਰੇ। ਉਹਨਾਂ ਤੋਂ ਕਰਮ ਦੇ ਫਲ ਭੁਗਤਾਉਂਦਾ ਹੈ। ਕਰਮਾਂ ਦੇ ਦੁੱਖ ਸੁੱਖ ਭੋਗਣ ਹਾਰੇ ਨਾ ਕਿਸੇ ਨੂੰ ਦੋਸ਼ ਦੇ ਸਕਦੇ ਹਨ, ਨਾ ਕਿਸੇ ਨੂੰ ਦੋਸ਼ੀ ਗਰਦਾਨਣ ਦੀ ਕਿਸੇ ਪਾਸ ਸ਼ਿਕਾਇਤ ਕਰ ਸਕਦੇ ਹਨ। ਆਪਣੀ ਸ਼ਿਕਾਇਤ ਆਖ ਸੁਣਾਉਣ ਤਾਂ ਕਿਸ ਨੂੰ ਆਖ ਸੁਣਾਉਣ। ਬੜੀ ਹੱਦ ਕਰਤੇ ਪੁਰਖ ਨੂੰ ਦੁਹਾਈ ਦੇਣ ਦੀ ਹੈ, ਪਰ ਉਸਨੇ ਤਾਂ ਇਹ ਸਾਰਾ ਸਿਲਸਿਲਾ ਰਚਾਇਆ ਹੈ। ਆਪੇ ਕਰੇ ਕਰਾਏ ਕਰਤਾ ਦੇ ਗੁਰਵਾਕ ਦੇ ਭਾਵ ਅਨੁਸਾਰ ਦੁੱਖ ਸੁੱਖ ਭੋਗ ਕੇ ਕਰਮ ਕਰਤਾ ਪੁਰਖ ਆਪ ਆਪਣੀ ਪ੍ਰੇਰਨਾ ਅਨੁਸਾਰ ਕਰਾਉਂਦਾ ਹੈ। ਕਿਸੇ ਦਾ ਕੁਝ ਅਖਤਿਆਰ ਨਹੀਂ। ਕਰਤਾ ਆਪ ਕਰਦਾ ਹੈ, ਆਪ ਹੀ ਭੁਗਤਾਉਂਦਾ ਹੈ। ਬੰਦੇ ਦੇ ਆਪਣੇ ਵੱਸ ਕੁਝ ਨਹੀਂ। ਫਲ ਭੁਗਤਾਉਣੇ ਕਰਮ ਪ੍ਰੇਰਕ ਦੀ ਪਰਮ ਪ੍ਰੇਰਨਾ ਅਨੁਸਾਰ ਹੋਣ ਵਾਲੇ ਕਮਾਉਣ ਹਾਰਾ ਆਪ ਹੀ ਕਰਦਾ ਸਮਝੋ। ਤਦ ਕਰਨ ਹਾਰੇ ਦੇ ਅਖਤਿਆਰ ਹੀ ਕੁਛ ਨਾ ਰਿਹਾ। ਗਲ ਕੱਟਣੇ ਕਸਾਈ ਨੂੰ ਗਲ ਕੱਟਣ ਦਾ ਕਸਬ ਉਸੇ ਦੇ ਪੂਰਬਲੇ ਕਰਤਬਾਂ ਕਰਮਾਂ ਨਾਲ ਮਿਲਦਾ ਹੈ। ਉਹ ਕੀਤੇ ਬਾਝ ਰਹਿ ਨਹੀਂ ਸਕਦਾ। ਸਜ਼ਾ ਭੁਗਤਣੇ ਕਰਮ ਪ੍ਰੇਰਕ ਦੀ ਉਕਸਾਹਟ ਨਾਲ ਹੀ ਹੁੰਦੇ ਹਨ। ਇਸ ਵਿੱਚ ਕਰਨਹਾਰੇ ਦਾ ਕੁਝ ਚਾਰਾ ਨਹੀਂ ਚੱਲਦਾ। ਹੁਕਮਾਂ ਦਾ ਮਾਲਕ ਹੁਕਮੀ ਪਾਤਸ਼ਾਹ ਬੇਪਰਵਾਹ ਖੁਦਾਵੰਦ ਆਪਣੇ ਹੁਕਮ ਅੰਦਰ ਹੀ ਕੀਤੇ ਜੀਵਾਂ ਨੂੰ ਚਲਾਉਂਦਾ ਹੈ। ਹੁਕਮ ਅੰਦਰ ਹੀ ਸਭ ਭੁਗਤਣੇ ਭੁਗਤਾਉਂਦਾ ਹੈ। ਭੁਗਤਣੇ ਭੁਗਤਾ ਕੇ ਹੁਕਮ ਚਲਾ ਕੇ ਕਰਮ ਕਰਾ ਕੇ ਵਿਗਸਦਾ ਹੈ। ਇਉਂ ਸੱਚਾ ਨਿਆਂ ਨਿਬੜਿਆ ਦੇਖ ਵਿਗਸਦਾ ਹੈ, ਕਿਉਂਕਿ ਕੋਈ ਅਨਿਆਈ ਗੱਲ ਨਹੀਂ ਹੁੰਦੀ। ਸਭ ਕੋਈ ਆਪਣਾ ਕੀਤਾ ਪਾਉਂਦਾ ਹੈ ਅਤੇ ਲਿਖਿਆ ਪਾਉਂਦਾ ਹੈ। ਕਰਮ ਕਰਨ ਵਾਲੀ ਭਰਨੀ ਜੋ ਵੀ ਕਰਦਾ ਹੈ ਸੋ ਲਿਖੇ ਅਨੁਸਾਰ ਹੀ ਭਰਦਾ ਹੈ। ਕਰਮ ਨਿਆਂ ਨਿਬੇੜ ਲਕਸ਼ ਮੂਜਬ ਆਪੇ ਕਰੇ ਕਰਾਏ ਕਰਤਾ ਵਾਲਾ ਕਰਮ ਭੁਗਤਾਊ ਨਿਯਮ ਇਨ ਬਿਨ ਠੀਕ ਘਟਣ ਘਟਾਵੀ ਅਰਥਾਂ ਵਿੱਚ ਠੀਕ ਘਟਦਾ ਹੈ। ਜੇ ਕਹੇ ਕਿ ਇਸ ਦਾ ਭਾਵ ਇਹ ਹੋਇਆ ਕਿ ਕਰਮ ਕਰਨ ਵਿੱਚ ਜੀਵਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਜੀਵ ਦੋਸ਼ ਰਹਿਤ ਹੈ, ਇਹ ਬਿਲਕੁਲ ਗਲਤ ਹੈ। ਜੀਵ ਦਾ ਕੋਈ ਦੋਸ਼ ਨਾ ਹੁੰਦਾ ਤਾਂ ਕਰਤਾ ਪੁਰਖ ਫਲ ਭੁਗਤਾਊ ਕਰੂਰ ਕਰਮ ਕਿਉਂ ਕਰਾਉਂਦਾ। ਪਿਛਲੇ ਜਨਮ ਦਾ ਦੋਸ਼ੀ ਹੋਣਾ ਸਿੱਧ ਕਰਦਾ ਹੈ ਕਿ ਉਸ ਤੋਂ ਇਸ ਜਨਮ ਵਿੱਚ ਸਜ਼ਾ ਭੁਗਤਾਊ ਕਰਮ ਕਰਾਏ ਗਏ। ਸਜ਼ਾ ਭੁਗਤਾਊ ਕਰਮ ਜੀਵ ਦੇ ਹੱਥੋਂ ਕਰੇ ਕਰਾਏ ਜਾਣੇ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਉਹ ਦੋਸ਼ੀ ਜ਼ਰੂਰ ਹੈ। ਚਾਹੇ ਪਿਛਲੇ ਜਨਮ ਦਾ ਦੋਸ਼ੀ ਹੀ ਹੋਵੇ, ਦੋਸ਼ੀ ਜ਼ਰੂਰ ਹੈ। ਸ਼ੁਕਰ ਹੈ ਕਰਤਾਰ ਦਾ ਕਿ ਉਸ ਦਾ ਭਾਰ ਹੌਲਾ ਹੋਣ ਦਾ ਧੁਰਵਾ ਵੱਜ ਗਿਆ, ਨਹੀਂ ਤਾਂ ਪਤਾ ਨਹੀਂ ਕਿਤਨੇ ਜਨਮ ਹੋਰ ਭੁਗਤਣੇ ਪੈਣੇ ਸਨ। ਭਾਰ ਹੌਲਾ ਹੋਣ ਕਰਕੇ ਹੀ ਕਰਤਾ ਪੁਰਖ ਵਿਗਸਦਾ ਹੈ। ਵੇਖ ਕੇ ਇਨ ਬਿਨਵਾਂ ਘਟਵਾਂ ਗੁਰਵਾਕ ਉੱਪਰਲੇ ਭਾਵ ਦਾ ਇਹ ਅਗਲੇਰਾ ਹੈ। ਇੱਕ ਜੰਤ ਭਰਮ ਭੁੱਲੇ ਤਿੰਨ ਸ਼ਹਿ ਆਪ ਭੁਲਾਏ, ਦੂਜੈ ਪਾਏ ਫਿਰੈ ਹਉਮੈ ਕਰਮ ਕਮਾਏ। ਤਿੰਨ ਸ਼ਹਿ ਆਪ ਭੁਲਾਏ ਕੁਮਾਰਗ ਪਾਏ, ਤਿਨ ਕਾ ਕਿਛ ਨ ਵਸਾਈ। ਤਿਨ ਕੀ ਗਤ ਅਵਗਤ ਤੂੰ ਹੈ ਜਾਣੈ, ਜਿਨ ਇਹ ਰਚਨ ਰਚਾਈ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੈ 부ਝਾਏ। ਇਉਂ ਕਹੈ ਨਾਨਕ ਕਿਆ ਜੰਤ ਵਿਚਾਰੇ, ਜਾਂ ਤੁਧ ਭਰਮ ਭੁਲਾਏ। ਆਸਾ ਮਹਲਾ ਤੀਜਾ, ਛੰਤ ਕਰ ਤੀਜਾ। ਇਸ ਜਨਮ ਵਿਖੇ ਅਰਥਾਤ ਮਨੁੱਖਾ ਜਨਮ ਪਾ ਕੇ ਵੀ ਜਿਹੜੇ ਜੰਤ ਭਰਮ ਭੁੱਲੇ ਫਿਰਦੇ ਹਨ, ਉਹ ਆਪੋ ਨਹੀਂ ਭੁੱਲੇ ਫਿਰਦੇ। ਕਰਤੇ ਪੁਰਖ ਦੀ ਕਰਮ ਰੇਖੀ ਮੇਖਾ ਮੂਜਬ ਹੀ ਭਰਮੇ ਹੋਏ ਭੁੱਲੇ ਫਿਰਦੇ ਹਨ। ਪੂਰਬਲੇ ਕਰਮਾਂ ਦੀ ਭੁਗਤਣੀ ਸਜ਼ਾ ਦੀ ਜਜ਼ਾ ਵਿੱਚ ਹੀ ਉਹ ਭਰਮ ਭੁੱਲ ਕੇ ਕਰਮ ਕਮਾਉਂਦੇ ਫਿਰਦੇ ਹਨ। ਇਉਂ ਕਰਤੇ ਪੁਰਖ ਦੇ ਆਪ ਭੁਲਾਏ ਭਰਮਾਏ ਭਰਮ ਦੇ ਭੁੱਲਦੇ ਫਿਰਦੇ ਹਨ। ਤਿੰਨ ਸ਼ੈ ਆਪ ਭੁਲਾਏ ਵਾਲੀ ਪੰਕਤੀ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹਨਾਂ ਨੂੰ ਜੋ ਭੁੱਲ ਵਗੀ ਹੋਈ ਹੈ, ਖਸਮ ਦੀ ਵਗਾਈ ਹੋਈ ਹੀ ਵਗੀ ਹੈ। ਨਿਆਂਕਾਰੀ ਸੱਚੇ ਸਾਹਿਬ ਨੇ ਭੁੱਲੜ ਜੰਤ ਦੀ ਸਜ਼ਾ ਵਿੱਚ ਹੀ ਇਹ ਭੁੱਲ ਵਗਾਈ ਹੈ ਤਾਂ ਕਿ ਭੁੱਲਣ ਦਾ ਮਜ਼ਾ ਚੱਖ ਲੈਣ। ਸਜ਼ਾ ਭੁਗਤ ਕੇ ਮੁੜ ਨਾ ਭੁੱਲਣ। ਸਜ਼ਾ ਜਜ਼ਾ ਵੱਲੋਂ ਉਹ ਮੁੜ ਦੂਜੇ ਭਾਏ ਦੇ ਕਰਮਾਂ ਭਰਮਾਂ ਵਿੱਚ ਰੁਲੇ ਰੁਲਾਏ ਭਰਮ ਭੁਲਾਏ ਫਿਰਦੇ ਹਨ। ਦੂਜੇ ਭਾਏ ਵਿੱਚ ਪੈ ਕੇ ਹੋਰ ਵਧੇਰੇ ਹਉਮੈ ਕਰਮ ਕਮਾਉਂਦੇ ਹਨ। ਤਿੰਨ ਸ਼ੈ ਆਪ ਭੁਲਾਏ ਕੁਮਾਰਗ ਪਾਏ ਵਾਲੀ ਪੰਕਤੀ ਸਾਫ਼ ਦੱਸਦੀ ਹੈ ਕਿ ਆਪ ਹੀ ਸੱਚੇ ਸਾਹਿਬ ਨੇ ਹੀ ਐਸੇ ਜੰਤ ਨੂੰ ਆਪ ਭੁਲਾਇਆ ਹੈ ਅਤੇ ਕੁਮਾਰਗ ਲਾਇਆ ਹੈ ਪਿਛਲੇ ਜਨਮ ਦੀਆਂ ਸਜ਼ਾਵਾਂ ਭੁਗਤਾਉਣ ਲਈ। ਸੋ ਉਹ ਕਰਮ ਕਰ ਭੁਗਤੀ ਜਾਂਦੇ ਹਨ। ਕੁਮਾਰਗ ਪੈ ਕੇ ਪਾਏ ਹੋਏ ਹੀ ਪੈ ਕੇ ਸਜ਼ਾ ਦੀ ਭੁਗਤਣੀ ਭੁਗਤਦੇ ਹਨ। ਸਜ਼ਾ ਤੇ ਜਜ਼ਾ ਵਾਲੇ ਕਰਮ ਭੁਗਤਦਿਆਂ ਭਾਵ ਸਜ਼ਾ ਵੱਟੇ ਦੇ ਕਰਮ ਕਰਦਿਆਂ ਤਿੰਨਾਂ ਜਨਤਾਂ ਦਾ ਕੁਝ ਵੀ ਕਾਈ ਵੀ ਵਸ ਨਹੀਂ ਚੱਲਦਾ।
ਤਿਨ ਕਾ ਕਿਛ ਨ ਵਸਾਈ, ਤਿਨਾਂ ਦੇ ਵਸ ਗੋਚਰੇ ਗੱਲ ਹੀ ਕਾਈ ਨਹੀਂ। ਤਿਨਾਂ ਜਨਤਾ ਦੇ ਕਰਮਾਂ ਦੀ ਗਤੀ ਅਵਗਤੀ ਹੈ। ਹੇ ਕਰਤਾਰ ਕਰਤੇ ਪੁਰਖ, ਤੂੰ ਹੀ ਜਾਣਦਾ ਹੈ ਜਿਨ ਇਹ ਰਚਨਾ ਕਰਮਾਂ ਸੰਦੜੀ ਰਚਾਈ ਹੈ। ਇਸ ਕਰਮ ਗਤੀ ਅਵਗਤੀ ਪ੍ਰਥਾਏ ਜੋ ਤੇਰਾ ਅਗੰਮੀ ਹੁਕਮ ਹੈ, ਉਹ ਖਰਾ ਬਹੁਤਾ ਹੀ ਹੈ। ਇਸ ਹੁਕਮ ਦੇ ਬੁੱਝਣ ਦੀ ਬੂਝ ਸੂਝ ਤੂੰ ਕਿਸੇ ਗੁਰਮੁਖ ਜਨ ਨੂੰ ਹੀ ਬੁਝਾਉਂਦਾ ਸੁਝਾਉਂਦਾ ਹੈ। ਹੋਰ ਕਿਸੇ ਨੂੰ ਇਸ ਕਰਮ ਅੜਚਟੀ ਖੇਡ ਦਾ ਪਤਾ ਹੀ ਨਹੀਂ ਲੱਗਦਾ। ਇਉਂ ਗੁਰੂ ਨਾਨਕ ਸਾਹਿਬ ਸੱਚੇ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਜੰਤ ਵਿਚਾਰੇ ਕਿਹਦੇ ਪਾਣੀ ਹਾਰ ਹਨ, ਉਹ ਕੀ ਕਰ ਸਕਦੇ ਹਨ। ਹੇ ਵਾਹਿਗੁਰੂ, ਤੂੰ ਹੀ ਇਹਨਾਂ ਨੂੰ ਭੁਲਾਇਆ ਹੋਇਆ ਹੈ, ਇਹਨਾਂ ਦੇ ਪੂਰਬਲੇ ਕਰਮਾਂ ਦੀ ਸਜ਼ਾ ਭੁਗਤਾਉਣ ਵਾਸਤੇ। ਇਹ ਤੇਰੀ ਰਹਿਮ ਰਜ਼ਾ ਮਿਹਰਮਤ ਦੇ ਹੀ ਤਲਬਗਾਰ ਹਨ। ਤੂੰ ਕਿਰਪਾ ਕਰ ਤੇ ਇਹਨਾਂ ਦਾ ਬਚਾਓ ਤੇ ਰਹਿਮ ਦ੍ਰਿਸ਼ਟੀ ਕਰ। ਧੰਨ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਰਹੀਮ ਕਰੀਮ ਕਰਤੇ ਪੁਰਖ ਵੱਲੋਂ ਜੀਵਾਂ ਉੱਤੇ ਮਿਹਰਮਤ ਕਰਨ ਦੀ ਤਲਬ ਤਲਬੀ ਹੈ। ਜੇ ਸਤਿਗੁਰੂ ਨਾਨਕ ਸਾਹਿਬ ਨਾ ਮਿਹਰਬਾਨ ਹੁੰਦੇ ਤਾਂ ਇਹਨਾਂ ਕਲਯੁਗੀ ਜੀਵਾਂ ਨੇ ਕਿੱਥੇ ਬਖਸ਼ੇ ਜਾਣਾ ਸੀ। ਜੀਵਾਂ ਦੀਆਂ ਭੁੱਲਾਂ ਬਖਸ਼ਵਾਉਣ ਦੇ ਆਪ ਮਦਦਗਾਰ ਬਣੇ। ਕੈਸੀ ਉੱਚੀ ਸੁੱਚੀ ਇਹ ਬਸੀਠੀ ਹੈ। ਭੁੱਲਣ ਜੀਵਾਂ ਦੀ ਭੁੱਲਣ ਗਤੀ ਨੂੰ ਵਿਚਾਰ ਕੇ ਕੈਸਾ ਉਧਾਰ ਕਰਨਾ ਮਿਥਿਆ ਹੈ ਕਲਯੁਗੀ ਜੀਵਾਂ ਦਾ, ਅਤੇ ਕਰਮ ਦੀ ਗਤੀ ਅਵਗਤੀ ਦੀ ਕੈਸੀ ਗੰਢ ਖੋਲੀ ਹੈ, ਕੈਸੀ ਨਬਜ਼ ਪਛਾਣੀ ਹੈ। ਆਪਣੇ ਅਵਗਤ ਕਰਮਾਂ ਦੀ ਗਤੀ ਨੂੰ ਨਾ ਜਾਣਦੇ ਹੋਏ ਭੁੱਲੜ ਜੀਵ ਆਪਣੀਆਂ ਭੁੱਲਾਂ ਦੇ ਦੋਸ਼ ਭੁਲਾਉਣ ਹਾਰੇ ਤੇ ਹੀ ਆਰੋਪਦੇ ਹਨ। ਆਪਣੀਆਂ ਭੁੱਲਾਂ ਨੂੰ ਨਹੀਂ ਮੰਨਦੇ। ਇਹ ਉਹਨਾਂ ਦੀ ਹੋਰ ਵੀ ਭਾਰੀ ਭੁੱਲ ਹੈ, ਹੋਰ ਵੀ ਭਾਰਾ ਦੋਸ਼ ਹੈ, ਬੜਾ ਬੱਜਰ ਗੁਨਾਹ ਹੈ। ਅਜਿਹੇ ਕਲਯੁਗੀ ਬੱਜਰ ਗੁਨਾਹਗਾਰਾਂ ਨੂੰ ਕੀਤੇ ਗੁਨਾਹਾਂ ਦੇ ਦੋਸ਼ ਤੋਂ ਬਚਾਉਣਾ, ਬਖਸ਼ਵਾਉਣਾ ਧੰਨ ਗੁਰੂ ਨਾਨਕ ਸਾਹਿਬ ਦਾ ਹੀ ਉੱਚ ਮਰਾਤਬੀ ਸੁੱਚ ਮਨਸਬੀ ਮਿਹਰਮਤੀ ਕੰਮ ਹੈ, ਜੋ ਕਿਸੇ ਵਲੀ ਔਲੀਏ ਅੰਬੀਏ ਪੀਰ ਪੈਗੰਬਰ ਅਵਤਾਰ ਦੇ ਵਿਰਸੇ ਵਿੱਚ ਨਹੀਂ ਆਇਆ। ਕਰਮ ਗਤੀ ਕਰਮਾਂ ਦੁਆਰਾ ਭੁਗਤਾਉਣ ਪਰਥਾਏ ਅਗਲੇਰਾ ਗੁਰਵਾਕ ਵੀ ਤਤ ਸਹੀ ਹੈ। ਯਥਾ ਗੁਰਵਾਕ ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ। ਕਉ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੈ। ਆਸਾ ਕਬੀਰ ਜੀਓ। ਕਰਮਾਂ ਦੇ ਗੇੜ ਨਾਲ ਹੀ ਜਨਮਾਂ ਦਾ ਫੇਰ ਫਿਰਕਰਾ ਪੈਦਾ ਹੁੰਦਾ ਹੈ। ਪੂਰਬਲੇ ਕਰਮਾਂ ਦੀ ਗਤੀ ਅਨੁਸਾਰ ਅਗਲੇਰੇ ਜਨਮ ਵਿੱਚ ਪੂਰਬਲੇ ਕਰਮਾਂ ਦੀ ਕਰਨੀ ਭਰਨੀ ਵਾਲੇ ਕਰਮ ਭੁਗਤਣੇ ਲਾਜ਼ਮੀ ਹਨ। ਭੁਗਤਾਉਣ ਹਾਰਾ ਭੁਗਤਾਉਂਦਾ ਹੈ। ਜਿਸ ਕਰਮ ਵਿਖੇ ਉਹ ਕਿਸੇ ਨੂੰ ਲਾਉਂਦਾ ਹੈ, ਤਿਸੇ ਵਿੱਚ ਹੀ ਕਰਮ ਭੁਗਤੂ ਪ੍ਰਾਣੀ ਲੱਗਦਾ ਹੈ। ਜਿੱਧਰ ਭੁਗਤਾਉਣ ਹਾਰਾ ਲਾਉਂਦਾ ਹੈ, ਤੈਸੇ ਹੀ ਕਰਮ ਹਰ ਪ੍ਰਾਣੀ ਕਮਾਉਂਦਾ ਹੈ। ਜੈਸਾ ਕਰਮ ਉਹਨਾਂ ਨੂੰ ਪਰਮਾਤਮਾ ਫਰਮਾਉਂਦਾ ਹੈ। ਇਹਨਾਂ ਕਰਮਗਤਾਂ ਦੀ ਕੈਦ ਤੋਂ ਅਤੇ 84 ਵਾਲੇ ਜਨਮ ਮਰਨ ਦੇ ਗੇੜ ਤੋਂ ਸੋਈ ਜਨ ਬਚਦਾ ਹੈ, ਜਿਸ ਉੱਪਰ ਟੁੱਟ ਕੇ ਆਪ ਤੁੱਠਾ ਸਤਿਗੁਰੂ ਆਪ ਆਪਣਾ ਦਰਸ ਉਸ ਨੂੰ ਪਿਟਾਉਂਦਾ ਹੈ। ਸਤਿਗੁਰੂ ਦਾ ਦਰਸ਼ਨ ਭੇਟ ਕੇ ਵਾਹਿਗੁਰੂ ਦੇ ਦਰਸ਼ਨ ਵਿੱਚ ਸਮਾ ਜਾਂਦਾ ਹੈ। ਫੇਰ ਜਨਮਾਂ ਦੇ ਗੇੜ ਵਿੱਚ ਨਹੀਂ ਆਉਂਦਾ। ਪੁਨਰਪ ਜਨਮ ਨਾ ਆਵੈ। ਤਿਸ ਭਾਵ ਪਰਥਾਏ ਅਗਲੇਰੇ ਗੁਰਵਾਕਮਈ ਦੁਤਕੀ ਭਲੀ ਕਟਦੀ ਹੈ। ਨਾਨਕ ਜਿਸੈ ਦਇਆਲ ਬੁਝਾਏ ਹੁਕਮ ਮਿਤ, ਜਿਸੈ ਭੁਲਾਏ ਆਪ ਮਰ ਮਰ ਜੰਮੈ ਨਿਤ। ਗੁਜਰੀ ਵਾਰ ਮਹਲਾ ਪੰਜਵਾਂ। ਭਾਵ ਜਿਸ ਉੱਪਰ ਵਾਹਿਗੁਰੂ ਦਇਆਲੂ ਹੋ ਜਾਂਦਾ ਹੈ, ਤਿਸ ਦਾ ਉਹ ਮਿੱਤਰ ਬਣ ਜਾਂਦਾ ਹੈ ਅਤੇ ਮਿੱਤਰ ਬਣਾ ਕੇ ਤਿਸ ਨੂੰ ਆਪਣਾ ਹੁਕਮ ਬੁਝਾ ਦਿੰਦਾ ਹੈ। ਹੁਕਮ ਬੁਝਾ ਕੇ ਉਸ ਤੋਂ ਉਹ ਹੁਕਮ ਰਜ਼ਾਈ ਕਰਮ ਕਰਾਉਂਦਾ ਹੈ। ਹੁਕਮ ਰਜ਼ਾਈ ਕਰਮ ਕਰਾ ਕੇ ਉਸ ਨੂੰ ਆਪਣੇ ਵਿਖੇ ਸਮਾਏ ਲੈਂਦਾ ਹੈ। ਇਉਂ ਉਸ ਦਾ ਜਨਮ ਮਰਨ ਮਿਟ ਜਾਂਦਾ ਹੈ ਅਤੇ ਇਉਂ ਸੱਚਾ ਨਿਰਵਾਣ ਪਦ ਉਸ ਨੂੰ ਮਿਲ ਜਾਂਦਾ ਹੈ। ਆਪੋਂ ਕੀਤੇ ਕਰਮਾਂ ਬਦਲੇ ਕਿਸੇ ਨੂੰ ਨਿਰਵਾਣ ਪਦ ਨਹੀਂ ਮਿਲਦਾ, ਸਗੋਂ ਕਰਮ ਫਾਸ ਹੀ ਉਸ ਦੇ ਗਲੇ ਪਈ ਰਹਿੰਦੀ ਹੈ। ਤੈਸੇ ਕਰਮ ਅਹੰਕਾਰੀ ਨੂੰ ਉਹ ਆਪਣੇ ਨਿਜ ਸਰੂਪ ਦੇ ਗਿਆਨ ਤੋਂ ਆਪ ਹੀ ਭੁਲਾਏ ਦਿੰਦਾ ਹੈ। ਉਸ ਦਾ ਭੁਲਾਇਆ ਹੋਇਆ ਉਹ ਜਨ ਭਰਮ ਭੁੱਲਾ ਹੀ ਭਟਕਦਾ ਅਤੇ ਭ੍ਰਮ ਭ੍ਰਮ ਚੋਟਾਂ ਖਾਂਦਾ ਰਹਿੰਦਾ ਹੈ। ਮੁੜ ਮੁੜ ਜੋਨੀਆਂ ਵਿੱਚ ਪੈਂਦਾ ਰਹਿੰਦਾ ਹੈ। ਨਿਤ ਆਉਂਦੇ ਗੇੜ ਉਹ ਜਮ ਜਮ ਮਰਦਾ ਹੈ ਅਤੇ ਮਰ ਮਰ ਜੰਮਦਾ ਹੈ। ਗੇੜ 84 ਦਾ ਕਦੇ ਮੁੱਕਦਾ ਹੀ ਨਹੀਂ। ਕੈਸੀ ਬੁਰੀ ਗਤੀ ਹੈ ਉਸ ਅਭਾਗੇ ਜੀਵ ਦੀ। ਦਰਅਸਲ ਉਸ ਦੇ ਆਪਣੇ ਕਰਮਾਂ ਦੀ ਹੀ ਕਰਤੂਤ ਹੈ। ਤਿਸੇ ਕਰਮਗਤ ਬਾਰੇ ਅਗਲਾ ਗੁਰਵਾਕ ਵੀ ਵਿਆਖਤ ਹੈ। ਯਥਾ ਗੁਰਵਾਕ
ਸਭ ਤੈਂ ਉਪਾਈ ਭਰਮ ਭੁਲਾਈ, ਜਿਸ ਤੂੰ ਦੇਵੈਂ ਤਿਸੈਂ ਬੁਝਾਈ। ਸਤਿਗੁਰ ਮਿਲੈ ਤਾਂ ਸਹਿਸਾ ਜਾਈ, ਕਿਸ ਹੋਂ ਪੂਜੋਂ ਦੂਜਾ ਨਦਰ ਨ ਆਈ। ਗੁਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ। ਭਾਵ ਸਾਰੀ ਸ੍ਰਿਸ਼ਟੀ ਕਰਤੇ ਪੁਰਖ ਨੇ ਆਪ ਹੀ ਸਾਜ ਕੇ ਉਪਾਈ ਹੈ ਤੇ ਆਪ ਹੀ ਇਸ ਰਚਨਾ ਦਾ ਖੇਡ ਰਚਾਏ ਕੇ ਆਪ ਹੀ ਆਪਣੀ ਉਪਾਈ ਸ੍ਰਿਸ਼ਟੀ ਭਰਮ ਭੁਲਾਈ ਹੈ ਅਤੇ ਜਿਸ ਨੂੰ ਆਪ ਕਰਨਹਾਰ ਕਰਤਾਰ ਸੁਮਤ ਦਿੰਦਾ ਹੈ ਤਿਸ ਨੂੰ ਆਪ ਹੁਕਮ ਬੁਝਾਏ ਕੇ ਸੁਮਾਰਗ ਪਾਏ ਲੈਂਦਾ ਹੈ ਅਤੇ ਸੱਚੇ ਸਤਿਗੁਰੂ ਦਾ ਮੇਲ ਮਿਲਾਏ ਦਿੰਦਾ ਹੈ। ਇਉਂ ਸੱਚੜਾ ਮੇਲ ਮਿਲਾਏ ਕੇ ਉਸ ਭਰਮ ਭੁਲਾਵੇ ਦਾ ਸੰਸਾ ਮਿਟਾ ਦਿੰਦਾ ਹੈ। ਜਿਸ ਦਾ ਭਰਮ ਭੁਲਾਵਾ ਮਿਟ ਜਾਂਦਾ ਹੈ ਤਿਸ ਨੂੰ ਇੱਕੋ ਅਕਾਲ ਹੀ ਅਕਾਲ ਨਦਰੀ ਆਉਂਦਾ ਹੈ। ਕਰਤਾ ਧਰਤਾ ਇੱਕੋ ਕਰਤਾ ਪੁਰਖ ਹੀ ਦੀਂਦਾ ਹੈ। ਉਹ ਇੱਕ ਅਕਾਲ ਨੂੰ ਛੱਡ ਕੇ ਦੂਜੇ ਦੀ ਉਪਾਸ਼ਨਾ ਵਿੱਚ ਨਹੀਂ ਲੱਗਦਾ। ਤਾਂ ਹੀ ਤੇ ਏਕੰਕਾਰ ਦੇ ਉਪਾਸ਼ਕ ਆਨ ਕਰਮਾਂ ਧਰਮਾਂ ਵਿੱਚ ਖਚਿਤ ਨਹੀਂ ਹੁੰਦੇ। ਇੱਕੋ ਸੱਚੇ ਸਿਫਤ ਸਲਾਹੀ ਕਰਮ ਗੁਰਮਤਿ ਨਾਮ ਦੇ ਸ਼ਦਾਈ ਹੀ ਬਣੇ ਰਹਿੰਦੇ ਹਨ। ਨਾਮ ਦੇ ਵਪਾਰੀ ਤੇ ਨਾਮ ਦੇ ਕਰਮਾਕਾਰੀ ਹੀ ਹੋਏ ਰਹਿੰਦੇ ਹਨ। ਦੁਤੀਏ ਭਾਵ ਦੀ ਕਰਮ ਉਪਾਸ਼ਨਾ ਵਿੱਚ ਨਹੀਂ ਪ੍ਰਵਿਰਤ ਹੁੰਦੇ। ਉੱਪਰਲੇ ਭਾਵ ਪਰਥਾਏ ਹੇਠਲਾ ਗੁਰਵਾਕ ਵੀ ਖੂਬ ਪ੍ਰੋੜਤਾ ਜਨਕ ਹੈ। ਯਥਾ ਗੁਰਵਾਕ ਕਰਮ ਸੁਕਰਮ ਕਰਾਏ ਆਪੇ, ਆਪੇ ਭਗਤ ਦ੍ਰਿੜਾਮੰ। ਮਨ ਮੁਖ ਝੂਠ ਲਾਹੈ ਭੈ ਮਾਨੰ, ਆਪੇ ਗਿਆਨ ਅਗਾਮੰ। ਗੁਰਦਾਤਾ ਮੇਲੇ ਤਾਂ ਮਤ ਹੋਵੈ, ਨਿਗੁਰੇ ਮਤ ਨ ਕਾਈ। ਜਿਉ ਚਲਾਏ ਤਿਉ ਚਾਲੈ ਭਾਈ, ਹੋਰ ਕਿਆ ਕੋ ਕਰੇ ਚਤੁਰਾਈ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਜੇ ਤੁਧ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਸੇਵਾ ਕਰੀ ਜੇ ਕਿਛ ਹੋਵੈ, ਆਪਣਾ ਜਿਉ ਪਿੰਡ ਤੁਮਹਾਰਾ। ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ। ਸੂਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀ ਚੌਤੁਕੀ। ਵਿਆਖਿਆ। ਸਧਾਰਨ ਸੁਤੇ ਸੁਭਾਵੀ ਕਰਮ ਅਤੇ ਸੁਕ੍ਰਿਤ ਕੀਰਤੀ ਸ਼ੁਭ ਕਰਮ ਕਰਾਵਣ ਹਾਰਾ ਉਹ ਆਪ ਕਰਤਾ ਪੁਰਖ ਹੀ ਹੈ ਜੋ ਕਰਨ ਕਾਰਨ ਸਮਰੱਥ ਹੈ। ਸਭ ਤੋਂ ਸ੍ਰੇਸ਼ਟ ਕਰਮ ਸਿਫਤ ਸਲਾਹ ਅਰਥਾਤ ਗੁਰਮਤਿ ਨਾਮ ਜਿਸ ਨੂੰ ਪੱਕਾ ਕਰਕੇ ਦ੍ਰਿੜਾਉਣਾ ਹੁੰਦਾ ਹੈ ਉਸ ਨੂੰ ਦ੍ਰਿੜ ਕਰਾਉਂਦਾ ਹੈ। ਦ੍ਰਿੜਾਵਣ ਹਾਰ ਗੁਰ ਕਰਤਾਰ ਭਾਏ ਭਾਉ ਭਗਤੀ ਪਾਤਰਾਂ ਤੋਂ ਆਪ ਹੀ ਸੱਚੀ ਭੈ ਭਾਉ ਭਾਵਨਾ ਮਨਾਏ ਕੇ ਤਿਨਾਂ ਦੇ ਮਨਾਂ ਤੋਂ ਮੁੱਖ ਰਸਨਾਵਾਂ ਤੋਂ ਕੁਸਤਤੀ ਮਈ ਝੂਠ ਲਹਾ ਉਤਰਾ ਦਿੰਦਾ ਹੈ। ਮਨ ਅੰਦਰ ਮੁੱਖ ਰਸਨਾ ਉੱਪਰ ਨਾਮ ਰਸ ਵਸਾ ਕੇ ਰਸਾ ਕੇ ਤਿਨਾਂ ਨੂੰ ਆਪੇ ਹੀ ਆਪਣੇ ਅਗਮ ਗਿਆਨ ਦੀ ਗਮਤਾ ਬਖਸ਼ਦਾ ਹੈ। ਨਾ ਸੋਝੀ ਵਿੱਚ ਆਉਣ ਵਾਲੇ ਅਗੋਚਰ ਨਿਜ ਸਰੂਪੀ ਗਿਆਨ ਦੀ ਸੋਝੀ ਸੁਝਾਉਂਦਾ ਹੈ। ਇਸ ਗਿਆਨ ਸੂਝ ਵਾਲੀ ਮਤ ਸੁਮਤ ਤਿਸ ਨੂੰ ਹੀ ਆਉਂਦੀ ਹੈ ਜਿਸ ਨੂੰ ਵਾਹਿਗੁਰੂ ਆਪਣੀ ਕਿਰਪਾ ਕਰ ਸਤਿਗੁਰੂ ਦਾਤੇ ਨਾਮ ਦਾਤੇ ਦੇ ਮਿਲਾਪ ਦੀ ਦਾਤ ਬਖਸ਼ੇ। ਗੁਰੂ ਹੀਣੇ ਨਿਗੁਰੇ ਪ੍ਰਾਣੀ ਨੂੰ ਇਹ ਮਤ ਸੁਮਤ ਕਾਈ ਵੀ ਰਾਈ ਮਾਤਰ ਨਹੀਂ ਆਉਂਦੀ। ਆਪੋਂ ਕਿਸੇ ਨੂੰ ਵੀ ਗੁਰਮਤ ਸੁਮਤੜੀ ਨਹੀਂ ਆ ਸਕਦੀ, ਗੁਰੂ ਦੁਆਰਾ ਹੀ ਆ ਸਕਦੀ ਹੈ। ਸਤਿਗੁਰੂ ਸੱਚੜੇ ਦਾ ਸੱਚਾ ਮਿਲਾਪ ਜਿਸ ਨੂੰ ਵਾਹਿਗੁਰੂ ਕਰਾਵੇ ਤਿਸੈ ਨੂੰ ਹੀ ਹੋ ਸਕਦਾ ਹੈ। ਜਿਉਂ ਚਲਾਏ ਤਿਉਂ ਚਾਲੈ ਭਾਈ। ਜਿਵੇਂ ਹੁਕਮੀ ਹੁਕਮ ਚਲਾਉਣ ਹਾਰਾ ਵਾਹਿਗੁਰੂ ਆਪਣੀ ਹੁਕਮ ਰਜ਼ਾ ਅਨੁਸਾਰ ਸਾਨੂੰ ਕਲਯੁਗੀ ਜੀਵਾਂ ਨੂੰ ਚਲਾਏ ਤਿਵੇਂ ਹੀ ਅਸੀਂ ਚੱਲਦੇ ਹਾਂ। ਕਿਸੇ ਦੀ ਆਪਣੀ ਚਤੁਰਾਈ ਕੀਤਿਆਂ ਕੁਝ ਨਹੀਂ ਹੋ ਸਕਦਾ, ਚਾਹੇ ਕਿਤਨੀ ਹੀ ਕੋਈ ਚਤੁਰਾਈ ਕਰੇ। ਜਿਨ੍ਹਾਂ ਤੇ ਕਰੋਪੀ ਹੁੰਦੀ ਹੈ ਉਹਨਾਂ ਨੂੰ ਸੁਮਤ ਨਹੀਂ ਆਉਂਦੀ। ਉਹ ਆਪਣੀ ਹੀ ਮੂੜ ਮਤ ਦੇ ਭਰਮਾਏ ਹੋਏ ਹੀ ਚੱਲਦੇ ਹਨ। ਉਹਨਾਂ ਦੀ ਮੂੜ ਮਤ ਦੀ ਸਜ਼ਾ ਕਰਤੇ ਪੁਰਖ ਵੱਲੋਂ ਇਹੋ ਮਿਲਣੀ ਹੈ ਕਿ ਉਹ ਭਰਮ ਭੁਲਾਏ ਭੁੱਲੇ ਹੀ ਰਹਿੰਦੇ ਹਨ ਅਤੇ ਜਿਨ੍ਹਾਂ ਉੱਤੇ ਕਿਰਪਾਲੂ ਕਰਤੇ ਪੁਰਖ ਦੀ ਕਿਰਪਾ ਹੁੰਦੀ ਹੈ ਉਹ ਨਾਮ ਭਗਤੀ ਵਿੱਚ ਰੱਤੇ ਹੀ ਰਹਿੰਦੇ ਹਨ, ਭਗਤੀ ਦੇ ਰੰਗ ਲਾਏ ਹੋਏ ਹੀ ਲੱਗਦੇ ਹਨ। ਹੇ ਵਾਹਿਗੁਰੂ, ਤੇਰਾ ਇਹ ਖੇਲ ਅਪਰ ਅਪਾਰ ਹੈ। ਇਸ ਵਿੱਚ ਕਿਸੇ ਦਾ ਕਿੰਤੂ ਕਰਨ ਵਾਲਾ ਚਾਰਾ ਨਹੀਂ ਚੱਲਦਾ। ਇਹ ਉਸ ਦਾ ਅਹਿਮਕਪੁਣਾ ਹੈ ਜੇ ਕੋਈ ਇਉਂ ਕਹੇ ਕਿ ਉਹ ਕਿਉਂ ਭਰਮ ਭੁਲਾਉਂਦਾ ਹੈ ਪ੍ਰਾਣੀਆਂ ਨੂੰ ਅਤੇ ਕਿਸੇ ਨੂੰ ਭਰਮ ਭੁਲਾਉਂਦਾ ਹੈ ਤੇ ਕਿਸੇ ਨੂੰ ਭਗਤੀ ਲਾਉਂਦਾ ਹੈ। ਇਹ ਵਰਤਾਰਾ ਕਿਵੇਂ ਵਰਤਾਉਂਦਾ ਹੈ? ਇਹ ਨਿਰਾ ਅਹੰਗ ਮਤਾਰਾ ਹੈ। ਅਲਪਗ ਮਤੀਆਂ ਵਾਲੇ ਉਸ ਸਰਬੱਗ ਪੁਰਖ ਦੀ ਸਰਬਗਤਾ ਵਾਲੀ ਗਤੀ ਨੂੰ ਕਿਵੇਂ ਪਹੁੰਚ ਸਕਦੇ ਹਨ? ਹੇ ਵਾਹਿਗੁਰੂ, ਤੇਰਾ ਖੇਲ ਅਪਾਰਾ ਹੈ। ਸਰਬੱਤਰ ਅਲਪਗ ਜੀਵਾਂ ਉੱਤੇ ਤੂੰ ਆਪ ਆਪਣੇ ਭਾਣੇ ਦਾ ਹੁਕਮ ਚਲਾਵਣ ਹਾਰਾ ਹੈ। ਜਿਹੋ ਜਿਹੇ ਕਰਮ ਜੀਵ ਕਮਾਉਂਦੇ ਹਨ
ਤਿਹੋ ਜਿਹੇ ਹੀ ਤਿਨਾਂ ਨੂੰ ਫਲ ਮਿਲਦੇ ਹਨ। ਫਲ ਦੇਵਨਹਾਰਾ ਵਾਹਿਗੁਰੂ ਆਪ ਹੈ। ਕਰਮ ਸੁਕਰਮੀ ਫਲ ਦਾਤਾਰ ਵੀ ਉਹ ਆਪ ਹੈ। ਫਲਾਂ ਰੂਪੀ ਕਰਮ ਭੁਗਤਾਉਣੀ ਗਤੀ ਵੀ ਉਹ ਆਪ ਹੀ ਵਰਤਾਉਂਦਾ ਹੈ। ਜਿਤ ਤੁਧ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਦਾ ਭਾਵ ਇਉਂ ਉੱਪਰ ਦੀ ਵਿਆਖਿਆ ਅਨੁਸਾਰ ਮਿਲਾਇਆ ਮਿਲਦਾ ਹੈ। ਆਪਣੇ ਹੁਕਮ ਅਨੁਸਾਰ ਚਲਾਵਣ ਹਾਰਾ ਤੂੰ ਆਪ ਹੈ। ਜੇ ਕੋਈ ਆਪਣੀ ਅਹੰਗ ਮਤ ਕਰ ਇਉਂ ਆਖੇ ਕਿ ਮੈਂ ਸੇਵਾ ਕਰਦਾ ਹਾਂ, ਉਸ ਦਾ ਇਉਂ ਆਖਣਾ ਬਿਰਥਾ ਹੈ। ਨਾਦਾਨੀ ਭਰਿਆ ਮਤਸਰੀ ਹੰਕਾਰ ਹੈ। ਜਿਉ ਪਿੰਡ ਜਿਸ ਦੁਆਰਾ ਉਹ ਸੇਵਾ ਕਰਦਾ ਹੈ, ਉਹ ਤਾਂ ਸਭ ਕੁਝ ਉਸੇ ਦਾ ਹੈ। ਹੇ ਵਾਹਿਗੁਰੂ ਜੀਓ, ਪਿੰਡ ਸਭ ਤੇਰਾ ਹੀ ਹੈ, ਜਿਸ ਦੁਆਰਾ ਸੇਵਾ ਕਰਨਹਾਰਾ ਸੇਵਾ ਕਰਦਾ ਕਮਾਉਂਦਾ ਹੈ। ਜੇ ਕੁਝ ਆਪਣਾ ਹੋਵੇ, ਪਿੰਡ ਸਰੀਰ ਵੀ ਆਪਣਾ ਹੋਵੇ, ਤਾਂ ਵੀ ਇਉਂ ਕਹਿੰਦਾ ਅਲਪਗ ਜੀਵ ਸ਼ੋਭ ਸਕਦਾ ਹੈ ਕਿ ਮੈਂ ਸੇਵਾ ਕਰਦਾ ਹਾਂ। ਜਦ ਉਸ ਦਾ ਜੀਵ ਦਾ ਹੈ ਹੀ ਕੁਛ ਨਹੀਂ, ਸਭ ਕੁਝ ਦਿੱਤਾ ਗੁਰੂ ਦਾ ਤਾਰਦਾ ਹੈ, ਤਾਂ ਇਹੀ ਕਹਿਣਾ ਫਬਦਾ ਹੈ ਕਿ ਹੇ ਕਰਤਾਰ, ਤੇਰੀ ਕਰਾਈ ਹੀ ਸੇਵਾ ਹੋ ਸਕਦੀ ਹੈ। ਆਪੇ ਕੋਈ ਡੀਂਗ ਨਹੀਂ ਮਾਰ ਸਕਦਾ ਕਿ ਮੈਂ ਸੇਵਾ ਖੁਦ ਕਰਦਾ ਹਾਂ। ਪਰੰਤੂ ਇਹ ਸੁਮਤ ਉੱਪਰ ਲਿਖੇ ਅਨੁਸਾਰ ਸਮਝਣ ਦੀ ਉਸੇ ਨੂੰ ਆ ਸਕਦੀ ਹੈ ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦਸ਼ਮੇਸ਼ ਦਾ ਸੱਚਾ ਮਿਲਾਪ ਹੋ ਜਾਵੇ ਅਤੇ ਗੁਰੂ ਦੀ ਕਿਰਪਾ ਪ੍ਰਸਾਦ ਕਰ ਉਸ ਨੂੰ ਅੰਮ੍ਰਿਤ ਨਾਮ ਦੀ ਅੰਮ੍ਰਿਤ ਦਾਤ ਮਿਲ ਜਾਵੇ। ਅੰਮ੍ਰਿਤ ਨਾਮ ਦੀ ਅੰਮ੍ਰਿਤ ਰਸਾਇਣੀ ਸਿਮਰਨ ਕਮਾਈ ਦੁਆਰਾ ਦਿਵ ਦ੍ਰਿਸ਼ਟੀ ਬ੍ਰਹਮ ਗਿਆਨੀ ਦੀ ਖੁੱਲਦੀ ਹੈ। ਸਾਰਾ ਜਗਤ ਸੰਸਾਰ ਨਾਮਹੀਣਾ ਹੋਣ ਕਰ ਨਿਰਧਨ ਕੰਗਾਲ ਹੈ। ਨਾਮ ਧਨ ਬਿਨਾ ਹੋਰ ਧਨ ਕੁੜਾਵਾ ਹੈ। ਇਸ ਕੁੜਾਵੇ ਮਾਇਆ ਰੂਪੀ ਧਨ ਨਾਲ ਕੋਈ ਰੱਜਿਆ ਨਹੀਂ, ਕਿਸੇ ਦੀ ਭੁੱਖ ਨਹੀਂ ਲੈਂਦੀ, ਕਿਸੇ ਨੂੰ ਤ੍ਰਿਪਤ ਨਹੀਂ ਆਉਂਦੀ। ਤ੍ਰਿਪਤੀ ਬਾਝੋਂ ਸੁਖ ਕਿੱਥੇ। ਤ੍ਰਿਸ਼ਨਾ ਫਾਸੇ ਲੋਕ ਕੰਗਲਿਆਂ ਦੇ ਮਗਰ ਲੱਗ ਕੇ ਕੰਗਲੇ ਹੀ ਰਹਿੰਦੇ ਹਨ। ਨਾਮ ਬਿਨਾ ਤ੍ਰਿਪਤ ਕਦੇ ਨਹੀਂ ਆਉਂਦੀ। ਕੰਗਾਲਤਾ, ਕੰਗਲਾਪਣ ਅਤੇ ਨਿਰਧਨਤਾ ਹੀ ਰਹਿੰਦੀ ਹੈ। ਸਾਰਾ ਜਗਤ ਨਾਮ ਤੋਂ ਸੁੰਝਾ ਹੋਣ ਕਰਕੇ ਦੂਜੇ ਭਾਵ ਵਿੱਚ ਭਰਮ ਭੁਲਾਇਆ ਫਿਰਦਾ ਹੈ। ਆਪਣੀ ਹਉਮੈ ਦੇ ਕਾਰਨ ਹੀ ਦੁਖੀਆ ਹੋ ਰਿਹਾ ਹੈ। ਹਉਮੈ ਕਰਕੇ ਹੀ ਦੁੱਖ ਆਉਂਦਾ ਹੈ। ਹਉਮੈ ਅੰਦਰ ਕਰਮ ਕਮਾਵਣ ਕਰ ਹੀ ਉਸ ਨੂੰ ਕਰਤੇ ਪੁਰਖ ਵੱਲੋਂ ਇਸ ਬੇਮੁਖਤਾ ਦੀ ਸਜ਼ਾ ਮਿਲਦੀ ਹੈ ਕਿ ਉਹ ਭਰਮ ਭੁਲਾਇਆ ਹੋਇਆ ਦੁਖੜੇ ਸਹਿੰਦਾ ਹੈ। ਆਪਣੇ ਕੀਤੇ ਕਰਮਾਂ ਦੇ ਅਫਰੇਮੇ ਕਾਰਨ ਹੋਰ ਹਉਮੈ ਵੱਧਦੀ ਹੈ। ਹੁਕਮ ਰਜ਼ਾਈ ਕਰਮਾਂ ਦੇ ਕਰਨ ਕਰ ਹੀ ਕਾਲ ਥਾਂ ਪੈਂਦੀ ਹੈ ਅਤੇ ਪ੍ਰਾਪਤੀ ਤ੍ਰਿਪਤਾਵਤੀ ਹੁੰਦੀ ਹੈ। ਹਉਮੈ ਅੰਦਰ ਆਪਣੇ ਕੀਤੇ ਕਰਮਾਂ ਦੀਆਂ ਤ੍ਰਿਸ਼ਨਾਵਾਂ ਲੁਚਾਵਾਂ ਕੀਤਿਆਂ ਕੁਛ ਨਹੀਂ ਬਣਦਾ, ਨਾ ਕੁਛ ਪਾਈਦਾ ਪਾ ਸਕੀਦਾ ਹੈ, ਚਾਹੇ ਕਿਤਨੀਆਂ ਹੀ ਬਹੁਤੀਆਂ ਲੋਚਣੀਆਂ ਲਈ ਲੋਚਦਾ ਫਿਰੇ। ਹਉਮੈ ਅੰਦਰ ਕੀਤੇ ਕਰਮਾਂ ਨਾਲ ਤਾਂ 84 ਦੇ ਗੇੜ ਵਿੱਚ ਹੀ ਪਈਦਾ ਹੈ। ਹਉਮੈ ਅੰਦਰ ਕਰਮ ਕਮਾਉਣ ਵਾਲੇ ਦਾ ਆਉਣਾ ਜਾਣਾ ਮਰਨਾ ਜੰਮਣਾ ਕਦੇ ਮੁੱਕਦਾ ਹੀ ਨਹੀਂ। ਇਸ ਗੇੜ ਤੋਂ ਛੁਟਕਾਰਾ ਹੁੰਦਾ ਹੈ ਤਾਂ ਕੇਵਲ ਗੁਰ ਸ਼ਬਦ ਦੀ ਕਮਾਈ ਕੀਤਿਆਂ ਹੀ ਹੁੰਦਾ ਹੈ। ਇਹ ਫੈਸਲਾ ਕਰਮਾਂ ਦੇ ਨਿਬੇੜੇ ਦਾ, 84 ਦੇ ਗੇੜੇ ਤੋਂ ਛੁਟਕਾਰੇ ਦਾ ਕਰਨਹਾਰ ਕਰਤਾਰ ਦੇ ਵੱਸ ਹੈ। ਉਸ ਤੋਂ ਬਿਨਾਂ ਦੂਜਾ ਕੋਈ ਹੋਰ ਨਿਬੇੜਾ ਕਰਨਹਾਰਾ ਨਹੀਂ ਹੈ। ਯਥਾ ਗੁਰਵਾਕ। ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ, ਬਿਨ ਨਾਮੈ ਤ੍ਰਿਪਤ ਨਾਹੀਂ। ਦੂਜੈ ਭਰਮ ਭੁਲਾਇਆ ਹਉਮੈ ਦੁਖ ਪਾਹੀਂ, ਬਿਨ ਕਰਮਾ ਕਿਛੂ ਨਾ ਪਾਈਐ। ਜੇ ਬਹੁਤ ਲੋ ਚਾਹੀਂ, ਆਵੈ ਜਾਏ ਜੰਮੈ ਮਰੈ। ਗੁਰ ਸ਼ਬਦ ਛੁਟਾਹੀਂ, ਆਪ ਕਰੈ ਕਿਸ ਆਖੀਐ, ਦੂਜਾ ਕੋ ਨਾਹੀਂ। ਮਾਰੂ ਵਾਰ ਮਹਲਾ ਤੀਜਾ। ਕਰਮਾਂ ਦੇ ਗਤ ਅਵਗਤੀ ਨਿਚੋੜ ਨਿਬੇੜੇ ਅਨੁਸਾਰ ਪ੍ਰਾਲਬਦੀ ਨਿਖੇੜ ਮੂਜਬ ਹਰ ਇੱਕ ਪ੍ਰਾਣੀ ਸੋਈ ਕਰਮ ਕਮਾਉਂਦਾ ਹੈ ਜੋ ਗੁਰੂ ਕਰਤਾਰ ਦਾ ਹੁਕਮ ਇਸ ਦੀ ਫਰਮਾਨ ਕਰਾਉਂਦਾ ਹੈ। ਜਿਹਾ ਉਹ ਆਪ ਫਰਮਾਉਂਦਾ ਹੈ, ਤੇ ਹੀ ਪ੍ਰਾਣੀ ਕਰਮ ਕਮਾਉਂਦਾ ਹੈ। ਯਥਾ ਗੁਰਵਾਕ। ਸੋਈ ਕਰਮ ਕਮਾਵੈ ਪ੍ਰਾਣੀ, ਜਿਹਾ ਤੂੰ ਫਰਮਾਏ। ਤੁਖਾਰੀ ਛੰਤ ਮਹਲਾ ਪੰਜਵਾਂ। ਹੁਕਮ ਫਰਮਾਨ ਅਨੁਸਾਰ ਜਨਮ, ਹੁਕਮ ਅੰਦਰ ਹੀ ਕਰਮ, ਸਭ ਕਰਤੇ ਦਾ ਹੀ ਫਰਮਾਨ ਹੈ। ਹੁਕਮੀ ਸਾਹਿਬ ਦੇ ਹੁਕਮ ਫਰਮਾਨੀ ਕਰਮ ਪ੍ਰਾਣੀ ਨੂੰ ਅਵਸ਼ ਕਰਨੇ ਪੈਂਦੇ ਹਨ। ਇਹ ਅਵਸ਼ਕਾਰੀ ਕਰਮ ਜਨਮ ਦੇ ਨਾਲ ਹੀ ਲਿਖੇ ਹੋਏ ਹੁੰਦੇ ਹਨ। ਜਿਹਾ ਜਨਮ ਤੇਹਾ ਕਰਮ। ਕਰਮ ਭੁਗਤਾ ਇੱਕੇ ਹੀ ਜਨਮ ਭੁਗਤਾਇਆ ਜਾਂਦਾ ਹੈ। ਭੁਗਤਾਉਣ ਹਾਰਾ ਕਰਮ ਵਿਧਾਤਾ ਆਪ ਹੈ, ਹੋਰ ਕੋਈ ਨਹੀਂ।
ਜਦੋਂ ਤਾਈਂ ਪ੍ਰਾਣੀ ਹਉਮੈ ਮੋਹ ਅਤੇ ਭਰਮ ਦਾ ਪ੍ਰੀਤਿਆਗ ਕਰਕੇ ਸਿਫਤ ਸਲਾਹ ਦੀ ਪਟੜੀ ਤੇ ਨਹੀਂ ਪੈਂਦਾ, ਤਦ ਤਾਈਂ ਪ੍ਰੇਮ ਦਾ ਸੱਚਾ ਮਾਰਗ ਉਸ ਨੂੰ ਨਹੀਂ ਮਿਲਦਾ, ਮਿਲਾਇਆ ਹੀ ਮਿਲਦਾ ਹੈ। ਭਰਮਗੜ੍ਹ ਤੋੜਿਆ ਹੈ ਜਿਨ੍ਹਾਂ ਦਾ, ਤਿਨਾਂ ਨੂੰ ਹੀ ਪ੍ਰੇਮ ਸੁਮਾਰਗੀ ਪੈਂਡਾ ਪ੍ਰਾਪਤ ਹੁੰਦਾ ਹੈ। ਤਿਸ ਭਾਵ ਪਰਥਾਏ ਕਿਆ ਹੀ ਸੁੰਦਰ ਗੁਰਵਾਕ ਉਚਾਰਨ ਹੋਇਆ ਹੈ। ਯਥਾ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾਂ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਅਹਨਸ ਜਾਗੈ ਨੀਂਦ ਨ ਸੋਵੈ, ਸੋ ਜਾਣੈ ਜਿਸ ਵੇਦਨ ਹੋਵੈ। ਪ੍ਰੇਮ ਕੇ ਕਾਨ ਲਗੇ ਤਨ ਭੀਤਰ, ਵੈਦ ਕੇ ਜਾਣੈ ਕਾਰੀ ਜੀਓ। ਜਿਸਨੋ ਸਾਚਾ ਸਿਫਤੀ ਲਾਏ, ਗੁਰਮੁਖ ਵਿਰਲੇ ਕਿਸੈ ਬੁਝਾਏ। ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਾਪਾਰੀ ਜੀਓ। ਰਹਾਓ। ਫਿਰ ਸੇਤੀ ਧਨ ਪ੍ਰੇਮ ਰਚਾਏ, ਗੁਰ ਕੈ ਸ਼ਬਦ ਤਥਾ ਚਿਤ ਲਾਏ। ਸਹਿਜ ਸੇਤੀ ਧਨ ਖਰੀ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ ਜੀਓ। ਸਹਿਸਾ ਤੋੜੇ ਭਰਮ ਚੁਕਾਏ, ਸਹਿਜੇ ਸਿਫਤੀ ਤਣਖ ਚੜਾਏ। ਗੁਰ ਕੈ ਸ਼ਬਦ ਮਰੈ ਮਨ ਮਾਰੇ, ਸੁੰਦਰ ਜੋਗਾਧਾਰੀ ਜੀਓ। ਹਉਮੈ ਜਲਿਆ ਮਨੋ ਵਿਸਾਰੇ, ਜੰਪੁਰ ਵੱਜੈ ਖੜਗ ਕਰਾਰੇ। ਅਬ ਕੈ ਕਹਿਆ ਨਾਮ ਨ ਮਿਲਈ, ਤੂੰ ਸੋ ਜੀੜੇ ਭਾਰੀ ਜੀਓ। ਮਾਇਆ ਮਮਤਾ ਪਵੈ ਖਿਆਲੀ, ਜੰਪੁਰ ਫਾਸੈ ਗਾ ਜਮ ਜਾਲੀ। ਹੇਤ ਕੇ ਬੰਧਨ ਤੋੜ ਨ ਸਾਕੈ, ਤਾਂ ਜਮ ਕਰੇ ਖੁਆਰੀ ਜੀਓ। ਨਾ ਹੋ ਕਰਤਾ ਨਾ ਮੈਂ ਕੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸ਼ਰਨ ਤੁਮਹਾਰੀ ਜੀਓ। ਤਤ ਭਾਵ ਵਿਆਖਿਆ। ਅਸਥਾਈ ਰਹਾਉ ਵਾਲੀਆਂ ਪੰਕਤੀਆਂ ਇਹ ਤਤ ਕਰਮ ਸਾਰੀ ਸਾਰ ਭੇਦ ਪ੍ਰਗਟਾਉਂਦੀਆਂ ਹਨ ਕਿ ਸੱਚਾ ਸਿਫਤੀ ਸੁਰ ਵਾਹਿਗੁਰੂ ਆਪ ਜਿਸ ਨੂੰ ਸਿਫਤ ਸਲਾਹ ਬਖਸ਼ਦਾ ਹੈ, ਸੋਈ ਗੁਰਮੁਖ ਜਨ ਸਿਫਤ ਸਲਾਹੀ ਅਭਿਆਸ ਕਮਾਈਆਂ ਵਿੱਚ ਤਤਪਰ ਹੋ ਕੇ ਲੱਗਦਾ ਹੈ। ਵਿਰਲੇ ਕਿਸੇ ਗੁਰਮੁਖ ਨੂੰ ਹੀ ਇਹ ਰਾਜ਼ ਸੱਚੀ ਸਿਫਤ ਸਲਾਹ ਗੁਰਮਤ ਨਾਮ ਗੁਰਮੰਤਰ ਦਾ ਦੱਸਦਾ ਬੁਝਾਉਂਦਾ ਹੈ। ਆਪੇ ਹੀ ਨਾਮ ਅੰਮ੍ਰਿਤ ਦੇ ਵਪਾਰੀ ਅੰਮ੍ਰਿਤ ਛਕਣ ਦੇ ਅਧਿਕਾਰੀ ਲੱਭ ਲੈਂਦਾ ਹੈ। ਤਿਨਾਂ ਨੂੰ ਆਪ ਹੀ ਅੰਮ੍ਰਿਤ ਦੀ ਸਾਰ ਜਣਾਏ ਦਿੰਦਾ ਹੈ। ਅੰਮ੍ਰਿਤ ਦੀ ਸੱਚੀ ਸਾਰ ਜਾਣਨ ਹਾਰੇ ਹੀ ਅੰਮ੍ਰਿਤ ਪਦਾਰਥ ਦੇ ਵਪਾਰੀ ਬਣਦੇ ਹਨ, ਬਣਾਏ ਹੀ ਬਣਦੇ ਹਨ, ਆਪੇ ਹੀ ਬਣਾਉਂਦਾ ਹੈ। ਐਸੇ ਵਾਹਿਗੁਰੂ ਦੇ ਆਪ ਬਣਾਏ ਹੋਏ ਅੰਮ੍ਰਿਤ ਦੇ ਵਪਾਰੀ ਅੰਮ੍ਰਿਤ ਨਾਮ ਦੀ ਕਮਾਈ ਕਰਦੇ ਹੋਏ ਦਿਨੇ ਰਾਤ ਨਾਮ ਅਭਿਆਸ ਕਮਾਈ ਕਰਨ ਵਿੱਚ ਜੁਟੇ ਹੀ ਰਹਿੰਦੇ ਹਨ। ਗਫਲਤ ਦੀ ਨੀਂਦੇ ਨਹੀਂ ਸੌਂਦੇ, ਅਰਥਾਤ ਅਭਿਆਸ ਕਮਾਈ ਤੋਂ ਗਾਫਲ ਹੋ ਕੇ ਇੱਕ ਛਿਨ ਵੀ ਕਮਾਈ ਕਰਨੋਂ ਨਹੀਂ ਅਵੇਸਲੇ ਹੋ ਕੇ ਰਹਿੰਦੇ ਬਹਿੰਦੇ। ਸਾਵਧਾਨ ਸੁਜਾਨ ਹੋ ਕੇ ਅਭਿਆਸ ਕਮਾਈਆਂ ਵਿੱਚ ਹੀ ਰਾਤ ਦਿਨੇ ਜਾਗਦੇ ਰਹਿੰਦੇ ਹਨ। ਇੱਕ ਪਲਕ ਭਰ ਵੀ ਨਹੀਂ ਸੌਂਦੇ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀਆਂ ਕਾਨੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ, ਉਹਨਾਂ ਨੂੰ ਕਾਹਨੂੰ ਨੀਂਦ ਆਉਂਦੀ ਹੈ? ਇਸ ਵੇਦਨੀ ਵਿਵਸਥਾ ਨੂੰ ਸੋਈ ਜਾਣਦੇ ਹਨ ਜਿਨ੍ਹਾਂ ਨਾਲ ਵਾਪਰੀ ਵਰਤੀ ਹੋਈ ਹੁੰਦੀ ਹੈ। ਉਹ ਜੇ ਇੱਕ ਛਿਨ ਵੀ ਨਾਮ ਅਭਿਆਸ ਤੋਂ ਵਿਰਵੇ ਹੋ ਜਾਂਦੇ ਹਨ ਤਾਂ ਉਹਨਾਂ ਦੇ ਭਾਅ ਦੀ ਬਣ ਜਾਂਦੀ ਹੈ, ਉਹਨਾਂ ਦੀ ਜਾਨ ਲੱਭਾਂ ਤੇ ਆ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉਂ ਦੇ ਭਾਵ ਵਾਲੀ ਘਟਨਾ ਉਹਨਾਂ ਤੇ ਐਨ ਘਟਦੀ ਹੈ। ਨਾਮ ਸਿਮਰਨ ਆਖਣ ਭਾਖਣ ਹੀ ਉਹਨਾਂ ਦਾ ਜੀਵਨ ਆਧਾਰ ਹੈ, ਪਰ ਨਾਮ ਤੋਂ ਵਿਸਰਜਿਤ ਹੋਇਆਂ ਵਿਸਰਿਆਂ ਉਹਨਾਂ ਦਾ ਮਰਨ ਹੋ ਜਾਂਦਾ ਹੈ। ਇੱਕ ਛਿਨ ਨਾਮ ਤੋਂ ਵਿਸਰਨ ਦੀ ਪੀੜ ਉਹਨਾਂ ਲਈ ਮਰਨ ਦੀ ਪੀੜ ਵੇਦਨ ਸਦਰਸ ਹੈ। ਐਸੀ ਪ੍ਰੇਮ ਵੇਦਨ ਵਾਲੇ ਹੀ ਅਹਨਸ ਸਿਮਰਨ ਵਿੱਚ ਜਾਗਦੇ ਹਨ ਅਤੇ ਇੱਕ ਨਿਮਖ ਮਾਤਰ ਨਹੀਂ ਸੌਂਦੇ। ਜਿਨ੍ਹਾਂ ਨੂੰ ਸੱਚੇ ਰੱਬੀ ਪ੍ਰੇਮ ਇਸ਼ਕ ਪਰਮਾਰਥੀ ਦੀਆਂ ਸੱਚੀਆਂ ਲਿੱਲਾਂ ਲੱਗੀਆਂ ਹੋਈਆਂ ਹਨ, ਸੋਈ ਇਸ ਵੇਦਨੀ ਵਿਵਸਥਾ ਦੀ ਸਾਰ ਜਾਣਦੇ ਹਨ। ਜਿਨ੍ਹਾਂ ਦਾ ਹੀਰਾ ਜੀਰਾ ਪ੍ਰੇਮ ਦੇ ਤੀਰਾਂ ਨਾਲ ਵਿੰਨਿਆ ਹੋਇਆ ਹੁੰਦਾ ਹੈ, ਉਹਨਾਂ ਦੇ ਹਾਲ ਦੀ ਔਖ ਦੀ, ਉਹਨਾਂ ਦਾ ਦੁਖਦਾਰਨੀ ਦਾਰੂ ਇਹ ਦੁਨਿਆਵੀ ਵੈਦ ਹਕੀਮ ਕੀ ਜਾਣਦੇ ਹਨ? ਜਾਣ ਹੀ ਨਹੀਂ ਸਕਦੇ। ਪ੍ਰੀਤਮ ਪਰਮਾਤਮਾ ਰੂਪੀ ਖਸਮ ਸੇਤੀ ਐਸਾ ਵੇਦਨੀ ਪ੍ਰੇਮ ਕੋਈ ਵਿਰਲੀ ਵਡਭਾਗਣ ਪਰਮਾਰਥੀ ਜਗਿਆਸਾ ਵਾਲੀ ਜਗਿਆਸਣ ਇਸਤਰੀ ਹੀ ਰਚਾਉਂਦੀ ਹੈ। ਪਰ ਜਦ ਰਚਾਉਂਦੀ ਹੈ ਤਦ ਗੁਰ ਕੇ ਸ਼ਬਦ ਦੁਆਰਾ ਹੀ ਹਿਤੋਂ ਚਿਤੋਂ ਰਚਾਉਂਦੀ ਹੈ। ਹਿਤੋਂ ਚਿਤੋਂ ਗੁਰਮੰਤਰ ਗੁਰਮਤ ਨਾਮ ਦੀ ਅਭਿਆਸਣ ਹੋ ਕੇ ਹੀ ਐਸਾ ਨਿਉ ਲਾਉਂਦੀ ਰਚਾਉਂਦੀ ਹਿਤ ਚਿਤਾਉਂਦੀ ਹੈ। ਐਸੀ ਸੱਚੜਾ ਨਿਉ ਪ੍ਰੇਮ ਰਚਾਉਣ ਵਾਲੀ ਇਸਤਰੀ ਪਰਮਾਰਥ ਦੀ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਕੇ ਸੁਤੇ ਸਹਿਜ ਹੀ ਖਰੀ ਸੁਹੇਲੀ ਹੋ ਜਾਂਦੀ ਹੈ। ਉਸ ਦੇ ਦੁੱਖ ਦਰਦ ਸਭ ਮਿਟ ਜਾਂਦੇ ਹਨ। ਸੁਖ ਸਹਿਜ ਦੀ ਖਰੀ ਸੁਹੇਲਤਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਉਸ ਦੀਆਂ ਸਾਰੀਆਂ ਡੰਝਾਂ ਲੈ ਜਾਂਦੀਆਂ ਹਨ। ਉਸ ਦੇ ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ। ਸਾਰੇ ਭਰਮ ਚਕਨਾਚੂਰ ਹੋ ਜਾਂਦੇ ਹਨ। ਉੱਕੇ ਪੁੱਕੇ ਹੀ ਚੁੱਕੇ ਜਾਂਦੇ ਹਨ। ਉਹ ਸਵਾਸ ਅਭਿਆਸੀ ਲਿਵਤਾਰੀ ਐਸਾ ਖੰਡਾ ਖੜਕਾਉਂਦੇ ਹਨ,
ਐਸੇ ਅਰਧ-ਉਰਦੀ ਪ੍ਰੇਮ ਅਭਿਆਸ ਦੇ ਚਾਬਕ ਕਸ-ਕਸ ਕੇ ਚਲਾਉਂਦੇ ਹਨ, ਨਾਭੀ ਵਿੱਚ ਸਵਾਸ ਟਿਕਾ ਰਸ ਜੋਤ ਬਿਧੰਨੇ ਹੋਏ ਕੇ ਸਿਫਤ ਸਲਾਹ ਦੀ ਧਣਕ ਕਮਾਣ ਦਾ ਐਸਾ ਚਿੱਲਾ ਚੜਾਉਂਦੇ ਹਨ ਕਿ ਗੁਰ ਕੈ ਸ਼ਬਦ ਮਰੈ ਮਨ ਮਾਰੇ ਵਾਲੀ ਸੁੰਦਰ ਯੋਗ ਅਵਸਥਾ ਵਾਲੇ ਸੱਚੜੇ ਤੇ ਸੁੰਦਰਵਲੇ ਜੋਗਾਧਾਰੀ ਸਹਿਜ ਯੋਗ ਅਭਿਆਸੀ ਹੋ ਜਾਂਦੇ ਹਨ। ਪ੍ਰੇਮ ਬਾਣੀ ਰੂਪੀ ਬਾਣ ਮਾਰ-ਮਾਰ ਕੇ ਸਿਨ ਕੇ ਪ੍ਰੇਮ ਬਾਣੀ ਦੇ ਬਾਣ ਚਲਾ ਕੇ ਐਸਾ ਸਵਾਸ ਅਭਿਆਸੀ ਚਿੱਲਾ ਚੜਾਉਂਦੇ ਹਨ ਕਿ ਅਣਿਆਲੇ ਬਾਣਾ ਤੀਰਾਂ ਦੀ ਅਣੀ ਹਿਰਦਾ ਵੇਦ ਕੇ ਵਿੱਚੇ ਹੀ ਅੜੀ ਰਹਿੰਦੀ ਹੈ, ਨਿਕਾਲੀ ਨਿਕਲਦੀ ਨਹੀਂ। ਨਿਕਲੇ ਕਿਵੇਂ? ਕੱਢਣ ਨੂੰ ਜੀਓ ਹੀ ਨਹੀਂ ਕਰਦਾ। ਪਿਰਮ ਦੀ ਐਸੀ ਸੁਆਦਲੀ ਪੀਰ ਹੈ ਕਿ ਉਸ ਨੂੰ ਜਰਨ ਵਾਲੇ ਜਰੀਏ ਹੀ ਜਾਣਦੇ ਹਨ। ਉਹ ਮਰ ਜੀਵੈ ਮਰੀਆ ਦੀ ਸਹਿਜ ਆਤਮ ਅਵਸਥਾ ਵਾਲੇ ਜੀਵਨ ਮੁਕਤ ਮਰਜੀਵੜੇ ਬਣ ਜਾਂਦੇ ਹਨ। ਇਉਂ ਗੁਰ ਸ਼ਬਦ ਦੀ ਪਾਰਸ ਅਭਿਆਸ ਕਲਾ ਉਹਨਾਂ ਦੇ ਅੰਤਰ ਆਤਮੇ ਵਰਤ ਜਾਂਦੀ ਹੈ ਕਿ ਉਹ ਸੱਚਮੁੱਚ ਮਰ ਜੀਵੇ ਹੋ ਜਾਂਦੇ ਹਨ। ਐਸੇ ਸੁੰਦਰ ਜੋਗਾਧਾਰੀ ਮਰ ਜੀਵੜੇ ਗੁਰਮੁਖ ਜਨ ਗੁਰੂ ਕਰਤਾਰ ਦੇ ਬਣਾਏ ਹੋਏ ਹੀ ਬਣਦੇ ਹਨ, ਉਸ ਦੀ ਨਦਰ ਦਾ ਸਦਕਾ ਹੀ ਬਣਦੇ ਹਨ। ਆਪੇ ਕੋਈ ਨਹੀਂ ਬਣ ਸਕਦਾ, ਹਉਮੈ ਨੂੰ ਮਾਰ ਕੇ ਮਰਦੇ ਹਨ। ਗੁਰਮੁਖਾਂ ਦੀ ਇਹ ਹਉਮੈ ਗੁਰੂ ਕਰਤਾਰ ਦੀ ਕਿਰਪਾ ਨਾਲ ਹੀ ਮਰਦੀ ਹੈ। ਜੋ ਗੁਰੂ ਤੋਂ ਬੇਮੁਖ ਹਨ, ਮਨਮੁਖ ਹਨ, ਉਹ ਅਹਨਸ ਹਉਮੈ ਦੀ ਅਗਨੀ ਵਿੱਚ ਹੀ ਸੜੇ ਬੁੱਝੇ ਕੁੜੇ ਰਹਿੰਦੇ ਹਨ। ਐਸੇ ਹਉਮੈ ਦੀ ਅਗਨੀ ਨਾਲ ਜਲਿਆਂ ਦਦਿਆਂ ਨੂੰ ਵਾਹਿਗੁਰੂ ਕਰਤਾ ਪੁਰਖ ਕਦੇ ਚੇਤੇ ਹੀ ਨਹੀਂ ਆਉਂਦਾ। ਉਹ ਉੱਕਾ ਹੀ ਵਾਹਿਗੁਰੂ ਤੇ ਵਾਹਿਗੁਰੂ ਨਾਮ ਨੂੰ ਮਨੋਂ ਵਿਸਾਰ ਦਿੰਦੇ ਹਨ। ਵਾਹਿਗੁਰੂ ਵਿਸਾਰਨ ਹਾਰੇ ਅਜਿਹੇ ਮਨਮੁਖਾਂ ਨੂੰ ਜੰਮਪੁਰੇ ਵਿੱਚ ਜਾ ਕੇ ਜੰਮਾਂ ਦੇ ਖੜਗ ਕਰਾਰੇ ਵੱਜਦੇ ਹਨ। ਜਦੋਂ ਜੰਮਾਂ ਦੇ ਗੁਰਜ ਪੈਣ ਲੱਗਦੇ ਹਨ, ਫਿਰ ਉਹ ਕੂਕਦੇ ਹਨ ਤੇ ਕਹਿ ਉੱਠਦੇ ਹਨ ਕਿ ਹੁਣ ਅਗਾਂਹ ਨੂੰ ਨਾਮ ਜਪਾਂਗੇ, ਪਰ ਅਬ ਕਹਿ ਕਹਿਆਂ ਨਾਮ ਨ ਮਿਲਈ। ਹੁਣ ਦੀ ਕੂਕ ਪੁਕਾਰ ਤੋਂ ਕੀ ਬਣਦਾ ਹੈ ਅਤੇ ਉਹਨਾਂ ਦਾ ਆਖਿਆ ਕੌਣ ਸੁਣਦਾ ਹੈ? ਕਦੇ ਛੁਟਕਾਰਾ ਨਹੀਂ ਹੋ ਸਕਦਾ ਮੁਦਗਰਾਂ ਦੀ ਮਾਰ ਤੋਂ। ਜੰਮਪੁਰ ਜਾ ਕੇ ਇਹ ਹਾਲ ਉਹਨਾਂ ਦਾ ਹੁੰਦਾ ਹੈ ਜੋ ਮਾਤ ਲੋਕ ਵਿਖੇ ਸਾਰੀ ਉਮਰ ਰਹਿੰਦੇ ਮਾਇਆ ਮਮਤਾ ਦੇ ਅਲੂਦੇ ਖਿਆਲਾਂ ਵਿੱਚ ਹੀ ਲਿਬੜੇ ਰਹਿੰਦੇ ਹਨ, ਮਾਇਆ ਮਮਤਾ ਵਾਲੇ ਕੰਮਾਂ ਵਿੱਚ ਲਿਬੜੇ ਰਹਿੰਦੇ ਹਨ। ਉਹਨਾਂ ਨੂੰ ਇਹ ਗੱਲ ਕਦੇ ਵੀ ਨਹੀਂ ਔੜਦੀ ਕਿ ਜੰਮਪੁਰ ਜਾ ਕੇ ਜੰਮ ਦੀ ਜਾਲੀ ਫਾਸੀ ਵਿੱਚ ਫਸਣਾ ਪਏਗਾ, ਔਰ ਜ਼ਰੂਰ ਫਸਣਾ ਪਏਗਾ। ਜੂਨੀਆਂ ਵਿੱਚ ਰਹਿੰਦੇ ਹੇਤ ਦੇ ਬੰਧਨ ਜੋ ਤੋੜ ਨਹੀਂ ਸਕਦੇ, ਮਾਇਆ ਮਮਤਾ ਤੋਂ ਜੇਕਰ ਕੋਈ ਰਹਿਤ ਨਹੀਂ ਹੋ ਸਕਦੇ, ਤਾਂ ਹੀ ਉਹਨਾਂ ਦੀ ਜਮਾਂ ਦੇ ਹੱਥੋਂ ਖੁਆਰੀ ਹੁੰਦੀ ਹੈ। ਜੰਮ ਦੁਆਰੇ ਤਾਈਓਂ ਤਾਂ ਉਹਨਾਂ ਨੂੰ ਖੱਜਲ ਖੁਆਰ ਹੋਣਾ ਪਏਗਾ। ਇੱਥੇ ਕਿਸੇ ਦਾ ਕੀਤਾ ਕੁਛ ਨਹੀਂ, ਕਿਸੇ ਦੇ ਵੱਸ ਦੀ ਗੱਲ ਹਰਗਿਜ਼ ਨਹੀਂ ਰਹਿੰਦੀ। ਜਿਸ ਨੂੰ ਉਸ ਦਾ ਤਾਰ ਗੁਰੂ ਕਰਤਾਰ ਨੇ ਬਖਸ਼ਣਾ ਹੁੰਦਾ ਹੈ, ਤਿਸ ਨੂੰ ਇਸ ਮਨੁੱਖਾ ਜਨਮ ਵਿਖੇ ਹੀ ਅੰਮ੍ਰਿਤ ਦੀ ਦਾਤ ਮਿਲ ਜਾਂਦੀ ਹੈ, ਅੰਮ੍ਰਿਤ ਨਾਮ ਪ੍ਰਾਪਤ ਹੋ ਜਾਂਦਾ ਹੈ। ਜਿਸ ਨੂੰ ਇਹ ਦਾਤ ਮਿਲ ਜਾਂਦੀ ਹੈ, ਉਸ ਦਾ ਬਿਨ ਚਾਹੇ ਸੁੱਤੇ ਹੀ ਖੰਡਾ ਖੜਕਣ ਲੱਗ ਪੈਂਦਾ ਹੈ। ਨਿਰਯਤਨ ਹੀ ਨਾਮ ਅਭਿਆਸ ਦੇ ਸਾਸ ਗਿਰਾਸੀ ਤੋਰੇ ਤੁਰੇ ਰਹਿੰਦੇ ਹਨ। ਜੇਬ ਘੜੀ ਨੂੰ 8 ਪਹਿਰੀ ਚਾਬੀ ਦਿੱਤਿਆਂ 24 ਘੰਟੇ ਚਲਦੀ ਰਹਿੰਦੀ ਹੈ। ਕਲਾਕ ਨੂੰ ਹਫ਼ਤੇਵਾਰ ਚਾਬੀ ਦੀ ਲੋੜ ਹੈ, ਪਰੰਤੂ ਅੰਮ੍ਰਿਤ ਅਧਿਕਾਰੀ ਨੂੰ ਜੀਵਨ ਜੁਗਤਾਰੀ ਚਾਬੀ 5 ਪਿਆਰਿਆਂ ਦੁਆਰਾ ਮਿਲਿਆ, ਇੱਕੋ ਵਾਰ ਮਿਲਿਆ ਜੀਵਨ ਆਰ ਜਾਰੀ ਅਭਿਆਸਾਚਾਰੀ ਪੈਂਡੂਲਮ ਉਮਰ ਭਰ ਖੜਕਦਾ ਹੀ ਰਹਿੰਦਾ ਹੈ, ਕਦੇ ਬੰਦ ਨਹੀਂ ਹੁੰਦਾ। ਖੜਕਾਉਣ ਹਾਰੇ ਦਾ ਖੜਕਾਇਆ ਹੀ ਖੜਕਦਾ ਹੈ। ਜੇ ਵਿੱਚ ਵਿਚਾਲੇ ਵਿਘਨ ਨਾ ਪੈ ਜਾਣ, ਅਭਿਆਸੀ ਅਣਹੋਈ ਕਾਂਪ ਨਾ ਖਾ ਜਾਣ, ਤਾਂ ਹੀ ਇਹ ਕਾਰ ਤੋੜ ਨਿਭਦੀ ਹੈ, ਨਿਭਾਉਣ ਹਾਰਾ ਨਿਭਾਉਂਦਾ ਹੈ। ਸੂਖਮ ਤੋਂ ਸੂਖਮ ਅਹੰਕਾਰ ਜੇ ਕਿਤੇ ਵਿਆਪ ਜਾਏ ਤਾਂ ਅਭਿਆਸੀ ਜਨ ਉੱਥੇ ਦਾ ਉੱਥੇ ਹੀ ਰਹਿ ਖੜੋਂਦੇ ਹਨ। ਫੇਰ ਕਿਤੇ ਸਤਸੰਗ ਟੋਰਾ ਲੱਗਿਆਂ ਅਗਾਹਾਂ ਤੁਰਦੇ ਹਨ। ਨਦਰ ਹੋ ਜਾਵੇ ਨਦਰੀ ਪੁਰਖ ਮਿਹਰਬਾਨ ਦੀ, ਤਾਂ ਖੜਦਿਓਂ ਚੜ੍ਹਦੀ ਕਲਾ ਬਹੁੜ ਹੋ ਜਾਣ ਵਿੱਚ ਬਿਲਮ ਨਹੀਂ ਲੱਗਦਾ। ਇਸੇ ਉੱਪਰਲੇ ਭਾਵ ਪੂਰਤ ਇਹ ਅਗਲੇਰਾ ਗੁਰਵਾਕ ਹੈ। ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜਿਸਨੋ ਪ੍ਰੇਮ ਮਨ ਵਸਾਏ, ਸਾਚੈ ਸ਼ਬਦ ਸਹਿਜ ਸੁਭਾਏ। ਏਹਾ ਵੇਦਨ ਸੋਈ ਜਾਣੈ, ਅਵਰ ਕੇ ਜਾਣੈ ਕਾਰੀ ਜੀਓ। ਆਪੇ ਮੇਲੇ ਆਪ ਮਿਲਾਏ, ਆਪਣਾ ਪਿਆਰ ਆਪੇ ਲਾਏ। ਪ੍ਰੇਮ ਕੀ ਸਾਰ ਸੋਈ ਜਾਣੈ, ਜਿਸਨੋ ਨਦਰ ਤੁਮਹਾਰੀ ਜੀਓ। ਰਹਾਓ।
ਦਿਬ ਦ੍ਰਿਸ਼ਟ ਜਾਗੈ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਸੋ ਜੋਗੀ ਇਹ ਜੁਗਤ ਪਛਾਣੈ, ਗੁਰ ਕੈ ਸ਼ਬਦ ਵਿਚਾਰੀ ਜੀਓ। ਸੰਜੋਗੀ ਤਨ ਪਿਰ ਮੇਲਾ ਹੋਵੈ, ਗੁਰਮਤ ਵਿੱਚੋਂ ਦੁਰਮਤ ਖੋਵੈ, ਰੰਗ ਸਿਉ ਨਿਤ ਰਲੀਆਂ ਮਾਣੈ, ਆਪਣੇ ਕੰਤ ਪਿਆਰੀ ਜੀਓ। ਸਤਿਗੁਰ ਬਾਝੋਂ ਵੈਦ ਨ ਕੋਈ, ਆਪੇ ਆਪ ਨਿਰੰਜਨ ਸੋਈ, ਸਤਿਗੁਰ ਮਿਲਿਆ ਮਰੈ ਮੰਦਾ, ਹੋਵੈ ਗਿਆਨ ਵਿਚਾਰੀ ਜੀਓ। ਇਹੋ ਸ਼ਬਦ ਸਾਰ ਜਿਸਨੂੰ ਲਾਏ, ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ, ਆਪਣ ਲੀਆ ਕਿਛੂ ਨ ਪਾਈਐ, ਕਰ ਕਿਰਪਾ ਕਲਧਾਰੀ ਜੀਓ। ਅਗਮ ਨਿਗਮ ਸਤਿਗੁਰੂ ਦਿਖਾਇਆ, ਕਰ ਕਿਰਪਾ ਆਪਣੇ ਘਰ ਆਇਆ, ਅੰਜਨ ਮਾਹਿ ਨਿਰੰਜਨ ਜਾਤਾ, ਜਿਨ ਕੋ ਨਦਰ ਤੁਮਹਾਰੀ ਜੀਓ। ਗੁਰਮੁਖ ਹੋਵੈ ਸੋ ਤਤ ਪਾਏ, ਆਪਣਾ ਆਪ ਵਿੱਚੋਂ ਗਵਾਏ, ਸਤਿਗੁਰ ਬਾਝੋਂ ਸਭ ਧੰਦ ਕਮਾਵੈ, ਵੇਖੋ ਮਨ ਵਿਚਾਰੀ ਜੀਓ। ਇਕ ਭ੍ਰਮ ਭੂਲੇ ਫਿਰੈ ਅਹੰਕਾਰੀ, ਇਕ ਨਾ ਗੁਰਮੁਖ ਹਉਮੈ ਮਾਰੀ, ਸੱਚੈ ਸ਼ਬਦ ਰਤੇ ਬੈਰਾਗੀ, ਹੋਰ ਭਰਮ ਭੁਲੇਗਾ ਵਾਰੀ ਜੀਓ। ਗੁਰਮੁਖ ਜਿਨੀ ਨਾਮ ਨ ਪਾਇਆ, ਮਨਮੁਖ ਬਿਰਥਾ ਜਨਮ ਗਵਾਇਆ, ਅੱਗੇ ਵਿਣ ਨਾਵੈ ਕੋ ਬੇਲੀ ਨਾਹੀ, ਬੂਝੈ ਗੁਰ ਵਿਚਾਰੀ ਜੀਓ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰ ਪੂਰੈ ਜੁਗ ਚਾਰੇ ਜਾਤਾ, ਜਿਸ ਤੂੰ ਦੇਵੈਂ ਸੋਈ ਪਾਏ, ਨਾਨਕ ਤਤ ਵਿਚਾਰੀ ਜੀਓ। ਤਤ ਭਾਵ ਵਿਆਖਿਆ। ਪ੍ਰੀਤਮ ਵਾਹਿਗੁਰੂ ਆਪ ਆਪਣਾ ਪ੍ਰੇਮ ਜਿਸ ਨੂੰ ਦੇਵੇ, ਪ੍ਰੇਮ ਦੇ ਕੇ ਜਿਸ ਮਨ ਵਿੱਚ ਪ੍ਰੇਮ ਹੀ ਪ੍ਰੇਮ ਵਸਾ ਦੇਵੇ, ਉਹੀ ਇਸ ਪ੍ਰੇਮ ਵੇਦਨ ਦੀ ਸਾਰ ਜਾਣ ਸਕਦਾ ਹੈ, ਅਤੇ ਉਹੀ ਪ੍ਰੇਮ ਸਹਿਤ ਸ਼ਬਦ ਅਭਿਆਸ ਦੀ ਸੱਚੀ ਕਾਰ ਵਿਖੇ ਤਤਪਰ ਹੋ ਕੇ ਲੱਗਦਾ ਹੈ। ਦਾਤਾਰ ਕਰਤਾ ਪੁਰਖ ਕਰਤਾਰ ਵਾਹਿਗੁਰੂ ਸ਼ਬਦ ਗੁਰ ਮੰਤਰ ਦੀ ਦਾਤ ਵੀ ਗੁਰੂ ਦੁਆਰਿਓਂ ਸਹਿਜ ਸੁਭਾਏ ਹੀ ਤਿਸ ਜਨ ਨੂੰ ਦਿਵਾ ਦਿੰਦਾ ਹੈ। ਜਿਸ ਉੱਪਰ ਉਸ ਦੀ ਨਦਰ ਮੇਰ ਹੋਵੇ, ਆਪੇ ਮੇਲਦਾ ਹੈ, ਆਪੇ ਮੇਲ ਮਿਲਾਉਂਦਾ ਹੈ, ਆਪਣਾ ਪਿਆਰ ਆਪੇ ਲਾਉਂਦਾ ਹੈ। ਪ੍ਰੇਮ ਦੀ ਸਾਰ ਵੀ ਸੋਈ ਜਾਣਦਾ ਹੈ, ਜਿਸ ਉੱਪਰ ਨਦਰੀ ਵਾਹਿਗੁਰੂ ਦੀ ਨਦਰ ਹੁੰਦੀ ਹੈ। ਜਿਸ ਗੁਰਮੁਖ ਜਨ ਉੱਤੇ ਉਹ ਨਦਰੀ ਨਦਰ ਨਿਹਾਲ ਹੁੰਦਾ ਹੈ, ਉਸ ਨੂੰ ਨਾਮ ਅਭਿਆਸ ਕਮਾਈ ਦੀ ਸੱਚੀ ਕਾਰ ਕਰਾਏ ਦਿਵ ਦ੍ਰਿਸ਼ਟੀ ਬਖਸ਼ ਦਿੰਦਾ ਹੈ, ਤੇ ਦਿਵ ਦ੍ਰਿਸ਼ਟੀ ਵਾਲੀ ਸੁਜਾਗ ਜਾਗਰਤ ਕਰਾਏ ਕੇ ਉਸ ਦਾ ਭਰਮ ਚੁਕਾਏ ਦਿੰਦਾ ਹੈ। ਜਾਗਤ ਜੋਤੀਆ ਪ੍ਰਚੰਡ ਗਿਆਨ ਜਗਾਏ ਕੇ ਉਸ ਦਾ ਅੰਧੇਰ ਅਗਿਆਨ ਗਵਾਏ ਦਿੰਦਾ ਹੈ। ਇਉਂ ਗੁਰ ਪ੍ਰਸਾਦ ਕਰ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋਈ ਸੱਚਾ ਗੁਰਮੁਖ ਜੋਗੀ ਹੈ, ਜਿਸ ਨੂੰ ਉੱਪਰ ਦੱਸੀ ਜੁਗਤ ਮੁਕਤੀਸ਼ਰੀ ਸੁਰਤ ਸਾਵਧਾਨਤਾ ਹੋ ਜਾਂਦੀ ਹੈ। ਪਰ ਹੁੰਦੀ ਹੈ ਗੁਰਮਤ ਨਾਮ ਦੀ ਅਭਿਆਸ ਕਮਾਈ ਦੇ ਸਦਕੇ। ਗੁਰ ਦੀਖਿਤ ਗੁਰ ਸ਼ਬਦ ਮੰਤਰ ਦੀ ਕਮਾਈ ਦੀ ਬਰਕਤ ਨਾਲ ਧਨ ਪਿਰ ਦਾ ਮੇਲਾ, ਅਰਥਾਤ ਪਰਮਾਰਥ ਦੀ ਜਗਿਆਸਾ ਵਾਲੀ ਗੁਰਮੁਖ ਪ੍ਰਿਮਨੀ ਦਾ ਮੇਲਾ ਪ੍ਰੀਤਮ ਵਾਹਿਗੁਰੂ ਨਾਲ ਸੰਜੋਗ ਕਰਕੇ ਹੀ ਹੁੰਦਾ ਹੈ। ਸੰਜੋਗਾਂ ਦੀ ਲਿਖਤਕਾਰ ਗੁਰੂ ਕਰਤਾਰ ਦੇ ਹੀ ਵਸ ਹੈ, ਅਤੇ ਜਗਿਆਸੂ ਦੇ ਕਰਮਾਂ ਦੀ ਜਗਿਆਸਾ ਹੈ। ਇਹ ਧਨਪਿਰੀ ਮੇਲਾ ਪੂਰਨ ਗੁਰਮਤ ਅਸੂਲਾਂ ਦੀ ਅਨੁਕੂਲਤਾ ਅਨੁਸਾਰ ਚੱਲਣ ਵਾਲਿਆਂ ਗੁਰਮੁਖਾਂ, ਅਨੰਨ ਉਪਾਸ਼ਕਾਂ, ਅਕਾਲ ਪੁਰਖ ਦੇ ਆਸ਼ਕਾਂ ਨੂੰ ਹੁੰਦਾ ਹੈ। ਗੁਰਮਤ ਉੱਤੇ ਪੂਰੀ ਤਰ੍ਹਾਂ ਚੱਲਿਆਂ ਦੁਰਮਤ ਖੋਈ ਜਾਂਦੀ ਹੈ। ਜਿਸ ਅੰਦਰੋਂ ਦੁਰਮਤ ਖੋਈ ਗਈ, ਮਨਮਤ ਮਲ ਧੋਈ ਗਈ, ਉਹ ਧੁਰ ਪਿਰ ਮੇਲ ਮਿਲਈਆ ਸੰਜੋਗੀ ਜਨ, ਪ੍ਰੀਤਮ ਮਿਲ ਰਹੀ ਸੰਜੋਗਨ ਧਨ ਇਸਤਰੀ, ਹਰ ਰੰਗਾਂ ਨਾਮ ਰੰਗਾਂ ਵਿੱਚ ਰੱਤੀ ਹੋਈ, ਪਿਰ ਪ੍ਰੀਤਮ ਦੇ ਇਸ਼ਕ ਪਿਰੰਮੀ ਮੌਜ ਵਿੱਚ ਮੱਤੀ ਹੋਈ, ਨਿਤਾ ਪ੍ਰਤ ਰਲੀਆਂ ਮਾਣਦੀ ਹੈ, ਅਤੇ ਸੱਚੇ ਪਿਆਰ ਵਿੱਚ ਹੀ ਗੁੱਦੀ ਰਹਿੰਦੀ ਹੈ। ਅਜਿਹੀ ਪਿਆਰ ਵਿੱਚ ਪੁਰਨੀ ਗੁੰਨੀ ਹੋਈ ਮਾਸ਼ੂਕਾ ਹੀ ਆਪਣੇ ਕੰਤਰੀ ਸਾਲੂ ਨੂੰ ਅਤ ਪਿਆਰੀ ਲੱਗਦੀ ਹੈ। ਉਸ ਦੇ ਬਿਰਹੇ ਦੇ ਬੇਦਨੀ ਰੋਗ ਸਭ ਚੁੱਕੇ ਜਾਂਦੇ ਹਨ। ਹੋਰ ਸਰੀਰਕ ਤੇ ਮਾਨਸਿਕ ਰੋਗ ਵੀ ਸਾਰੇ ਦੂਰ ਹੋ ਜਾਂਦੇ ਹਨ। ਇਉਂ ਸਮੁੱਚੇ ਰੋਗਾਂ ਨੂੰ ਨਿਵਰਤ ਕਰਨਹਾਰਾ ਸੱਚਾ ਵੈਦ ਗੁਰ ਸਤਿਗੁਰ ਪੂਰਾ 10 ਗੁਰੂ ਅਵਤਾਰ ਧਾਰਨ ਵਾਲਾ ਗੁਰੂ ਨਾਨਕ ਹੀ ਹੈ। ਇਸ ਸੱਚੇ ਸਤਿਗੁਰੂ ਬਾਝੋਂ ਹੋਰ ਕੋਈ ਗੁਰੂ ਨਹੀਂ, ਨਾ ਹੀ ਐਸੇ ਸਤਿਗੁਰੂ ਬਾਝੋਂ ਹੋਰ ਕੋਈ ਸੱਚੜਾ ਵੈਦ ਹੈ ਜੋ ਸਾਰੇ ਮਾਨਸਿਕ ਤੇ ਸਰੀਰਕ ਰੋਗ ਦੂਰ ਕਰ ਸਕੇ। ਇਹ ਸੱਚੜਾ ਵੈਦ ਗੁਰੂ ਆਪੇ ਆਪ ਨਿਰੰਜਨ ਸਰੂਪ ਹੀ ਹੈ। ਐਸੇ ਨਿਰੰਜਨ ਸਰੂਪ ਨਿਰੰਕਾਰੀ ਗੁਰੂ ਨੂੰ ਮਿਲਿਆ ਹੀ ਮਨ ਮਨੂਰ ਦੇ ਗੰਦਮੰਦ ਭਾਵ ਗੰਦੇ ਮੰਦੇ ਕੁਫਰਨੇ ਕਾਫੂਰ ਹੋ ਕੇ ਉੱਕੇ ਹੀ ਮਿਟ ਜਾਂਦੇ ਹਨ। ਐਸੇ ਮੰਦ ਕੁਫਰਨਿਆਂ ਤੋਂ ਪਾਕ ਹੋਏ ਹਿਰਦਿਆਂ ਵਿੱਚ ਹੀ ਗਿਆਨ ਪ੍ਰਕਾਸ਼ ਹੁੰਦਾ ਹੈ। ਗਿਆਨ ਪ੍ਰਕਾਸ਼ੀ ਨੂਰ ਜੋ ਤਾਸ਼ੀ ਸੂਰਜ ਦਾ ਉਦੇ ਹੋਣਾ ਹੁੰਦਾ ਹੈ। ਸੱਚ ਗਿਆਨ ਤਲੂਈ ਗਿਆਨ ਪ੍ਰਚੰਡੀ ਪਾਰਸ ਚਾਨਣੇ ਦੀ ਪ੍ਰਚੰਡਤਾ ਬਖਸ਼ਣਹਾਰੇ ਸਾਰ ਗੁਰ ਸ਼ਬਦ ਦੀ ਪਾਰਸ ਛੋ ਜਿਸ ਨੂੰ ਲੱਗਦੀ ਹੈ, ਤਿਸ ਗੁਰਮੁਖ ਜਨ ਦੇ ਤਿਮਰ ਅਗਿਆਨ ਦੇ ਭਰਮ ਦੇ ਛੋੜ ਕੱਟੇ ਜਾਂਦੇ ਹਨ
ਅਤੇ ਤ੍ਰਿਸ਼ਨਾ ਭੁੱਖ ਤੇ ਦੁੱਖ ਰੋਗ ਸਭ ਮਿਟ ਜਾਂਦੇ ਹਨ, ਗਏ ਗੁਆਤੇ ਹੋ ਜਾਂਦੇ ਹਨ। ਐਸੀ ਅਪਰ ਅਪਾਰ ਅਸਗੈਬੀ ਨੇਮਤ ਗੁਰਮੁਖ ਜਨਵੜ ਭਾਗੇ ਨੂੰ ਗੁਰਪ੍ਰਸਾਦ ਗੁਰੂ ਕਰਤਾਰ ਦੀ ਕਿਰਪਾ ਕਰ ਹੀ ਮਿਲਦੀ ਹੈ। ਆਪਣ ਲਿਆ ਕਿਛੂ ਨਾ ਪਾਈਐ, ਨਿਰਾ ਆਪਣੀ ਕਮਾਈ ਤੇ ਸ਼ਾਕਰ ਹੋਇਆਂ ਕਾਈ ਸ਼ੈ ਨਹੀਂ ਮਿਲਦੀ। ਸ਼ੁਕਰੀਏ ਤੇ ਸ਼ੁਕਰਗੁਜ਼ਾਰ ਮਸ਼ਕੂਰ ਹੋਇਆਂ ਸਭ ਕੁਝ ਮਿਲਦਾ ਹੈ ਅਤੇ ਮਿਲਦਾ ਹੈ ਗੁਰੂ ਕਰਤਾਰ ਦੇ ਦਰੋਂ ਘਰੋਂ। ਆਪਣੀ ਲਈ ਦੇਈ ਇੱਥੇ ਨਹੀਂ ਪੁੱਜਦੀ, ਪੁੱਜਦੀ ਸਰਦੀ ਕਮਾਈ ਗੁਰੂ ਆਸਰੇ ਕਰਤਾਰ ਭਰੋਸੇ ਕੀਤੀ ਹੋਈ ਹੀ ਥਾਂ ਪੈਂਦੀ ਹੈ। ਆਪਣ ਲਿਆ ਜੇ ਮਿਲੈ ਵਿਛੁੜ ਕਿਉਂ ਰੋਵਨ। ਇਉਂ ਤਾਂ ਹਰ ਕੋਈ ਨਾ ਕਰਤਾ ਧਰਤਾ ਆਪਣ ਲਈ ਲਵਰਤਾ ਬਣ ਬੈਠੇ, ਬਸ ਆਪਣਾ ਲਿਆ ਦੀਆ ਕੱਖ ਵੀ ਨਹੀਂ ਹੁੰਦਾ। ਸਰਬ ਕਲਾ ਸਮਰੱਥ ਗੁਰੂ ਕਰਤਾਰ ਹੀ ਆਪਣੀ ਕਲਾ ਸ਼ਕਤ ਵਰਤਾ ਕੇ ਸਭ ਕੁਝ ਕਰਦਾ ਕਰਾਉਂਦਾ ਹੈ। ਇਹ ਉਸ ਦੀ ਪਰਮ ਕਿਰਪਾਲਤਾ ਹੈ। ਕਰਤਾਰ ਸਰੂਪ ਸਤਿਗੁਰੂ ਨੂੰ ਹੀ ਐਸਾ ਪ੍ਰਸਾਦੀ ਬਣਨ ਦੀਆਂ ਤੌਫੀਕਾਂ ਹਨ ਜੋ ਧੁਰ ਦਰਗਾਹ ਤੋਂ ਪ੍ਰਾਪਤ ਹਨ। ਅਗਮ ਨਿਗਮ ਦੀ ਸੋਝੀ ਨਿਰਮਲ ਪ੍ਰਤੱਖਤਾ ਵਿੱਚ ਕਰਾਉਣਾ ਸਤਿਗੁਰੂ ਦੇ ਤੌਫੀਕੀ ਵਿਰਸੇ ਵਿੱਚ ਹੀ ਆਇਆ ਹੈ। ਜਿੱਥੇ ਕਿਸੇ ਦੀ ਗਮਤਾ ਪਹੁੰਚ ਨਹੀਂ, ਉਸ ਅਗਮ ਅਗੋਚਰੀ ਪਰਮਾਰਥੀ ਮੰਜ਼ਲ ਤੇ ਪਹੁੰਚਾਉਣਾ ਸਿਰਫ ਸਤਿਗੁਰੂ ਦੀ ਸਮਰੱਥਤਾ ਗੋਚਰਾ ਹੀ ਸੀਗਾ ਹੈ। ਜਿਸ ਅਗੰਮੀ ਇਲਮੁਲ ਗੈਬ ਦੀ ਗਮਤਾ ਨੂੰ ਬੇਦ ਕਤੇਬ ਵੀ ਨਹੀਂ ਪਹੁੰਚ ਸਕਦੇ, ਉਸ ਤਾਈਂ ਸਤਿਗੁਰੂ ਸਮਰੱਥ ਇੱਕ ਫੋਰ ਵਿੱਚ ਅਪੜਾਏ ਸਕਦਾ ਹੈ। ਸਤਿਗੁਰੂ ਸਮਰੱਥ ਨੇ ਆਪਣੇ ਪਾਤਰ ਸਿੱਖਾਂ ਗੁਰਮੁਖ ਜਨਾਂ ਨੂੰ ਅਗਮ ਅਗੋਚਰੀ ਦ੍ਰਿਸ਼ ਪ੍ਰਤੱਖ ਦਿਖਾਇਆ ਹੈ। ਹੁਣ ਵੀ ਸਤਿਗੁਰੂ ਦੇ ਵਰੋਸਾਏ ਦਿਵ ਦ੍ਰਿਸ਼ਟੀ ਵਾਲੇ ਗੁਰਮੁਖ ਜਨ ਇਸ ਪ੍ਰਤੱਖਤਾ ਦਾ ਆਨੰਦ ਮਾਣਦੇ ਹਨ। ਅਗਮ ਅਗੋਚਰ ਵਾਹਿਗੁਰੂ ਦੇ ਦਰਸ਼ਨਾਂ ਦਾ ਨਜ਼ਾਰਾ ਸਤਿਗੁਰੂ ਆਪਣੇ ਗੁਰਮੁਖ ਪਿਆਰਿਆਂ ਨੂੰ ਨਿਜ ਘਟ ਅੰਦਰ ਕਿਰਪਾ ਕਰਕੇ ਦਿਖਾਏ ਦਿੰਦਾ ਹੈ। ਗਮਤਾ ਤੋਂ ਅਗੋਚਰ ਸਰਬ ਵਿਆਪਕ ਵਾਹਿਗੁਰੂ ਸਤਿਗੁਰੂ ਦੇ ਪ੍ਰਸਾਦ ਕਰ ਘਰ ਅੰਦਰ ਗੁਰਮੁਖਾਂ ਦੇ ਘਟ ਭੀਤਰ ਹੀ ਆਏ ਦੀਦਾਰੇ ਦਿੰਦਾ ਹੈ। ਸਤਿਗੁਰੂ ਬਖਸ਼ੇ ਗੁਰਮਤਿ ਗਿਆਨ ਦਾ ਵਾਧਾ ਇਹ ਹੈ ਕਿ ਮਾਇਆ ਵਿੱਚ ਰਹਿੰਦਿਆਂ ਹੋਇਆਂ ਹੀ, ਘਰ ਕੁਟੰਬ ਵਿੱਚ ਵਿਚਰਦਿਆਂ ਹੋਇਆਂ ਹੀ ਨਿਰੰਜਨ ਨਿਰੰਕਾਰ ਵਾਹਿਗੁਰੂ ਅਗਮ ਅਗੋਚਰ ਦਾ ਪ੍ਰਤੱਖ ਦੀਦਾਰ ਹੋ ਜਾਂਦਾ ਹੈ, ਤਤ ਅਪਰੋਖਸ਼ ਗਿਆਨ ਹੋ ਜਾਂਦਾ ਹੈ। ਜਿਨ੍ਹਾਂ ਉੱਤੇ ਖਾਸ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ, ਤਿਨਾਂ ਨੂੰ ਹੀ ਇਹ ਤਤ ਵਿਦਾਈ ਦੀ ਪ੍ਰਤੱਖਤਾ ਘਟ ਦੀਦਖਤਾ ਹੁੰਦੀ ਹੈ। ਇਹ ਤਤਵੱਥੀ ਮਹੱਤਤਾ ਆਪਣਾ ਆਪ ਵਿੱਚੋਂ ਗਵਾਉਣ ਵਾਲੇ ਗੁਰਮੁਖ ਜਨਾਂ ਨੂੰ ਹੀ ਮਿਲਦੀ ਹੈ, ਜਿਸ ਨੇ ਸਤਿਗੁਰੂ ਦਾ ਸਿੱਖ ਬਣ ਕੇ ਅਨੰਨ ਭਗਤੀਮਈ ਸੇਵਾ ਕੀਤੀ ਹੋਵੇ। ਪਰਮਾਰਥ ਦਾ ਤਤ ਵਿਲੱਖਣੀ ਮਰਤਬਾ ਸਤਿਗੁਰੂ ਦਾ ਸਿੱਖ ਬਣ ਕੇ ਹੀ ਮਿਲਦਾ ਹੈ। ਸਤਿਗੁਰੂ ਬਾਝੋਂ ਸਭ ਲੁਕਾਈ ਧੰਦ ਕਮਾਉਂਦੀ ਹੀ ਫਿਰਦੀ ਹੈ। ਐਵੇਂ ਕੱਚੇ ਪਿੱਲੇ ਅਲਪਗ ਮਤ ਬੁੱਧੀ ਵਾਲੇ ਡਿੰਭੀ ਗੁਰੂਆਂ ਪਾਸ ਜਾ ਜਾ ਕੇ ਟੱਕਰਾਂ ਮਾਰਿਆਂ ਕੀ ਬਣਦਾ ਹੈ। ਇਹ ਗੱਲ ਸੋਧ ਸਾਧ ਕੇ ਤਤ ਨਿਚੋੜਵੀਂ ਪਰਖ ਵਿੱਚ ਪਰਖੀ ਗਈ ਹੈ। ਇੱਕ ਐਸੇ ਵੀ ਲੋਕ ਹਨ ਜੋ ਆਪਣੇ ਆਪ ਵਿੱਚ ਹੀ ਆਪਣੇ ਨਿਜ ਖਰੜਾਏ ਖਰੜ ਗਿਆਨ ਦੁਆਰਾ ਕੁਝ ਬਣੇ ਫਿਰਦੇ ਹਨ। ਇਹ ਨਿਰੇ ਹੀ ਹੰਕਾਰੀ ਪੁਰਸ਼ ਹਨ ਅਤੇ ਪਰਲੇ ਦਰਜੇ ਦੇ ਮੂਰਖ ਹਨ, ਭਰਮ ਭੁੱਲੇ ਹੀ ਫਿਰਦੇ ਹਨ, ਜਿਨ੍ਹਾਂ ਦੀ ਕਲਿਆਣ ਗਤੀ ਹੋਣੀ ਉੱਕੀ ਹੀ ਅਸੰਭਵ ਨਾਮੁਮਕਿਨ ਹੈ। ਇਹਨਾਂ ਦੇ ਮੁਕਾਬਲੇ ਵਿੱਚ ਜਿਹੜੇ ਗੁਰਮੁਖ ਜਨਾਂ ਨੇ ਨਾਮ ਕਮਾਈਆਂ ਕਰ ਕਰਕੇ ਹਉਮੈ ਆਪਣੇ ਆਪ ਵਿੱਚੋਂ ਮਾਰੀ ਹੈ, ਉਹ ਸੱਚਾ ਸ਼ਬਦ ਰਤੇ ਬੈਰਾਗੀ ਹਨ। ਤਿਨਾਂ ਨੂੰ ਸੱਚਾ ਬੈਰਾਗ ਪਰਮਾਰਥ ਦਾ ਉਪਜਿਆ ਹੈ। ਤਿਨਾਂ ਨੇ ਤਤ ਬੈਰਾਗੀ ਬਣ ਕੇ ਪਰਮਾਰਥ ਦੀ ਖੋਜ ਕੀਤੀ ਹੈ। ਤਿਨਾਂ ਨੂੰ ਪਰਮਾਤਮਾ ਪ੍ਰਾਪਤੀ ਦੀ ਸੱਚੀ ਲਿਵ ਲੱਗੀ ਹੈ। ਉਹ ਆਪਣੀ ਇਸ ਸੁਚਾਰਤਾ ਕਰ ਹਿਤੋਂ ਚਿਤੋਂ ਗੁਰਮਤ ਸ਼ਬਦ ਦੇ ਮਾਰਗੀ ਹੋਏ ਹਨ। ਗੁਰ ਸ਼ਬਦ ਦੀਆਂ ਤਤ ਅਤੇ ਅਤੁੱਟ ਕਮਾਈਆਂ ਕਰ ਕਰ ਉਹ ਨਾਮ ਦੇ ਰੰਗਾਂ ਵਿੱਚ ਰਤੇ ਗਏ ਹਨ। ਐਸੇ ਨਾਮ ਰਤੇ ਬੈਰਾਗੀਆਂ, ਸ਼ਬਦ ਅਨੁਰਾਗੀਆਂ, ਸੁਹਾਗ ਸੁਹਾਗਣੀਆਂ ਤੋਂ ਬਿਨਾਂ ਹੋਰ ਸਾਰੇ ਗੰਵਾਰ, ਖੋਜੀ, ਭਰਮ ਭੁੱਲੇ ਹੋਏ ਅਹੰਗ ਮੱਤੀ ਆਪਾ ਪੰਥੀ ਹਨ। ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਦੁਆਰਿਓਂ ਗੁਰ ਦੀਖਿਆ ਲੈ ਕੇ ਨਾਮ ਨਹੀਂ ਪ੍ਰਾਪਤ ਕੀਤਾ, ਸੋ ਮਨਮੁਖ ਮੂੜ ਗਵਾਰ ਹਨ। ਤਿਨਾਂ ਮਨਮੁਖਾਂ ਨੇ ਆਪਣਾ ਸਾਰਾ ਮਨੁੱਖਾ ਜਨਮ ਹੀ ਬਿਰਥਾ ਗਵਾ ਲਿਆ। ਅੱਗੇ ਅਗਲੀ ਦਰਗਾਹੇ ਜਾ ਕੇ ਨਾਮ ਬਿਨਾ ਕੋਈ ਵੀ ਬੇਲੀ ਨਹੀਂ। ਗੁਰਮਤ ਗੁਰਬਾਣੀ ਦੀ ਇਹ ਸਾਰ ਸਿੱਟੇ ਵਾਲੀ ਨਿਚੋੜਵੀਂ ਵਿਚਾਰ ਹੈ। ਤ੍ਰਿਕਾਲਦਰਸੀ ਸਰਬੱਗ ਸਤਿਗੁਰੂ ਨਾਨਕ ਸਾਹਿਬ ਨੇ ਚੌਹਾਂ ਜੁਗਾਂ ਦਾ ਵਿਚਾਰ ਨਿਚੋੜ ਕੱਢ ਕੇ ਦੇਖ ਲਿਆ ਹੈ
ਕਿ ਸਾਰੇ ਯੁਗਾਂ ਵਿੱਚ ਸੱਚੇ ਸਤਿਗੁਰੂ ਦੀ ਬਸੀਠੀ ਵਿੱਚ ਮਿਲੇ ਅੰਮ੍ਰਿਤ ਨਾਮ ਦੁਆਰਾ ਹੀ ਸਭ ਦਾ ਨਿਸਤਾਰਾ ਹੈ। ਅੰਮ੍ਰਿਤ ਨਾਮ ਹੀ ਸਦਾ ਸੁਖਦਾਤਾ ਹੈ, ਪਰ ਜਿਸ ਤੂੰ ਦੇਵੈਂ ਸੋਈ ਪਾਏ। ਇਹ ਅੰਮ੍ਰਿਤ ਨਾਮ ਜਿਸ ਵਡਭਾਗੇ ਗੁਰਮੁਖ ਜਨ ਨੂੰ ਤੂੰ ਆਪਣੀ ਕਿਰਪਾ ਕਰ ਦੇਵੈਂ ਤਿਸੇ ਨੂੰ ਮਿਲਦਾ ਹੈ। ਇਹ ਗੁਰਮਤਿ ਤੱਤ ਵਿਚਾਰ ਦਾ ਸਾਰ ਸਿੱਟਾ ਹੈ। ਆਸ਼ੰਕਾਵਾਦੀ ਲੋਕ ਜਿਹੜੀਆਂ ਇਹੋ ਜਿਹੀਆਂ ਅੜਾਉਣੀਆਂ ਪਾਉਂਦੇ ਹਨ ਅਤੇ ਟੁੱਚਣਾ ਡਾਉਂਦੇ ਹਨ ਕਿ ਮਨੁੱਖਾਂ ਦਾ ਇਹ ਮਨੂਆ ਮੁੱਢ ਤੋਂ ਹੀ ਚੰਚਲ ਅਥਵਾ ਬੈਰਾਗੀ ਆਪੇ ਹੀ ਹੋਇਆ ਜਾਂ ਕਰਤੇ ਦਾ ਕੀਤਾ ਹੋਇਆ ਚੰਚਲ ਬੈਰਾਗੀ ਬਣਿਆ। ਇਸ ਮਨ ਨੂੰ ਮਮਤਾ ਕਿੱਥੋਂ ਆ ਲੱਗੀ? ਮੁੱਢੋਂ ਹੀ ਮਨ ਮਮਤਾ ਗ੍ਰਸਿਆ ਕਿਵੇਂ ਹੋਇਆ? ਇਸ ਵਿਸ਼ੇ ਪਰ ਥਾਏ ਪ੍ਰਸ਼ਨੋਤਰੀ ਗੁਰਵਾਕ ਇਸ ਪ੍ਰਕਾਰ ਆਉਂਦਾ ਹੈ। ਆਪੇ ਹੀ ਗੁਰੂ ਸਾਹਿਬ ਪ੍ਰਸ਼ਨ ਕਰਦੇ ਹਨ ਅਤੇ ਵਿਚਾਰ ਅਭਿਮਾਨੀ ਪੰਡਤਾਂ ਨੂੰ ਸੰਬੋਧਨ ਕਰਕੇ ਪੁੱਛਦੇ ਹਨ ਅਤੇ ਉਹਨਾਂ ਦੀ ਨਿਰਉੱਤਰਤਾ ਅਨੁਮਾਨ ਕੇ ਆਪੇ ਹੀ ਇਸ ਪ੍ਰਕਾਰ ਪ੍ਰਸ਼ਨ ਪਾ ਕੇ ਉੱਤਰ ਦਿੰਦੇ ਹਨ। ਯਥਾ ਗੁਰਵਾਕ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਨ ਸਦਾ ਅਵਿਨਾਸ਼ੀ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ। ਇਸ ਮਨ ਕੋ ਮਮਤਾ ਕਿੱਥੋਂ लागी? पंडित इस मन का करो विचार अवर के बहुता पढ़ें उठावें पार। रहाओ माया ममता करते लाई ए हुक्म कर सृष्ट उपाई। गुर प्रसादी बूझो पाई सदा रहो हर की शरणाई। मलार महला तीजा कर दूजा। विचार विवेचन। मूल मुढ़वी अंश इस मन की ग्रस्त संबंधनी है कि अतीत बैरागनी है। जे अतीत बैरागनी है ਤਾਂ ਇਸ ਮਨ ਨੂੰ ਮਮਤਾ ਕਿੱਥੋਂ ਆ ਲੱਗੀ? ਇਸ ਮਨ ਦਾ ਮੂਲ ਜੇ ਅਜਨਮਾ ਹੈ, ਵਰਨ ਜਾਤ ਜਨਮ ਵਿੱਚ ਆਉਣ ਵਾਲਾ ਨਹੀਂ, ਅਤੇ ਜੇਕਰ ਇਹ ਮਨ ਸਦਾ ਅਬਿਨਾਸ਼ੀ ਅੰਸ਼ ਧਾਤ ਵਾਲਾ ਹੈ ਤਾਂ ਇਹ 84 ਦਾ ਗੇੜ ਇਸ ਮਨ ਨੂੰ ਕਿੱਥੋਂ ਆ ਚਿਮੜਿਆ ਹੈ? ਜੇਕਰ 84 ਦੇ ਗੇੜ ਵਿੱਚ ਪੈਣ ਵਾਲਾ ਹੈ ਤਾਂ ਇਹ ਮਨ ਚੰਚਲ ਹੈ। ਵੈਰਾਗ ਵਿਰਕਤਤਾ ਇਸ ਮਨ ਦੇ ਨੇੜੇ ਨਹੀਂ ਆਈ। ਜੇ ਵਿਰਕਤ ਬੈਰਾਗੀ ਇਸ ਮਨ ਨੂੰ ਹੀ ਕਹੀਏ ਤਾਂ ਇਹ ਮਮਤਾ ਰਹਿਤ ਹੋਣਾ ਚਾਹੀਦਾ ਹੈ, ਪਰੰਤੂ ਆਮ ਤੌਰ ਤੇ ਇਹ ਮਨੂਆ ਮਮਤਾ ਗ੍ਰਸਿਆ ਹੀ ਦੀਂਦਾ ਹੈ। ਬਹੁਤੀਆਂ ਪੰਡਤਾਈਆਂ ਵਿਦਿਆ ਪ੍ਰਬੀਨੀਆਂ ਵਾਲੇ ਬੇਦਾਚਾਰੀ ਫਿਲਾਸਫਰਾਂ ਪ੍ਰਤੀ ਇਸ ਪ੍ਰਕਾਰ ਦੇ ਪ੍ਰਸ਼ਨ ਪਾ ਕੇ ਗੁਰੂ ਸਾਹਿਬ ਉਹਨਾਂ ਤੋਂ ਨਿਖੇੜਾ ਕਰਾਉਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਇਸ ਨਿਖੇੜ ਨਿਬੇੜੇ ਤੋਂ ਅਸਮਰੱਥ ਸਮਝ ਕੇ ਗੁਰੂ ਸਾਹਿਬ ਆਪ ਹੀ ਉਹਨਾਂ ਦੀ ਨਿਸ਼ਾ ਕਰਾਉਂਦੇ ਹਨ। ਬੇਦ ਸਦਰਸ ਚਟਕੀਲੇ ਸੁਸ਼ਕੀਲੇ ਚੁੰਚ ਗਿਆਨ ਦੀਆਂ ਪੁਸਤਕਾਂ ਦੇ ਲੱਦ ਲੱਦਿਆਂ ਭਾਰਾਂ ਦੇ ਭਾਰ ਬੰਨਿਆਂ ਅਤੇ ਚੁੰਚ ਗਿਆਨ ਚਰਚਾ ਕਰਕੇ ਸਭਾ ਜੀਤ ਹੋਇਆਂ ਕੁਛ ਨਹੀਂ ਬਣਦਾ, ਸਗੋਂ ਮਨ ਹੋਰ ਚੰਚਲ ਅਤੇ ਅਹੰਗ ਮਮਤਾ ਗ੍ਰਸਤ ਹੋ ਜਾਂਦਾ ਹੈ। ਅਸਲ ਅਧਿਆਤਮ ਤਤ ਗਿਆਨ ਪ੍ਰਾਪਤ ਨਾ ਹੋਣ ਕਰਕੇ ਸਗੋਂ ਹੋਰ ਸ਼ੰਕਾਵਾਦੀ ਹੋ ਜਾਂਦਾ ਹੈ। ਨਾ ਹੀ ਮਨ ਵਸ ਆਉਂਦਾ ਹੈ, ਨਾ ਮਨ ਮਰਦਾ ਹੈ, ਨਾ ਅਹੰਗਤਾ ਮਰਦੀ ਹੈ, ਸਗੋਂ ਦਿਨੋਂ ਦਿਨ ਵੱਧਦੀ ਜਾਂਦੀ ਹੈ। ਸੱਚਾ ਪੰਡਿਤ ਉਹ ਹੈ ਜੋ ਮਨ ਨੂੰ ਪਰਮਾਤਮਾ ਜੋਤ ਸਰੂਪ ਅੰਸ਼ ਸਮਝਦਾ ਹੈ ਅਤੇ ਇਉਂ ਆਪਣਾ ਮੂਲ ਪਛਾਣਦਾ ਹੈ। ਪ੍ਰਚੰਡ ਸ਼ਬਦ ਗੁਰੂ ਨਾਲ ਆਤਮ ਅਭਿਆਸੀ ਲਿਵ ਜੋੜਦਾ ਹੈ। ਇਹੋ ਮਨ ਦੀ ਸੱਚੀ ਖੋਜ ਵਿਚਾਰ ਹੈ। ਮਨ ਪ੍ਰਥਾਏ ਇਹੋ ਜਿਹੇ ਪ੍ਰਸ਼ਨ ਉਚਾਰ ਕੇ ਪ੍ਰਸ਼ਨ ਕਰਤਾ ਆਪਣੀ ਚਤੁਰਾਈ ਅਤੇ ਚਪਲਤਾਈ ਜਣਾਉਂਦਾ ਹੈ। ਮਨ ਦੇ ਤਤ ਅੰਸੀ ਅਸਲੇ ਤੋਂ ਬੇਸੂਝਾਂ ਮੂੜਮਤੀ ਚਤਰ ਕਹਾਉਣ ਵਾਲੇ ਪੰਡਿਤ ਫਿਲਾਸਫਰਾਂ ਨੂੰ ਸੁਮੱਤੇ ਲਾਉਣ ਲਈ ਅਤੇ ਉਹਨਾਂ ਦੀ ਸੋਧਨਾ ਪ੍ਰਬੋਧਨਾ ਕਰਨ ਲਈ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਅਸਲ ਉੱਤਰ ਤੋਂ ਨਿਰਉੱਤਰ ਦੇਖ ਕੇ ਉਹਨਾਂ ਬੇਦਾਚਾਰੀ ਵਿਦਵਾਨਾਂ ਨੂੰ ਇਉਂ ਉੱਤਰ ਦਿੰਦੇ ਹਨ ਕਿ ਕਰਤੇ ਪੁਰਖ ਸਰਬ ਸ੍ਰਿਸ਼ਟੀ ਦੇ ਸਾਜਣਹਾਰੇ ਨੇ ਹੀ ਇਸ ਮਨ ਦੀ ਸਾਜਨਾ ਸਾਜੀ ਹੈ। ਮਨ ਦੀ ਸਾਜਨਾਮਈ ਸ੍ਰਿਸ਼ਟ ਵਿੱਚ 5 ਤੱਤਾਂ ਦੀ ਰਚਨਾ ਕੀਤੀ ਗਈ ਹੈ। ਇਹ ਮਨ 5 ਤੱਤ ਕਾ ਜੀਓ ਆਪਣੇ ਅਸਲੇ ਤੋਂ ਹੀ ਰਚਿਆ ਗਿਆ। ਸੋ ਕਰਤੇ ਪੁਰਖ ਨੇ ਹੀ ਮਾਇਆ ਮਮਤਾ ਦੀ ਗੁਪਤ ਅੰਸ਼ ਇਸ ਮਨ ਦੇ ਅਸਲੇ ਅੰਦਰ ਧਾਤ ਅਸਲੇ ਅੰਦਰ ਮੌਜੂਦ ਰੱਖੀ ਹੈ। ਜੈਸੇ ਅਸਲੇ ਅੰਦਰ ਫਲ ਰੂਪੀ ਸਾਰੇ ਅੰਸ਼ ਗੁਪਤ ਲੁਪਤੀ ਮੌਜੂਦਤਾ ਰੱਖਦੇ ਹਨ, ਤਿਨਾਂ ਗੁਣਾਂ ਦੇ ਪ੍ਰਬਲ ਆਸਰੇ ਹੇਠਾਂ ਇਹ ਮਨ ਲਹਾਓ ਚੜਾਓ ਵਿੱਚ ਪੈ ਕੇ ਕਦੀ ਮਮਤਾ ਮਾਤਾ ਹੋਇਆ ਚੰਚਲ ਹੋ ਜਾਂਦਾ ਹੈ। ਅਹੰਗਮਤ ਕਰਮ ਕਮਾਉਣ ਕਰਕੇ ਇਹ ਮਮਤਾ ਹੋਰ ਵੀ ਵਧੇਰੇ ਵੱਧ ਜਾਂਦੀ ਹੈ। ਕਦੀ ਕਰਤੇ ਪੁਰਖ ਦੀ ਹੁਕਮ ਰਜ਼ਾਈ ਨੇਤ ਅੰਦਰ ਇਸ ਤੇ ਜਦੋਂ ਨਦਰ ਹੋ ਜਾਂਦੀ ਹੈ ਤਾਂ ਇਹ ਮਨੂਆ ਸਿਫਤ ਸਲਾਹੀ ਸੱਚੇ ਸੁਕ੍ਰਿਤ ਕਰਮ ਵਿੱਚ ਲੱਗ ਕੇ ਮਾਇਆ ਮਮਤਾ ਤੋਂ ਉੱਕਾ ਹੀ ਨਿਰਲੇਪ ਹੋ ਜਾਂਦਾ ਹੈ ਅਤੇ ਉੱਚੀ ਸੁਰਤੀ ਵਿੱਚ ਵਿਚਰਦਾ ਹੈ। ਮਨ ਦੇ ਆਪਣੇ ਵਸ ਕੁਛ ਨਹੀਂ। ਕਰਤੇ ਪੁਰਖ ਦੇ ਹੁਕਮ ਅਨੁਸਾਰ ਇਸ ਦੀ ਬਣਾਵਟ ਰਚਨਾ ਹੀ ਐਸੀ ਹੋਈ ਹੈ
ਕਿ ਜਿਸ ਅੰਦਰ ਅਸਲੇ ਮਾਤਰ ਹੀ ਮਾਇਆ ਦੀ ਅੰਸ਼ ਮੌਜੂਦ ਹੈ। ਵਰਤਣ ਵਾਲੇ ਮਨੁੱਖ ਕਰਮ ਕਰਨ ਹਾਰੇ ਪ੍ਰਾਣੀ ਦੇ ਕਰਤਬਾਂ ਦੀ ਵਧਾਈ ਹੋਈ ਵੱਧ ਜਾਂਦੀ ਹੈ ਅਤੇ ਘਟਾਈ ਹੋਈ ਘਟ ਜਾਂਦੀ ਹੈ। ਇਸ ਅੰਸ ਅੰਕੁਰੀ ਕਰਮ ਸ਼ਗੁਫਰੀ ਸਿੱਟੇ ਦਾ ਫਲ ਕਰਤੇ ਪੁਰਖ ਦੇ ਹੱਥ ਹੈ। ਮਨ ਦੇ ਵਸ ਆਪੋਂ ਆਪਣੇ ਕਰਮਾਂ ਦਾ ਫਲ ਚਖਣ ਦੀ ਸਮਰੱਥਾ ਨਹੀਂ, ਪਰ ਮਿਲਦਾ ਸਭ ਕੁਝ ਇਸ ਦੇ ਕਰਮਾਂ ਅਨੁਸਾਰ ਹੀ ਹੈ। ਪਰ ਫਲ ਦੇਣਹਾਰ ਦਾ ਤਾਰ ਵਾਹਿਗੁਰੂ ਆਪ ਹੈ। ਕਰਤੇ ਪੁਰਖ ਨੇ ਆਪਣੀ ਰਚਨਾ ਦਾ ਖੇਲ ਹੀ ਐਸਾ ਰਚਾਇਆ ਹੈ, ਮਨ ਦਾ ਅਸਲਾ ਹੀ ਐਸਾ ਬਣਾਇਆ ਹੈ ਕਿ ਜੋ ਇਸ ਦੇ ਅਧੀਨ ਹੋ ਜਾਂਦੇ ਹਨ, ਜੋ ਪ੍ਰਾਣੀ ਇਸ ਦੇ ਅਧੀਨ ਹੋ ਕੇ ਮਮਤਾ ਗ੍ਰਸਤ ਹੋ ਕੇ ਕਰਮ ਕਮਾਉਂਦੇ ਹਨ, ਉਹ 84 ਦੇ ਗੇੜ ਵਿੱਚ ਪੈ ਜਾਂਦੇ ਹਨ। ਜੋ ਇਸ ਉੱਤੇ ਹਾਵੀ ਹੁੰਦੇ ਹਨ, ਸੋ ਉੱਚ ਸੁਰਤੀ ਵਾਲੇ ਬ੍ਰਹਮ ਨਿਸ਼ਠੀ ਤਤ ਗਿਆਨੀ ਹੋ ਜਾਂਦੇ ਹਨ। ਇਸ ਗੋਜ ਭੇਦ ਵਾਲੀ ਗੱਲ ਨੂੰ ਗੁਰਪ੍ਰਸਾਦੀ ਹੀ ਬੁੱਝਿਆ ਜਾ ਸਕਦਾ ਹੈ। ਮਨ ਦੀ ਬਣਤਰ ਦਾ ਅਸਲ ਤਤ ਗਿਆਨ ਭੇਦ ਉਸੇ ਵਡਭਾਗੇ ਪੁਰਸ਼ ਨੂੰ ਹੀ ਆਇਆ ਹੈ ਜੋ ਸਤਿਗੁਰੂ ਦੀ ਦੀਖਿਆ ਦਾ ਪ੍ਰਸਾਦ ਲੈ ਕੇ ਉਸ ਨੂੰ ਭਲੀ ਭਾਂਤੇ ਪੁੰਚਦੇ ਸੁੰਚਦੇ ਹਨ। ਇਸ ਪੁੰਚਣ ਸੁੰਚਣ ਦਾ ਜਦੋਂ ਤਤ ਜੋਤ ਪਰਮ ਅੰਤਰ ਆਤਮੇ ਪ੍ਰਕਾਸ਼ਿਤ ਹੋ ਜਾਂਦਾ ਹੈ, ਤਦੋਂ ਅਗੰਮ ਗਿਆਨ ਦੀ ਸੋਝੀ ਆਉਂਦੀ ਅਤੇ ਸਾਰੀਆਂ ਗੁੰਝਲਾਂ ਖੁੱਲ ਜਾਂਦੀਆਂ ਹਨ। ਜਿਨ੍ਹਾਂ ਸੁਰਤਿਆਂ ਦੀ ਸੁਰਤੀ ਉੱਚੇ ਮੰਡਲਾਂ ਵਿੱਚ ਗੁਰੂ ਦੀ ਕਿਰਪਾ ਨਾਲ ਜਾ ਚੜ੍ਹਦੀ ਹੈ, ਸੋ ਜਨ ਸਦਾ ਹੀ ਹਰਦਮ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਵਾਸਾ ਰੱਖਦੇ ਹੋਏ ਵਾਹਿਗੁਰੂ ਨੂੰ ਸਾਂਗੋ ਪਾਂਗ ਵੇਖਦੇ ਹਨ। ਤਿਨਾਂ ਨੂੰ ਹੀ ਮਨ ਪਰਥਾਏ ਤਤ ਅਮੁੱਲੇ ਅਸੂਲ ਦਾ ਪਤਾ ਲੱਗਦਾ ਹੈ, ਨਹੀਂ ਤਾਂ ਮਨ ਦੀਆਂ ਫਿਲਾਸਫੀਆਂ ਵਾਲੇ ਕਰੋੜਾਂ ਹੀ ਟੱਕਰਾਂ ਮਾਰਦੇ ਫਿਰਦੇ ਹਨ। ਮਨ ਦਾ ਜੋਤ ਸਰੂਪੀ ਮੂਲ ਸਮਝਣ ਵਾਲੇ ਤਤ ਗੁਰਮਤਿ ਗਿਆਨੀ ਗੁਰਮੁਖ ਜਨ ਹੀ ਇਸ ਭੇਦ ਦੇ ਅਸਲ ਹੱਲ ਤੋਂ ਸੰਤੁਸ਼ਟ ਹਨ, ਨਹੀਂ ਤਾਂ ਸਭ ਭੰਬਲ ਭੂਸੇ ਖਾਂਦੇ ਹਨ। ਗੁਰਮਤਿ ਤੋਂ ਊਰੀ ਕਰਨੀ ਤੇ ਮਾਣ ਕਰਨਾ ਮਹਾ ਮੂਰਖਤਾ ਹੈ। ਸਿਫਤ ਸਲਾਹ ਤੋਂ ਸਖਣੀ ਵੱਡੀ ਤੋਂ ਵੱਡੀ ਕਰਨੀ ਵਾਲੇ ਜਗਤ ਪ੍ਰਸਿੱਧ ਵਡੀਰੇ ਲੋਕ ਸਦਾ ਭੁੱਲਦੇ ਆਏ ਹਨ। ਉਹਨਾਂ ਨੂੰ ਪਿਛਲੇ ਅਹੰਗਮਤ ਕਰਮਾਂ ਦੀ ਕਰਨੀ ਦਾ ਫਲ ਇਹ ਮਿਲਦਾ ਆਇਆ ਹੈ ਕਿ ਅਗਲੇ ਜਨਮ ਵਿੱਚ ਅਵਸ਼ ਉਹ ਕਰਮ ਕਰ ਬੈਠਦੇ ਹਨ ਜੋ ਦਰਅਸਲ ਬਿਵਰਜਤ ਕਰਮ ਹੁੰਦੇ ਹਨ, ਜਿਨ੍ਹਾਂ ਤੋਂ ਉਹਨਾਂ ਨੂੰ ਹੋੜਿਆ ਵੀ ਗਿਆ ਹੁੰਦਾ ਹੈ। ਉਹ ਲੋਕ ਭਾਵੀ ਦੇ ਪੁਚਲਾਏ ਹੋਏ ਉਹੀ ਕਰਮ ਕਰਨੋਂ ਨਹੀਂ ਰੁਕਦੇ। ਦਰਅਸਲ ਐਸੇ ਅਣਰੁਕੇ ਰੁਕਾਏ ਹੋ ਕੇ ਨਾ ਕਰਨ ਯੋਗ ਕਰਮ ਉਹਨਾਂ ਤੋਂ ਸਜ਼ਾ ਦੇ ਤੌਰ ਪਰ ਕਰਾਏ ਜਾਂਦੇ ਹਨ। ਵੱਡੇ ਵੱਡੇ ਧਰਮੱਗ ਸਦਾਉਣ ਵਾਲੇ ਲੋਕ ਵੀ ਭੁੱਲਦੇ ਆਏ ਹਨ ਅਤੇ ਸਜ਼ਾਏ ਜਜ਼ਾਏ ਗਏ ਹਨ। ਕਿਸੇ ਨੂੰ ਆਪਣੇ ਨਿਜ ਕਰਮਾਂ ਉੱਤੇ ਮਾਣ ਨਹੀਂ ਕਰਨਾ ਚਾਹੀਦਾ। ਕਰਨਹਾਰ ਕਰਤਾਰ ਸਮਰੱਥ ਸਿਰਜਣਹਾਰ ਉੱਤੇ ਹੀ ਸਾਰੀ ਡੋਰੀ ਛੱਡ ਦੇਣੀ ਚਾਹੀਦੀ ਹੈ। ਉਹੀ ਸਭ ਕੁਝ ਕਰਦਾ ਕਰਾਉਂਦਾ ਹੈ। ਬਸ ਕਰੇ ਕਰਾਏ ਆ ਪ੍ਰਭ ਦੇ ਪ੍ਰਸ਼ਨ ਪਰਥਾਏ ਇਹ ਉੱਤਰ ਦਾ ਗੁਰ ਪ੍ਰਮਾਣ ਦੇ ਕੇ ਅਤੇ ਵਿਆਖਤ ਕਰਕੇ ਅਸੀਂ ਇਸ ਪ੍ਰਕਰਣ ਦੀ ਸਮਾਪਤੀ ਕਰਦੇ ਹਾਂ। ਪ੍ਰਭਾਤੀ ਮਹੱਲਾ ਪਹਿਲਾ ਦੱਖਣੀ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿ ਸਰੀਰ ਚਿਹਨ ਭਗ ਹੁਏ ਤਾਂ ਮਨ ਪਛੋਤਾਇਆ। ਕੋਈ ਜਾਣ ਨਾ ਭੂਲੈ ਭਾਈ ਸੋ ਭੂਲੈ ਜਿਸ ਆਪ ਭੁਲਾਏ, ਬੂਝੈ ਜਿਸੈ ਬੁਝਾਈ। ਰਹਾਓ। ਤਿਨ ਹਰੀ ਚੰਦ ਪ੍ਰਿਥਵੀ ਪਤ ਰਾਜੈ, ਕਾਗਦ ਕੀਮ ਨਾ ਪਾਈ। ਔਗਣ ਜਾਣੈ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਬਿਕਾਈ। ਕਰੋ ਅਢਾਈ ਧਰਤੀ ਮੰਗੀ 52 ਰੂਪ ਬਹਾਨੈ, ਕਿਉਂ ਪਿਆਲ ਜਾਏ ਕਿਉਂ ਛਲੀਐ ਜੇ ਬਲ ਰੂਪ ਪਛਾਨੈ। ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿਨ ਕਰ ਜਗ 18 ਘਾਏ ਕਿਰਤ ਨ ਚਲੈ ਚਲਾਇਆ। ਗਣਤ ਨ ਗਣੀ ਹੁਕਮ ਪਛਾਣਾ, ਬੋਲੀ ਪਾਏ ਸੁਭਾਈ। ਜੋ ਕਿਛ ਵਰਤੈ ਤੁਧੈ ਸਲਾਹੀ, ਸਭ ਤੇਰੀ ਵਡਿਆਈ। ਗੁਰਮੁਖ ਅਲਿਪਤ ਲੇਪ ਕਦੇ ਨ ਲਾਗੈ, ਸਦਾ ਰਹੈ ਸ਼ਰਣਾਈ। ਮਨਮੁਖ ਮੁਗਧ ਆਗੈ ਚੇਤੈ ਨਾਹੀ, ਦੁਖ ਲਾਗੈ ਪਛਤਾਈ। ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ, ਹਰ ਅਭਿਮਾਨ ਨ ਜਾਈ ਜਿਉ ਅਭਿਮਾਨੇ ਪੈ ਪਚੀਐ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨ ਭੁੱਲੈ। ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰ ਪ੍ਰਸਾਦ ਅਗੁੱਲੈ। ਪੂਰਬਲੇ ਕਰਮਾਂ ਦੀ ਗਤੀ ਵਾਲੀ ਭਾਵੀ ਟਲਦੀ ਨਹੀਂ, ਉਹ ਅਵਸ਼ ਹੋ ਕੇ ਰਹਿੰਦੀ ਹੈ। ਉਕਤ ਭਾਵੀ ਅਧੀਨੜੇ ਕਰਮ ਹੋ ਕੇ ਰਹਿੰਦੇ ਹਨ, ਟਲਦੇ ਨਹੀਂ, ਕਦਾਚਿਤ ਟਲਦੇ ਨਹੀਂ। ਭੁਗਤਣੇ ਪੈਂਦੇ ਹਨ ਅਤੇ ਕਰਮਾਂ ਦੇ ਰੂਪ ਵਿੱਚ ਭੁਗਤਣੇ ਪੈਂਦੇ ਹਨ। ਉਕਤ ਕਰਮ ਸਜ਼ਾ ਰੂਪ ਵਿੱਚ ਹੁੰਦੇ ਹਨ। ਭਾਵੀ ਦਾ ਭੁਲਾਇਆ ਹੋਇਆ
ਵੱਡੀ ਤੋਂ ਵੱਡੀ ਮਤਬੁੱਧ ਚਤੁਰਾਈ ਵਾਲਾ ਪੁਰਸ਼ ਵੀ ਉਹ ਕਰਮ ਕਰ ਬੈਠਦਾ ਹੈ ਜੋ ਅਨੁਚਿਤ ਹੋਣ। ਭਾਵੀ ਭੁਗਤਾਉਣ ਦੀ ਨੱਥ ਕਰਤੇ ਹੱਥ ਹੁੰਦੀ ਹੈ। ਉੱਪਰਲੇ ਗੁਰਵਾਕ ਅੰਦਰ ਆਏ ਉਚਾਰਨ ਹੋਏ ਦ੍ਰਿਸ਼ਟਾਂਤ ਇਸੇ ਭਾਵੀ ਭੁੱਲਣੇ ਭਾਵ ਦੇ ਸਾਖੀ ਹਨ। ਗੌਤਮ ਰਿਖੀ ਆਪਣੇ ਵਕਤ ਦੇ ਪ੍ਰਸਿੱਧ ਮਹਾਤਮਾ ਹੋਏ ਹਨ। ਉਸ ਮਹਾਤਮਾ ਨੂੰ ਆਪਣੀ ਮਹਾਤਮਤਾਈ ਦਾ ਅਤੇ ਆਪਣੀ ਇਸਤਰੀ ਦੇ ਸਤੀਬ੍ਰਤ ਹੋਣ ਦਾ ਬੜਾ ਹੀ ਮਾਣ ਸੀ, ਪਰੰਤੂ ਵਰਤਣਹਾਰ ਭਾਵੀ ਅਨੁਸਾਰ ਇਹ ਭਾਣਾ ਵਰਤਿਆ ਕਿ ਉਸੇ ਵਕਤ ਦੇ ਇੱਕ ਹੋਰ ਪ੍ਰਸਿੱਧ ਰਾਜੇ ਇੰਦਰ ਦੀ ਮੱਤ ਮਾਰੀ ਗਈ। ਉਹ ਮਹਾਤਮਾ ਰਿਖੀਸ਼ਰ ਗੌਤਮ ਦੀ ਸਤਵੰਤੀ ਇਸਤਰੀ ਦੇ ਅਤ ਸੁੰਦਰ ਰੂਪ ਉੱਤੇ ਮੋਹਿਤ ਹੋ ਗਿਆ। ਰਿਖੀ ਗੌਤਮ ਦੀ ਬੁੱਧੀ ਵੀ ਐਸੀ ਫਿਰੀ ਕਿ ਉਹ ਅੱਧੀ ਰਾਤ ਨੂੰ ਬੇਵਕਤੇ ਹੀ ਦਰਿਆਏ ਤੇ ਇਸ਼ਨਾਨ ਕਰਨ ਲਈ ਟੁਰ ਗਿਆ। ਉਸ ਦੀ ਗੈਰ ਹਾਜ਼ਰੀ ਵਿੱਚ ਇੰਦਰ ਨੇ ਦਾਉ ਤਕਾ ਕੇ ਤੇ ਗੌਤਮ ਦਾ ਰੂਪ ਵਟਾ ਕੇ ਧੋਖੇ ਵਿੱਚ ਰਿਖੀ ਦੀ ਸਤਵੰਤੀ ਇਸਤਰੀ ਦਾ ਸਤ ਭੰਗ ਕਰ ਦਿੱਤਾ, ਉਸ ਨਾਲ ਸੰਗ ਕਰਕੇ। ਭਰਮ ਭੁਲਾਇਆ ਹੋਇਆ, ਕੁਵਖਤੇ ਜਗਾਇਆ ਹੋਇਆ ਰਿਖੀ ਭਾਣੇ ਅੰਦਰ ਮੁੜ ਮੌਕੇ ਤੇ ਹੀ ਆ ਗਿਆ ਅਤੇ ਕੁਸੰਗ ਹੁੰਦਾ ਆਪਣੀ ਇਸਤਰੀ ਦਾ ਸਤ ਭੰਗ ਹੁੰਦਾ ਆਪਣੇ ਅੱਖੀਂ ਹੀ ਉਸਨੇ ਦੇਖ ਲਿਆ। ਗੌਤਮ ਰਿਖੀ ਨੇ ਕ੍ਰੋਧ ਵਿੱਚ ਆ ਕੇ ਇੰਦਰ ਨੂੰ ਸਰਾਪ ਦੇ ਦਿੱਤਾ ਕਿ ਜਿਸ ਭਗ ਇੰਦਰੇ ਵਿਸ਼ੇ ਕਾਰਨ ਤੂੰ ਕਾਮ ਆਤਰੇ ਹੋ ਕੇ ਪਰਤ੍ਰੈ ਗਮਨ ਕੀਤਾ ਹੈ ਅਤੇ ਪਤੀਬ੍ਰਤਾ ਦਾ ਸਤ ਭੰਗ ਕੀਤਾ ਹੈ, ਜਾਂ ਤੇਰੇ ਸਰੀਰ ਉੱਤੇ 1000 ਚਿਹਨ ਭਗ ਦੇ ਹੋ ਜਾਣ। 1000 ਭੱਗਾਂ ਦੇ ਚਿੰਨ ਇੰਦਰ ਦੇ ਸਾਰੇ ਸਰੀਰ ਤੇ ਹੋ ਗਏ। ਅਤ ਲੱਜਤ ਹੋ ਕੇ ਪਤਾਲ ਵਿੱਚ ਜਾ ਲੁਕਿਆ। ਬੱਜਰ ਪਾਪ ਦੇ ਪਛਚਾਤਾਪ ਕਰਕੇ ਪ੍ਰਾਸ਼ਚਿਤ ਵਿੱਚ ਇੰਦਰ ਨੇ ਫੇਰ ਬੜਾ ਉਗਰ ਤਪ ਕੀਤਾ, ਜਿਸ ਕਰਕੇ ਨਿਸ਼ਾਨ ਮਿਟੇ ਤਾਂ ਨਾ, ਪਰ 1000 ਭੱਗਾਂ ਦੇ ਥਾਂ 1000 ਨੇਤਰਾਂ ਦੇ ਨਿਸ਼ਾਨ ਉਸ ਦੇ ਸਰੀਰ ਤੇ ਹੋ ਗਏ। ਇਸੇ ਕਾਮਨਾ ਨੂੰ ਲੈ ਕੇ ਉਹ ਤਪ ਕਰਨ ਲੱਗਾ ਸੀ। 1000 ਭੱਗਾਂ ਦੀ ਸ਼ਰਮ ਤਾਂ ਲੱਥੀ, 1000 ਨੇਤਰਾਂ ਵਾਲਾ ਹੋ ਕੇ ਫੇਰ ਲੁਕਿਆ ਹੋਇਆ ਬਾਹਰ ਲੋਕਾਂ ਦੇ ਸਾਹਮਣੇ ਆਇਆ। ਮਨ ਵਿੱਚ ਬਥੇਰਾ ਪਛਤਾਇਆ ਕਿ ਮੈਂ ਕੀ ਕਰ ਬੈਠਾ, ਪਰ ਭਾਵੀ ਮਿਟਦੀ ਨਹੀਂ, ਪਿਛਲੇ ਕਰਮਾਂ ਦੀ ਗਤੀ ਟਲਦੀ ਨਹੀਂ। ਪਛਤਾਇਆ ਕੀ ਬਣਦਾ ਹੈ? ਕਰਮ ਕਰਤੂਤੀ ਸਜ਼ਾ ਮਿਲ ਕੇ ਰਹੀ। ਉਸ ਨੂੰ ਸਜ਼ਾ ਵੀ ਅਵਸ਼ ਮਿਲਣੀ ਸੀ ਤੇ ਇਸ ਸਜ਼ਾ ਵਾਲੇ ਕਰਮ ਵੀ ਉਸ ਤੋਂ ਅਵਸ਼ ਕਰਾਉਣੇ ਸੀ। ਪਿਛਲੇ ਕਰਮਾਂ ਦੀ ਗਤੀ ਗਤਾਉਣ ਲਈ ਉਸ ਦੀ ਮੱਤ ਮਾਰੀ ਗਈ, ਭੁੱਲ ਗਿਆ, ਡੁੱਲ ਗਿਆ। ਕਰਮਾਂ ਦਾ ਮਾਰਿਆ, ਕਰਮਾਂ ਦਾ ਭੁਲਾਇਆ ਹੋਇਆ ਹੀ ਭੁੱਲਿਆ। ਇਸ ਸਜ਼ਾ ਦਿਵਾਊ ਭੁਲਾਉਣੀ ਵਾਲੇ ਕਰਮ ਨਿਆਂਕਾਰੀ ਕਰਨਹਾਰ ਕਰਤਾਰ ਨੇ ਉਸ ਤੋਂ ਆਪ ਕਰਾਏ। ਉਸ ਨੂੰ ਡੰਨ ਦੇਣ ਲਈ ਅਤੇ ਗੌਤਮ ਦਾ ਮਾਨ ਤੋੜਨ ਲਈ ਉਸ ਨੂੰ ਹੀ ਆਪਣੀ ਮਾਨਸਰੀ ਮੱਤੀ ਦਾ ਬੁੱਧੂ ਬਣਾ ਕੇ ਹੀ ਠੱਗਿਆ ਤੇ ਉਸ ਦਾ ਮਾਨ ਤੋੜ ਕੇ ਛੱਡਿਆ। ਇੰਨਾ ਚਤਰ ਸਿਆਣਾ ਹੋ ਕੇ ਉਹ ਕਦ ਆਪੇ ਜਾਣ ਕੇ ਭੁੱਲਦਾ ਸੀ। ਉਸ ਦੀ ਮੱਤ ਮਾਰ ਦਿੱਤੀ ਗਈ ਅਤੇ ਸਿਆਣੇ ਹੁੰਦੇ ਦੀ ਮੱਤ ਇਉਂ ਬੇਤਾਲੀ ਗਈ। ਭਾਵੀ ਦੇ ਧੱਕੇ ਹੋਏ ਭਾਣੇ ਅੰਦਰ ਭ੍ਰਮ ਭੁਲਾਏ ਹੋਏ ਪ੍ਰਿਥਵੀ ਦੇ ਮਾਲਕ ਰਾਜੇ ਹਰੀਸ਼ ਚੰਦਰ ਨੇ ਇੱਕ ਕੋਰੇ ਕਾਗਜ਼ ਜਿੰਨੀ ਫੁੱਟੀ ਕੌਡੀ ਜਿੰਨੀ ਕੀਮਤ ਨਾ ਪਾਈ। ਜੇ ਉਸ ਨੂੰ ਪਤਾ ਹੁੰਦਾ ਕਿ ਪੁੰਨ ਦਾਨ ਕੀਤੇ ਉਸ ਨੂੰ ਉਲਟੇ ਪੈਣੇ ਹਨ, ਗੁਣ ਕੀਤੇ ਹੋਏ ਔਗਣ ਬਣ ਜਾਣੇ ਹਨ, ਤਾਂ ਉਹ ਪੁੰਨ ਦਾਨ ਕਿਉਂ ਕਰਦਾ? ਪੁੰਨ ਦਾਨ ਤਾਂ ਉਸਨੇ ਆਪਣੇ ਭਲੇ ਲਈ ਕੀਤੇ ਸਨ, ਪਰ ਫਲੇ ਨਹੀਂ। ਕਿਸੇ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜੇ ਕਰਤਾਰ ਨੂੰ ਭਾਵੇ ਸੋਈ ਪੁੰਨ ਕਰਮ ਸਫਲ ਫਲਦਾ ਹੈ। ਭਾਣੇ ਦੀ ਲਿਖਤਕਾਰ ਖੇਡ ਐਸੀ ਹੀ ਲਿਖੀ ਹੋਈ ਸੀ ਕਿ ਪੁੰਨ ਕਰਮ ਕੀਤੇ ਦੀ ਕਾਰ ਉਸ ਨੂੰ ਉਲਟੀ ਹੀ ਪੈਣੀ ਸੀ। ਐਡਾ ਪ੍ਰਿਥੀਪਤ ਰਾਜਾ ਹੁੰਦਾ ਹੋਇਆ ਉਹ ਦਾਣਿਆਂ ਦੇ ਭਾਅ ਮੰਡੀ ਵਿੱਚ ਵਿਕਿਆ ਅਤੇ ਬੜੇ ਸਸਤੇ ਭਾਅ ਵਿਕਿਆ। ਚੰਡਾਲਾਂ ਦੇ ਹੱਥ ਚੰਡਾਲ ਕਰਮ ਕਰਨ ਲਈ ਵਿਕਿਆ ਅਤੇ ਚੰਡਾਲ ਕਰਮ ਉਸ ਨੂੰ ਕਰਨੇ ਪਏ। ਜੇ ਰਾਜਿਓਂ ਚੰਡਾਲ ਬਣ ਜਾਣ ਦੀ ਖੇਡ ਦੇ ਭਾਣੇ ਦੀ ਉਸ ਨੂੰ ਖਬਰ ਹੁੰਦੀ ਜਾਂ ਉਸ ਦੇ ਆਪਣੇ ਹੱਥ ਵੱਸ ਦੀ ਖੇਡ ਹੁੰਦੀ ਤਾਂ ਉਹ ਕਿਉਂ ਮੰਡੀ ਵਿੱਚ ਵਿਕਦਾ? ਪਰ ਮੰਡੀ ਵਿੱਚ ਚੰਡਾਲਾਂ ਦੇ ਘਰ ਵਿਕਣਾ ਅਤੇ ਚੰਡਾਲ ਦੀ ਕਿਰਤ ਕਰਮੀ ਲਿਬੇੜ ਵਿੱਚ ਲਿਬੜਨਾ ਉਸ ਦੇ ਪੂਰਬਲੇ ਕਰਮਾਂ ਦੀ ਧੁਰ ਮਸਤਕ ਲਿਖੀ ਲਿਖਤ ਵਿੱਚ ਪਹਿਲੇ ਹੀ ਲਿਖਿਆ ਹੋਇਆ ਸੀ। ਉਸ ਨੂੰ ਕੌਣ ਮੇਟ ਸਕਦਾ? ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਰਾਮ ਕਲੀ ਮਹਲਾ ਪਹਿਲਾ ਦੱਖਣੀ ਓੰਕਾਰ। ਸਤਿਗੁਰੂ ਤਾਂ ਸਮਰੱਥ ਹੈ ਕਿ ਸੂਲੀ ਦੀ ਸਜ਼ਾ ਸੂਲ ਵਿੱਚ ਭੁਗਤਾ ਦੇਵੇ, ਪਰ ਲਿਖੇ ਲੇਖ ਦੀ ਰੇਖ ਉੱਕੀ ਹੀ ਮਿਟਦੀ ਨਹੀਂ, ਵਨਗੀ ਮਾਤਰ ਉਸ ਦਾ ਪਾ ਲੱਗ ਹੀ ਜਾਂਦਾ ਹੈ। ਸਤਿਗੁਰੂ ਸਾਰੀ ਉਮਰ ਵਿੱਚ ਭੁਗਤਣ ਵਾਲਾ ਕੁਲੇਖ ਇੱਕ ਸੁਪਨ ਚਮਤਕਾਰ ਵਿੱਚ ਹੀ ਭੁਗਤਾ ਦਿੰਦਾ ਹੈ। ਜੈਸੇ ਕਿ ਗੁਰੂ ਸੱਚੇ ਪਾਤਸ਼ਾਹ ਨੇ
ਕਈਆਂ ਦਾ ਭੁਗਤਾਇਆ। ਚੰਡਾਲਾਂ ਚੂੜਿਆਂ ਦੇ ਘਰ ਜਨਮ ਲੈ ਕੇ ਸਾਰੀ ਉਮਰ ਚੂੜਿਆਂ ਚੰਡਾਲਾਂ ਦੇ ਘਰ ਬਿਤਾਉਣ ਵਾਲਾ ਲੇਖ ਇੱਕ ਚਮਤਕਾਰ ਮਾਤਰ ਵਿੱਚ ਪ੍ਰਤੱਖਤਾ ਦਾ ਸਬੂਤ ਦੇ ਕੇ ਕੱਟ ਦਿੱਤਾ। ਬਿਲਮ ਨਹੀਂ ਲੱਗੀ। ਅਲਪੱਗ ਬੰਦੇ ਦੇ ਵੱਸ ਕੁਛ ਨਹੀਂ ਕਿ ਆਪਣੇ ਕੀਤੇ ਦੀ ਮੇਟਣੀ ਮੇਟ ਸਕੇ। ਇੱਥੇ ਕੇਵਲ ਗੁਰੂ ਕਰਤਾਰ ਦਾ ਹੀ ਵਸੀਕਾਰ ਹੈ। ਬਲ ਰਾਜਾ ਬੜਾ ਦਾਨੀ ਰਾਜਾ ਹੋਇਆ ਹੈ। ਉਸ ਤੋਂ ਵਿਸ਼ਨੂੰ ਨੇ 52 ਅਵਤਾਰ ਬਣ ਕੇ ਬੌਣੇ ਦਾ ਰੂਪ ਧਾਰ ਕੇ ਸਿਰਫ 2.5 ਕਰਮਾਂ ਧਰਤੀ ਦਾ ਦਾਨ ਮੰਗਿਆ। ਬਲ ਰਾਜੇ ਨੇ ਤਿੜ ਕੇ ਵਫਾ ਕੇ ਦੇ ਦਿੱਤਾ। ਵਿਸ਼ਨੂੰ ਨੇ ਤਾਂ 52 ਬੌਣੇ ਦਾ ਰੂਪ ਧਾਰ ਕੇ ਬਲ ਰਾਜੇ ਨੂੰ ਛੱਲਣ ਦਾ ਛਲ ਲੈਣ ਦਾ ਬਹਾਨਾ ਹੀ ਬਣਾਇਆ ਸੀ। ਬਲ ਦੇ ਦਾਨ ਦੇਣ ਦਾ ਬਚਨ ਮਿਲਣਸਾਰ 52 ਅਵਤਾਰ ਨੇ ਬੈਰਾਟ ਰੂਪ ਧਾਰ ਕੇ ਬੜੇ ਤੋਂ ਬੜਾ ਅਤ ਵੱਡਾ ਵਿਸਥਾਰ ਦਾ ਕੱਦ ਆਪਣਾ ਬਣਾ ਲਿਆ। 2 ਕਰਮਾਂ ਵਿੱਚ ਤਾਂ ਧਰਤੀ ਅਸਮਾਨ ਦੋਨੋਂ ਮਿਣ ਲਏ ਅਤੇ ਬਾਕੀ ਰਹਿੰਦੀ ਅੱਧੀ ਕਰਮ ਵਿੱਚ ਬਲ ਦਾ ਸਰੀਰ ਮਾਪ ਲਿਆ। ਜੇਕਰ ਬਲ ਰਾਜਾ ਹਰੀ ਦੇ 52 ਰੂਪੀ ਛਲੀਏ ਸਰੂਪ ਨੂੰ ਪਛਾਣ ਲੈਂਦਾ ਤਾਂ ਕਿਉਂ ਛਲਿਆ ਜਾਂਦਾ, ਤਾਂ ਕਿਉਂ ਉਸ ਨੂੰ ਪਤਾਲ ਜਾਣਾ ਪੈਂਦਾ। ਰਾਜੇ ਜਨਮੇਜੇ ਨੂੰ ਉਸ ਦੇ ਜੋਤਿਸ਼ ਨਿਪੁੰਨ ਵਿਦਿਆ ਗੁਰੂ ਬਿਆਸ ਨੇ ਬਥੇਰੀਆਂ ਮੱਤਾਂ ਦੇ ਕੇ ਪੜ੍ਹਾਇਆ ਅਤੇ ਉਸ ਨੂੰ ਬਥੇਰਾ ਵਰਜਿਆ ਕਿ ਤੂੰ ਫਲਾਣੇ ਮੌਕੇ ਘੋੜੇ ਤੇ ਨਾ ਚੜ੍ਹੀ। ਜੇ ਚੜ੍ਹਿਆ ਵੀ ਤਾਂ ਫਲਾਣੀ ਅਪਸਰਾ ਦੇ ਵਿਹੜੇ ਨਾ ਵੜੀ। ਜੇ ਉਸ ਦੇ ਵਿਹੜੇ ਜਾ ਵੜਿਆ ਤਾਂ ਉਸ ਅਪਸਰਾ ਨੂੰ ਵਿਆਹ ਕੇ ਆਪਣੇ ਘਰ ਨਾ ਲਿਆਵੀਂ। ਘਰ ਲੈ ਵੀ ਆਇਆ ਤਾਂ ਉਸ ਅਪਸਰਾ ਦੇ ਆਖੇ ਨਾ ਲੱਗੀ, ਨਹੀਂ ਤਾਂ ਤੈਨੂੰ ਰਸਾਤਲ ਵਿੱਚ ਜਾ ਸੁੱਟੇਗੀ। ਬਥੇਰਾ ਇਸ ਪ੍ਰਕਾਰ ਮੱਤਾਂ ਦੇ ਦੇ ਕੇ ਬਿਆਸ ਨੇ ਰਾਜੇ ਜਨਮੇਜੇ ਨੂੰ ਸਮਝਾਇਆ, ਪਰ ਭਾਵੀ ਮਿਟਦੀ ਨਹੀਂ, ਕਰਮ ਗਤੀ ਟਲਦੀ ਨਹੀਂ, ਮਸਤਕ ਲਿਖੇ ਲੇਖ ਦੀ ਰੇਖ ਮਿਟਦੀ ਨਹੀਂ। ਐਨ ਮੌਕੇ ਸਿਰ ਜਨਮੇਜੇ ਦੀ ਮੱਤ ਮਾਰੀ ਗਈ। ਉਸਨੇ ਸਭ ਕੁਝ ਕੀਤਾ ਜਿਸ ਤੋਂ ਉਸਨੂੰ ਵਰਜਿਆ ਗਿਆ ਸੀ। ਅਪਸਰਾ ਦੀ ਪ੍ਰੇਰਨਾ ਨਾਲ ਰਾਜੇ ਨੇ ਯੱਗ ਰਚਾਇਆ ਅਤੇ 18 ਬ੍ਰਾਹਮਣ ਬੁਲਾਏ। ਰਾਣੀ ਬਰੀਕ ਪਤਲੇ ਕੱਪੜੇ ਪਹਿਨ ਕੇ ਆਈ, ਜਿਸ ਨੂੰ ਵੇਖ ਕੇ ਬ੍ਰਾਹਮਣ ਹੱਸ ਪਏ। ਰਾਜੇ ਨੇ ਕ੍ਰੋਧ ਵਿੱਚ ਆ ਕੇ 18 ਦੇ 18 ਬ੍ਰਾਹਮਣ ਹੀ ਮਰਵਾ ਦਿੱਤੇ, ਜਿਸ ਤੋਂ ਉਸਨੂੰ ਕੋੜ ਦਾ ਰੋਗ ਹੋ ਗਿਆ। ਕਿਰਤ ਕਰਮੀ ਰੇਖ ਵਾਲਾ ਹੁਕਮੀ ਭਾਣਾ ਚਲਾਇਆ ਚਲਦਾ ਨਹੀਂ, ਟਾਲਿਆ ਟਲਦਾ ਨਹੀਂ। ਕਰਮਾਂ ਤੋਂ ਬਣੇ ਲੇਖ ਟਾਲੇ ਟਲਦੇ ਨਹੀਂ। ਹੁਕਮ ਦੀ ਕਾਰ ਵਿੱਚ ਸਹਿਜ ਸਿਆਣਪੀ ਗਿਣਤੀ ਮਿਣਤੀ ਪੁੱਜਦੀ ਨਹੀਂ। ਗੁਰੂ ਨਾਨਕ ਸਾਹਿਬ ਸਹਿਜ ਸੁਭਾਏ ਬਚਨ ਫੁਰਮਾਨ ਉਚਾਰਦੇ ਹਨ ਕਿ ਅਕਾਲੀ ਹੁਕਮ ਨੂੰ ਪਛਾਣ ਕੇ ਸਤ ਸਤ ਕਰਕੇ ਮੰਨਣਾ ਹੀ ਗੁਰਮੁਖਤਾਈ ਵਾਲੀ ਹੁਕਮ ਰਜ਼ਾਈ ਮਤ ਸੁਮਤ ਹੈ। ਜੋ ਕੁਛ ਵੀ ਵਰਤਾਰਾ ਵਰਤੇ ਹੁਕਮ ਰਜ਼ਾ ਵਾਲਾ, ਤਿਸੈ ਵਿੱਚ ਹੀ ਰਾਜ਼ੀ ਰਹੇ। ਹੇ ਵਾਹਿਗੁਰੂ, ਸਭ ਤੇਰੀ ਹੀ ਵਡਿਆਈ ਹੈ। ਹਰ ਹਾਲਤ ਵਿੱਚ ਤੁਧ ਨੂੰ ਹੀ ਸਲਾਹੁੰਦਾ ਰਹਾਂ। ਗੁਰਮੁਖ ਜਨ ਤੇਰਾ ਭਾਣਾ ਮਿੱਠਾ ਕਰਕੇ ਮੰਦਾ ਹੋਇਆ ਹਰ ਹਾਲਤ ਵਿੱਚ ਦੁੱਖ ਸੁੱਖ ਹਰਗ ਸੋਗ ਤੋਂ ਅਤੀਤ ਨਿਰਲੇਪ ਰਹਿੰਦਾ ਹੈ। ਉਸ ਨੂੰ ਕਦੇ ਲੇਪ ਲੱਗਦਾ ਹੀ ਨਹੀਂ। ਸਦਾ ਹੱਸ ਵਿਗਸ ਕੇ ਹੁਕਮ ਰਜ਼ਾ ਦਾ ਅਨੁਸਾਰੀ ਹੋ ਕੇ ਹਰਦਮ ਸਿਮਰਨ ਵਿੱਚ ਸਾਵਧਾਨ ਰਹਿੰਦਾ ਹੈ। ਸਿਮਰਨ ਸ਼ਰਨਾਈ ਸ਼ਰਨ ਸਿਮਰਾਈ ਵਾਲੀ ਇਹ ਅਤ ਅਨੁਪਮੀ ਆਤਮ ਅਵਸਥਾ ਹੈ। ਆਪ ਹੁਦਰਾ ਮਨਮੁਖ ਮੂਰਖ ਮੁਗਧ ਵੇਲੇ ਸਿਰ ਪਹਿਲਾਂ ਤਾਂ ਵਾਹਿਗੁਰੂ ਨੂੰ ਚੇਤਦਾ ਹੀ ਨਹੀਂ। ਵਕਤ ਪਏ ਤੇ ਜਦੋਂ ਦੁੱਖ ਲੱਗੇ ਦੀ ਸਜ਼ਾ ਭੁਗਤਣੀ ਪੈਂਦੀ ਹੈ, ਫੇਰ ਪਛਤਾਉਂਦਾ ਹੈ। ਪਰ ਫੇਰ ਪਛਤਾਏ ਕੀ ਬਣਦਾ ਹੈ? ਭਾਣੇ ਦੀ ਕਾਰ ਕਰਾਵਣ ਹਾਰ ਆਪੇ ਕਰਤਾ ਪੁਰਖ ਹੀ ਆਪੇ ਕਰੇ ਕਰਾਏ ਕਰਤਾ ਹੈ। ਉਸ ਦੀ ਰਚੀ ਰਚਨਾ ਵਿੱਚ ਹੁਕਮ ਰਜ਼ਾਈ ਕਾਰ ਕਿਰਤ ਕਰਮੀ ਭੁਗਤਾਰ ਵੀ ਰਚਨਾ ਦਾ ਇੱਕ ਅੰਗ ਹੀ ਹੈ। ਗੁਰਮੁਖ ਜਨ ਸਦਾ ਰੰਗਾਂ ਵਿੱਚ ਰਹਿੰਦਾ ਹੋਇਆ ਰੰਚਕ ਵੀ ਆਪਾ ਨਹੀਂ ਜਣਾਉਂਦਾ। ਉਹ ਤਾਂ ਸਦਾ ਇਸ ਗੁਰਵਾਕ ਦਾ ਅਨੁਸਾਰੀ ਰਹਿੰਦਾ ਹੈ। ਮੇਰਾ ਕੀਆ ਕਛੂ ਨ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਭੈਰੋ ਨਾਮਦੇਵ ਜੀਓ। ਇਸ ਤੋਂ ਉਲਟ ਮਨਮੁਖ ਨੂੰ ਸਦਾ ਇਹੋ ਅਹੰਗਤਾ ਰੋਗ ਦਾ ਅਭਿਮਾਨ ਚਿਮੜਿਆ ਰਹਿੰਦਾ ਹੈ ਕਿ ਜੋ ਕੁਝ ਕਰਦਾ ਹਾਂ ਸੋ ਮੈਂ ਕਰਦਾ ਹਾਂ। ਚੰਗੇ ਕੰਮ ਕਰਕੇ ਅਭਿਮਾਨ ਵਿੱਚ ਪਿਆ ਸੜਦਾ ਬੁਝਦਾ ਦਗਦ ਹੁੰਦਾ ਰਹਿੰਦਾ ਹੈ। ਮੰਦਾ ਕੰਮ ਉਸ ਤੋਂ ਹੋ ਜਾਵੇ ਤਾਂ ਕਰਾਵਣਹਾਰ ਕਰਤਾਰ ਦੇ ਮੱਥੇ ਮੜਦਾ ਹੈ। ਉੱਥੇ ਇਹ ਖਰੜ ਗਿਆਨ ਛਾਂਟਣ ਲੱਗ ਪੈਂਦਾ ਹੈ, ਮੈਂ ਕੀ ਕੀਤਾ ਹੈ, ਸਭ ਕਰਤਾਰ ਨੇ ਹੀ ਕੀਤਾ ਹੈ। ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਉਹ ਇਸ ਬਿਧ ਖਰੜ ਗਿਆਨੀ ਬਣ ਬੈਠਦਾ ਹੈ। ਵਾਸਤਵ ਵਿੱਚ ਉਸ ਦਾ ਇਸ ਗੱਲ ਤੇ ਨਿਸ਼ਚਾ ਨਹੀਂ ਹੁੰਦਾ। ਦੋਹਾਂ ਹਾਲਤਾਂ ਵਿੱਚ
ਚੰਗਾ ਮੰਦਾ ਕਰਮ ਕਰਦਿਆਂ ਹੋਇਆਂ ਉਸ ਦੀ ਕਿਸਮਤ ਵਿੱਚ ਤਾਂ ਰਿਝਣਾ ਕ੍ਰਿਝਣਾ ਹੀ ਲਿਖਿਆ ਹੋਇਆ ਹੈ, ਜਿਉਂ ਉਹ ਅਭਿਮਾਨੀ ਹੀ ਬਣਿਆ ਰਹਿੰਦਾ ਹੈ। ਇਹ ਜੀੜੀ ਅਭਿਮਾਨ ਅਤੇ ਅਭਿਮਾਨ ਵਿੱਚ ਰਚਣਾ ਪਚਣਾ ਵੀ ਇੱਕ ਹੁਕਮ ਰਜ਼ਾਈ ਸਜ਼ਾ ਹੀ ਉਸ ਨੂੰ ਮਿਲੀ ਹੈ। ਹਉਮੈ ਠਗੌਰੀ ਪਾਇ ਕੇ ਭੁਲਾਵਣ ਹਾਰਾ, ਨਿਆਉ ਕਰਾਵਣ ਹਾਰ, ਕਰਮ ਕਰਨ ਨਿਆਇਕਾਰਾ ਸਿਰਜਣਹਾਰਾ ਕਰਤਾ ਉਸ ਨੂੰ ਭੁਲਾਇਂਦਾ ਹੈ। ਤਾਹੀਂ ਤੇ ਤਿਸ ਪਰਥਾਏ ਇਹ ਗੁਰਵਾਕ ਪੰਕਤੀ ਉੱਪਰਲੇ ਗੁਰ ਪ੍ਰਮਾਣ ਵਿੱਚ ਆਈ ਹੈ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਬਸ ਨਾਮ ਰੂਪੀ ਤਤ ਵਸਤੂ ਸੱਚ ਦੀ ਕਮਾਈ ਕੀਤਿਆਂ ਸੱਚਾ ਨਿਸਤਾਰਾ ਹੈ। ਕਿਸੇ ਵਿਰਲੇ ਗੁਰਮੁਖ ਪਿਆਰੇ ਤੇ ਹੀ ਇਹ ਬਖਸ਼ ਹੁੰਦੀ ਹੈ ਕਿ ਨਿਰਵਿਘਨ ਨਾਮ ਕਮਾਈ ਕਰਦਿਆਂ ਉਸ ਦੀ ਤੋੜ ਨਿਭਦੀ ਹੈ। 84 ਦੇ ਗੇੜ ਅਤੇ ਹਉਮੈ ਦੇ ਫੇਰੇ ਵਿੱਚ ਪੈਣ ਤੋਂ ਉਸੇ ਦਾ ਹੀ ਸੱਚਾ ਛੁਟਕਾਰਾ ਹੈ।